फिर जेल च भी मेरे नाल सी, इकट्ठियां ने जेल कट्टी, 7 नंबर जेल। बस इन्हां दा जिहड़ा वार्ड सी वो 5 नंबर वार्ड सी बाबा जी, ते मेरा 2 नंबर वार्ड सी, पर असीं उत्थे इकट्ठे ही रहे हैं। ते करनाल तो अज खास तौर पर आए आ। जग्गी बाबा जी बारे आपां सारे जानते हैं, इन्हां बारे कोई मैं लफ्ज़ कहूँगा तो पूरी इन्हां दी जिहड़ी दलेरी, हौसला, एक पंजाबीयत ते जो गुरु साहब ने सानू एक जज्बा साडे अंदर भरिया होया वो दिखाई आ, ते उहदे बारे तो मेरे लफ्ज़ बड़े बड़े नीवें रह जाने हैं। सो जग्गी बाबा जी, अपना कलसी भाई, ये कलाकार भी आ, हुण सोशल एक्टिविस्ट भी आ, ते मेरा नाम दीप सिद्धू है जी। ते आपां जिथे जो इकत्तर होए आ ਉਹਦੇ ਬਾਰੇ ਹੁਣ ਆਪਾਂ ਗੱਲ ਸ਼ੁਰੂ ਕਰਦੇ ਹਾਂ। ਵਾਰਿਸ ਪੰਜਾਬ ਦੇ ਦਾ ਆਗਾਜ਼ ਆ। ਵਾਰਿਸ ਪੰਜਾਬ ਦੇ ਇੱਕ ਮੁਹਿੰਮ, ਇੱਕ ਜਥੇਬੰਦੀ, ਇਹਨੂੰ ਲਾਂਚ ਕਰਨ ਵਾਸਤੇ ਇੱਕ ਪਲੇਟਫਾਰਮ ਪੰਜਾਬ ਦੀ ਨੌਜਵਾਨੀ ਨੂੰ, ਹਰ ਕੌਮ ਦੇ ਉਸ ਬੰਦੇ ਨੂੰ ਜਿਹੜਾ ਮੌਜੂਦਾ ਰਿਐਲਿਟੀ ਤੋਂ, ਇੱਕ ਸੋਸ਼ਲ ਰਿਐਲਿਟੀ ਹੈ ਜਿਹੜੀ ਪੰਜਾਬ ਦੀ, ਉਹ ਤੋਂ ਸੰਤੁਸ਼ਟ ਨਹੀਂ ਆ। ਕਿਉਂਕਿ ਜਿਹੜੇ ਬੰਦੇ ਸੰਤੁਸ਼ਟ ਆ ਉਹ ਘਰਾਂ 'ਚ ਬੈਠੇ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਇੱਕ ਪੁਰਜੇ ਵਾਂਗ ਜਿਉਂ ਰਹੇ ਆ ਵੀ ਜੋ ਕੁਝ ਚੱਲੀ ਜਾਂਦਾ ਉਹਨੂੰ ਐਜ਼ ਇਟ ਇਜ਼ ਅਸੀਂ ਐਕਸੈਪਟ ਕਰਕੇ ਤੇ ਆਪਦੀ ਜ਼ਿੰਦਗੀ ਜਿਉਂ ਜਾਓ। ਪਰ ਜਿਹੜੇ ਬੰਦੇ ਜਾਗਦੀਆਂ ਜ਼ਮੀਰਾਂ ਵਾਲੇ ਆ, ਜਿਨ੍ਹਾਂ ਦੇ ਅੰਦਰ ਦਰਦ ਆ ਜਾਂ ਜਿਨ੍ਹਾਂ ਦੇ ਅੰਦਰ ਜਜ਼ਬਾ, ਉਹ ਬੰਦੇ ਆਪਦੀ ਆਵਾਜ਼ ਵੀ ਬੁਲੰਦ ਕਰਦੇ ਆ, ਅਵੇਅਰ ਵੀ ਕਰਦੇ ਆ, ਫਿਰ ਆਰਗੇਨਾਈਜ਼ ਵੀ ਕਰਦੇ ਆ, ਤੇ ਫਿਰ ਉਸ ਤੋਂ ਬਾਅਦ ਸੰਘਰਸ਼ ਜਾਂ ਸਟਰਗਲ ਕਰਨੀ ਪੈਂਦੀ ਹੈ ਸਾਨੂੰ ਹਾਕਮ ਜਮਾਤਾਂ ਦੇ ਅਗੇਂਸਟ, ਜਾਂ ਇਹ ਕਹਿ ਲਈਏ ਵੀ ਜੋ ਰਾਜ ਕਰ ਰਹੀ ਧਿਰ ਅੱਜ, ਉਹਦੇ ਵਿਰੁੱਧ ਆਪਾਂ ਖੜ ਕੇ ਆਪਦੇ ਹੱਕਾਂ ਪ੍ਰਤੀ ਤੇ ਇਸ ਧਰਤੀ ਤੇ ਜਾਂ ਪੰਜਾਬ ਤੇ ਇਸ ਖੇਤੇ 'ਚ ਵਸਦੇ ਉਹ ਲੋਕ ਜਿਹੜੇ ਸੱਭਿਆਚਾਰ ਨੂੰ ਸਾਂਭੀ ਬੈਠੇ ਆ, ਜਿਹੜੇ ਸਾਡੀ ਹੋਂਦ ਨੂੰ ਸਾਂਭੀ ਬੈਠੇ ਆ। ਸੋ ਉਹਨਾਂ ਸਾਰਿਆਂ ਲਈ ਇੱਕ ਪਲੇਟਫਾਰਮ, ਇੱਕ ਸੋਸ਼ਲ ਪਲੇਟਫਾਰਮ। ਪਹਿਲੀ ਗੱਲ ਤਾਂ ਇਹ ਸਮਝ ਲਈਏ ਆਪਾਂ, ਕਿਉਂਕਿ ਹਰ ਗੱਲ ਅਸੀਂ ਚੋਣਾਂ ਤੱਕ ਲੈ ਜਾਂਦੇ ਆ ਵੀ 2022 ਆ ਰਹੀ ਆ, ਹੁਣ ਇਹਨਾਂ ਨੇ ਕੋਈ ਨਵਾਂ ਪੈਂਤਰਾ ਖੇਡਣਾ। ਪਹਿਲਾਂ ਤਾਂ ਇਹ ਗੱਲ ਮੈਂ ਸਪਸ਼ਟ ਕਰ ਦੇਣਾ ਚਾਹਣਾ ਵੀ 2022 ਆ ਜੇ, 2027 ਆ ਜੇ, ਆਪਾਂ ਅੱਜ ਜਿੱਥੇ ਖੜੇ ਆ, ਜਿਹੜੇ ਸਿਧਾਂਤਾਂ ਤੇ ਖੜੇ ਆ, ਇੱਥੇ ਹੀ ਖੜੇ ਰਹਾਂਗੇ। ਨਾ ਕੋਈ ਚੋਣਾਂ ਦਾ ਪੈਂਤਰਾ ਇਹ, ਨਾ ਕਿਸੇ ਪੋਲੀਟੀਕਲ ਕਲਾਸ ਦੀ ਅਸੀਂ ਹਮਾਇਤ ਕਰ ਰਹੇ ਹਾਂ। ਜਿਹੜਾ ਬੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ, ਚਾਹੇ ਉਹ ਸਾਡਾ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਈਸਾਈ ਹੋਵੇ, ਜਿਹੜਾ ਪੰਜਾਬ ਦੇ ਹੱਕੀ ਸੰਘਰਸ਼ ਦੀ ਗੱਲ ਕਰੂਗਾ, ਪੰਜਾਬੀਅਤ ਦੀ ਗੱਲ ਕਰੂਗਾ, ਤੇ ਅਸੀਂ ਜਿਹੜਾ ਸਾਡੀਆਂ ਕਦਰਾਂ ਕੀਮਤਾਂ 1849 ਚ ਸਾਡੇ ਤੋਂ ਪਹਿਲੀ ਵਾਰ ਅੰਗਰੇਜ਼ਾਂ ਨੇ ਖੋਹੀਆਂ, ਉਦੋਂ ਇੱਕ ਸਮਾਜ ਸੀ ਜਿਹੜਾ ਪੰਜਾਬ ਦਾ, ਅਸੀਂ ਸਾਰੇ ਰਲ ਮਿਲ ਕੇ ਰਹਿੰਦੇ ਸੀ। ਇੱਥੇ ਹਿੰਦੂ ਵੀ ਪਿਆਰ ਨਾਲ ਰਹਿੰਦੇ ਸੀ ਤੇ ਮੁਸਲਮਾਨ ਵੀ ਉਵੇਂ ਪਿਆਰ ਨਾਲ ਰਹਿੰਦੇ ਸੀ, ਸਿੱਖ ਵੀ ਰਹਿੰਦੇ ਸੀ। ਹੋਰ ਜਿਨ੍ਹਾਂ ਨੂੰ ਸਰਕਾਰ ਜਾਂ ਇਹ ਨਵਾਂ ਇੱਕ ਜਿਹੜਾ ਸਟੇਟ ਆ ਉਹ ਦਲਿਤ ਦੀ ਪਰਿਭਾਸ਼ਾ ਦੇਤੀ ਆ, ਕਿਉਂਕਿ ਸਾਡੇ ਜਿਹੜੇ ਸੱਭਿਆਚਾਰ 'ਚ ਸਾਡੇ ਗੁਰੂ ਸਾਹਿਬਾਨਾਂ ਨੇ ਲੜਾਈ ਇਹ ਕੀਤੀ ਨਾ ਵੀ ਜਾਤ ਪਾਤ ਮਿਟਾਓ। ਅਕਾਲ ਪੁਰਖ ਨੇ ਹਰ ਬੰਦੇ ਨੂੰ, ਕਿਸੇ ਨੂੰ ਪਛੜੀਆਂ ਸ਼੍ਰੇਣੀਆਂ 'ਚ ਨਹੀਂ ਬਣਾਇਆ, ਹਰ ਬੰਦੇ ਨੂੰ ਇੱਕ ਸਿਰਜਿਆ। ਤੇ ਉਹ ਅਕਾਲ ਪੁਰਖ ਵਿਤਕਰੇਬਾਜ਼ ਤਾਂ ਨਹੀਂ ਹੋ ਸਕਦਾ ਵੀ ਫਲਾਨਾ ਬੰਦਾ ਤਾਂ ਉੱਚੀ ਜਾਤੀ ਦਾ ਤੇ ਫਲਾਨਾ ਨੀਵੀਂ ਜਾਤੀ ਦਾ। ਸੋ ਇਹ ਗੱਲਾਂ ਤੋਂ ਰਹਿਤ ਸਾਡਾ ਇੱਕ ਸੱਭਿਆਚਾਰ ਸੀ, ਸਾਡੇ ਤੋਂ ਉਹ ਖੋਲਿਆ ਗਿਆ 1849 ਚ ਪਹਿਲੀ ਵਾਰੀ, ਤੇ 150 ਸਾਲ ਦੀ ਗੁਲਾਮੀ ਨੇ ਲਿਟਰਲੀ, ਕਿਉਂਕਿ ਸਾਡੇ ਲਈ 47 ਨੇ ਵੀ ਕੋਈ ਫਰਕ ਨਹੀਂ ਪਾਇਆ। 47 ਸਾਡੇ ਸੱਭਿਆਚਾਰ ਨੂੰ ਜਿਵੇਂ ਉਦੋਂ ਪਹਿਲਾਂ ਅੰਗਰੇਜ਼ ਖੋਰਦੇ ਸੀ, ਉਵੇਂ ਦਿੱਲੀ ਖੋਰਨ ਲੱਗੀ। ਇਹ ਗੱਲ ਅਸੀਂ ਸਪਸ਼ਟ ਕਰ ਲਈਏ, ਸਾਡੀ ਕਲਚਰਲ ਸਪੇਸ ਸਾਨੂੰ 1849 ਤੋਂ ਬਾਅਦ ਨਹੀਂ ਮਿਲੀ। ਪੰਜਾਬ ਨੂੰ ਪੰਜਾਬ ਦੀ ਕਲਚਰਲ ਸਪੇਸ ਨਹੀਂ ਮਿਲੀ। ਸਾਡੇ ਸਮਾਜ ਨੂੰ ਇੰਨਾ ਕੰਪਲੈਕਸ ਕਰ ਦਿੱਤਾ, ਇੰਨੇ ਕੰਟਰਡਿਕਸ਼ਨਸ ਆ ਗਏ ਇੱਥੇ, ਜਿਹੜੇ ਐਡਾ ਕੰਪਲੈਕਸ ਸਮਾਜ, ਇੱਕ ਦੂਜੇ ਨਾਲ ਹੀ ਉਲਝੀ ਜਾਂਦੇ ਆ ਆਪਾਂ, ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਆ। ਫਲਾਨਾ ਬੰਦਾ ਪਲਾਂਟਡ ਆ, ਫਲਾਨਾ ਬੰਦਾ ਸਰਕਾਰ ਦਾ, ਇਹ ਫਲਾਨੇ ਮਿਲੇ ਹੋਏ ਆ। ਵਾਰ-ਵਾਰ ਅਸੀਂ ਸੰਘਰਸ਼ ਪੈਦਾ ਕਰਦੇ ਆ, ਸਾਡੇ ਸੰਘਰਸ਼ ਫਿਰ ਉਹ ਪੂਰੀ ਵਾਹ ਲਾ ਦਿੰਦੇ ਆ ਵੀ ਫੇਲ ਕਰ ਦੋ, ਤੇ ਸਾਡੇ ਸੰਘਰਸ਼ ਫੇਲ ਕਰਦੇ ਆ।
ਧੱਕ ਕੇ ਸਾਨੂੰ ਕਿੱਧਰ ਨੂੰ ਲੈ ਜਾਂਦੇ ਆ, ਧੱਕ ਕੇ ਲੈ ਜਾਂਦੇ ਆ ਚੋਣਾਂ ਲਈ। ਜਿਵੇਂ ਹੁਣ ਸਾਰਿਆਂ ਨੇ ਇਹ ਗੱਲ ਸੋਚੀ ਵੀ ਦੀਪ ਸਿੱਧੂ ਨੇ ਕੋਈ ਗੱਲ ਕਹੀ ਆ। ਦੀਪ ਸਿੱਧੂ ਇੱਕ ਪਰਸਨ ਸੈਂਟਰਿਕ ਗੱਲ ਨਹੀਂ ਹੋ ਰਹੀ ਇੱਥੇ। ਦੀਪ ਸਿੱਧੂ ਸੈਂਟਰ ਸਟੇਟ 'ਚ ਨਹੀਂ ਆ, ਸੈਂਟਰ ਸਟੇਟ 'ਚ ਸਾਡੇ ਸਿਧਾਂਤ ਆ, ਪੰਜਾਬ ਪੱਖੀ ਸਿਧਾਂਤ ਆ, ਜੋ ਸਾਡੇ ਗੁਰੂਆਂ ਨੇ, ਸਾਡੇ ਰਹਿਬਰਾਂ ਨੇ, ਸਾਡੇ ਪੈਗੰਬਰਾਂ ਨੇ ਸਾਨੂੰ ਸਿਧਾਂਤ ਦਿੱਤੇ ਸੀ, ਉਹ ਸੈਂਟਰ ਸਟੇਟ 'ਚ ਆ। ਇੱਥੇ ਪੰਜਾਬ ਪੱਖੀ ਗੱਲ ਸੈਂਟਰ ਸਟੇਟ 'ਚ ਆ। ਕੋਈ ਦੀਪ ਸਿੱਧੂ ਆਪਦੀ ਗੱਲ ਨਹੀਂ ਕਰ ਰਿਹਾ। ਇਸ ਲਈ ਇੱਥੇ ਬੰਦਿਆਂ ਦੀ ਅਹਿਮੀਅਤ ਨਹੀਂ, ਆਪਣੀ ਜਿਹੜੀ ਜਥੇਬੰਦਕ ਢਾਂਚਾ, ਇੱਕ ਬੇਬੀ ਸਟੈਪ ਜਿਹਨੂੰ ਕਹਿੰਦੇ ਆ, ਇੱਕ ਛੋਟਾ ਇੱਕ ਆਪਾਂ ਉਪਰਾਲਾ ਕਰ ਰਹੇ ਹਾਂ, ਤਾਂ ਬਹੁਤ ਵੱਡੀਆਂ ਆਸਾਂ ਨਾ ਰੱਖੋ, ਕਿਉਂਕਿ ਅਸੀਂ ਖੜੇ ਆ ਸਟੇਟ ਦੇ ਉਲਟ। ਸਟੇਟ ਉਹ ਸਟੇਟ ਆ ਜਿਹੜੀ 150 ਸਾਲ ਤੋਂ ਸਾਡੇ ਤੇ ਲਗਾਤਾਰ ਜ਼ੁਲਮ ਕਰ ਰਹੀ ਆ, ਚਾਹੇ ਉਹ ਸੂਖਮ ਰੂਪ 'ਚ ਹੋਵੇ। ਸੂਖਮ ਰੂਪ 'ਚ ਹੀ ਹੁੰਦੇ ਆ, ਜਦੋਂ ਸੱਭਿਆਚਾਰ ਖੋਰਨੇ ਹੁੰਦੇ ਆ ਨਾ, ਤੇ ਤੁਹਾਨੂੰ ਬਹੁਤ ਮਾਈਨਿਊਟਲੀ ਆਬਜ਼ਰਵ ਕਰਨੀਆਂ ਪੈਂਦੀਆਂ ਚੀਜ਼ਾਂ। ਉਹ ਸੂਖਮ ਰੂਪ 'ਚ ਤੁਹਾਡੇ ਤੇ ਜ਼ੁਲਮ ਕਰਦੇ ਆ, ਤੇ ਇੱਕ ਪ੍ਰਤੱਖ ਰੂਪ 'ਚ ਕਈ ਵਾਰੀ ਉਹ ਜਿਹੜੀ ਇਨਸਟਿੰਕਟ ਹੁੰਦੀ ਆ ਨਾ ਉਹਨਾਂ ਸਿਸਟਮ ਦੀ ਸਾਡੇ ਸਾਹਮਣੇ ਆ ਜਾਂਦੀ ਆ। ਸਾਡੇ ਨਾਲ ਵਾਪਰੀ 47 'ਚ ਵਾਪਰੀ, 47 ਤੋਂ ਪਹਿਲਾਂ ਅੰਗਰੇਜ਼ਾਂ ਨੇ ਸਾਡੇ ਨਾਲ ਕੀਤਾ, ਫਿਰ 47 'ਚ ਵਾਪਰੀ, ਫਿਰ 84 'ਚ ਵਾਪਰੀ, ਫਿਰ ਜੋ ਜੈਨੋਸਾਈਡ ਹੋਈ ਦਿੱਲੀ 'ਚ, ਜਾਂ ਅੱਜ ਸੱਭਿਆਚਾਰਕ ਤੇ ਮਾਨਸਿਕ ਜੈਨੋਸਾਈਡ ਸਾਡੀ ਹੋ ਰਹੀ ਆ। ਇਹ ਸਾਨੂੰ ਕਈ ਵਾਰੀ ਐਂ ਲੱਗਦਾ ਵੀ ਜਿਹੜੀਆਂ ਪ੍ਰੋਬਲਮਸ ਆ ਨਾ, ਦੇਖੋ ਪ੍ਰੋਬਲਮਸ ਕੀ ਆ, ਆਪਾਂ ਗੱਲਾਂ ਬਾਤਾਂ ਵੀ ਕਰਾਂਗੇ। ਮੈਂ ਥੋੜੀ ਜੀ ਇਹਦੀ ਇੱਕ ਭੂਮਿਕਾ ਬਣ ਰਹੇ ਹਾਂ ਤਾਂ ਕਿ ਆਪਾਂ ਨੂੰ ਇੱਕ ਇਹ ਪਤਾ ਲੱਗੇ ਆਪਾਂ ਗੱਲਬਾਤ ਕਿਸ ਲੈਵਲ ਤੇ, ਕਿਸ ਇੰਟੈਲੈਕਚੁਅਲ ਲੈਵਲ ਤੇ ਕਰਨੀ ਆ। ਕਈ ਵਾਰੀ ਸਾਨੂੰ ਸਮੂਹਿਕ ਰੂਪ 'ਚ ਤੇ ਕਈ ਵਾਰੀ ਸਾਨੂੰ ਇੰਡੀਵਿਜੂਅਲ ਰੂਪ 'ਚ ਵੀ ਆਪਦਾ ਇੰਟੈਲੈਕਚੁਅਲ ਕੈਲੀਬਰ ਵੀ ਰਾਈਜ਼ ਕਰਨਾ ਪੈਂਦਾ ਹੁੰਦਾ ਗੱਲਾਂ ਨੂੰ ਸਮਝਣ ਵਾਸਤੇ। ਅਦਰਵਾਈਜ਼ ਸਾਨੂੰ ਲੱਗਦਾ ਰਹਿੰਦਾ ਵੀ ਗੱਲਾਂ ਦੀ ਸਾਨੂੰ ਸਮਝ ਆ, ਹੱਲ ਦੱਸੋ। ਹਰ ਬੰਦਾ ਇਸੇ ਗੱਲ ਤੇ ਆਉਂਦਾ ਵੀ ਸਮਝ ਤਾਂ ਹੈ, ਸਾਨੂੰ ਹੱਲ ਦੱਸੋ। ਪਰ ਕੀ ਸਾਨੂੰ ਐਡੀ ਕੰਪਲੈਕਸਿਟੀ 'ਚ 150 ਸਾਲ ਦੀ ਗੁਲਾਮੀ ਦੇ ਬਾਅਦ ਜੋ ਸਾਡੇ 'ਚ ਮਾਨਸਿਕ ਤੌਰ ਤੇ ਵੀ ਪ੍ਰੋਬਲਮਸ ਪੈਦਾ ਕੀਤੀਆਂ ਗਈਆਂ, ਉਹ ਇੱਕ ਸਿਸਟਮ ਸਾਡੇ ਅਗੇਂਸਟ ਲਗਾਤਾਰ ਪਰਪੈਚੁਏਟ ਹੋ ਰਿਹਾ, ਲਗਾਤਾਰ ਸਦੀਵੀ ਹੋ ਰਿਹਾ। ਇੰਨੇ ਕੰਪਲੈਕਸ ਸਮਾਜ 'ਚ ਪ੍ਰੋਬਲਮਸ ਦੀ, ਮਸਲਿਆਂ ਦੀ ਸਮਝ ਪੂਰਨ ਰੂਪ 'ਚ ਹੈ। ਤੇ ਜੇ ਅਸੀਂ ਇਹ ਕਹਾਂਗੇ ਹੈ ਤਾਂ ਮੈਨੂੰ ਲੱਗਦਾ ਇਹ ਗਲਤੀ ਹੋਊਗੀ। ਹਜੇ ਸਾਨੂੰ ਪੂਰਨ ਰੂਪ 'ਚ ਪ੍ਰੋਬਲਮਸ ਦੀ ਸਮਝ ਨਹੀਂ ਆ, ਕਿਉਂਕਿ ਜੇ ਪ੍ਰੋਬਲਮ ਦੀ ਸਮਝ ਸਾਡੇ ਕੋਲੇ ਹੁੰਦੀ ਫਿਰ ਹੱਲ ਕੱਢਣਾ ਤਾਂ ਬਹੁਤ ਸੌਖਾ। ਸੋ ਹੱਲ ਫਿਰ ਨਿਕਲੇ ਆਉਂਦੇ ਹੁੰਦੇ ਆ। ਹਜੇ ਤਾਂ ਸਾਨੂੰ ਪ੍ਰੋਬਲਮਸ ਦੀ ਸਮਝ ਹੀ ਹੈ ਨਹੀਂ। ਜੇ ਮੈਂ ਕਹਾਂ ਮੈਨੂੰ ਪ੍ਰੋਬਲਮਸ ਦੀ ਸਮਝ ਆ ਤਾਂ ਮੈਨੂੰ ਵੀ ਹਜੇ ਪ੍ਰੋਬਲਮ ਦੀ ਪੂਰਨ ਤੌਰ ਤੇ ਸਮਝ ਨਹੀਂ ਆ। ਅਸੀਂ ਇਕੱਠੇ ਹੋ ਕੇ ਕਲੈਕਟਿਵਲੀ ਗਾਂ ਤੁਰਨਾ, ਮਸਲਿਆਂ ਨੂੰ ਸਮਝਣਾ, ਫਿਰ ਮਸਲਿਆਂ ਨੂੰ ਪ੍ਰਾਇੋਰਟਾਈਜ਼ ਕਰਨਾ ਤੇ ਫਿਰ ਮਸਲਿਆਂ ਨਾਲ ਨਜਿੱਠਣਾ। ਇਹ ਸਾਡੇ ਲਈ, ਆਜੋ ਮਾਤਾ, ਇਹ ਸਾਡੇ ਲਈ ਬਹੁਤ ਜ਼ਰੂਰੀ ਆ ਵੀ ਅਸੀਂ ਆਪਦੇ ਇੰਟੈਲੈਕਚੁਅਲ ਕੈਲੀਬਰ ਨੂੰ ਥੋੜਾ ਜਿਹਾ ਤਾਂ ਚੱਕੀਏ, ਇੰਟੈਲੈਕਚੁਅਲ ਈਵਨ ਕਲੈਕਟਿਵਲੀ। ਤੇ ਕਿਹੜੀਆਂ ਗੱਲਾਂ ਅੱਜ ਆਪਾਂ ਕਰਨੀਆਂ, ਆਪਾਂ ਇੱਥੇ ਕਿਸੇ ਦਾ ਵੈਰ ਵਿਰੋਧ ਨਹੀਂ ਕਰਨਾ ਹੈ। ਇੱਕ ਗੱਲ ਮੈਂ ਹੋਰ ਸਪਸ਼ਟ ਕਰਦਾ ਵੀ ਕਿਸਾਨੀ ਸੰਘਰਸ਼ ਦੇ ਨਾਲ ਸੀ, ਨਾਲ ਖੜੇ ਆ ਤੇ ਨਾਲ ਹੀ ਰਹਾਂਗੇ। ਕਿਸਾਨੀ ਸੰਘਰਸ਼ ਤੋਂ ਆਪਾਂ ਦੂਰ ਨਹੀਂ ਆ, ਕਿਸੇ ਵੀ ਹੱਕੀ ਸੰਘਰਸ਼ ਤੋਂ ਦੂਰ ਨਹੀਂ ਆ। ਨਾ ਕਦੇ ਲੀਡਰਸ਼ਿਪ ਦਾ ਨਿਰਾਦਰ ਕੀਤਾ ਸਾਡੀ ਦਾ, ਨਾ ਲੀਡਰਸ਼ਿਪ ਨੂੰ ਕਦੇ ਨਿਰਾਦਰ ਕੋਈ ਲਫ਼ਜ਼ ਬੋਲਾਂਗੇ, ਨਾ ਹੀ ਕਿਸਾਨੀ ਸੰਘਰਸ਼ ਦੇ ਉਲਟ ਕੋਈ ਗੱਲ ਬੋਲਾਂਗੇ। ਲੀਡਰਸ਼ਿਪ ਦੇ ਪ੍ਰੋਗਰਾਮਾਂ ਦੇ ਵੀ ਨਾਲ ਆ, ਲੀਡਰਸ਼ਿਪ ਦਾ ਸਤਿਕਾਰ ਵੀ ਕਰਦੇ ਆ। ਪਰ ਇਹ ਜ਼ਰੂਰ ਆ ਵੀ ਜੇ ਸਾਡਾ ਕੋਈ ਨਜ਼ਰੀਆ ਕਿਸੇ ਤੋਂ ਵੱਖ ਹੋਵੇ, ਮੰਨ ਲਓ ਘਰਾਂ 'ਚ ਵੀ ਰਹਿੰਦੇ ਆਪਾਂ, ਦੋ ਜਣੇ ਵੱਖ-ਵੱਖ ਸੋਚ ਸਕਦੇ ਆ ਤੇ ਅਸੀਂ ਇੱਕ ਦੂਜੇ ਦੇ ਚਪੇੜਾਂ ਥੋੜੀ ਮਾਰਨ ਲੱਗ ਜਾਂਦੇ ਆ, ਜਾਂ ਇੱਕ ਦੂਜੇ ਨੂੰ ਇਹ ਥੋੜੀ ਕਹਿਣ ਲੱਗ ਜਾਂਦੇ ਆ ਵੀ ਆਹ ਵੇਖੋ ਜੀ ਇਹ ਤਾਂ ਸਰਕਾਰ ਦਾ ਬੰਦਾ ਨਹੀਂ। ਇਹ ਆਮ ਤੌਰ ਤੇ ਤੰਗ ਨਜ਼ਰੀ ਹੁੰਦੀ ਆ ਜਦੋਂ ਤੁਹਾਡਾ ਪਰਸਪੈਕਟਿਵ, ਤੁਹਾਡਾ ਦ੍ਰਿਸ਼ਟੀਕੋਣ ਵੱਖ-ਵੱਖ ਆ ਤੇ ਤੁਸੀਂ ਜਿਹੜੀ ਤੰਗ ਨਜ਼ਰੀ ਵਾਲੀ ਸੋਚ ਆ ਉਹ ਕੀ ਕਰਦੀ ਆ, ਉਹ ਜਿਹੜਾ ਦ੍ਰਿਸ਼ਟੀਕੋਣ ਆਪਦੇ ਹਿਸਾਬ ਨਾਲ ਨਹੀਂ ਹੁੰਦਾ ਉਹਨਾਂ ਦਾ, ਜਾਂ ਆਪਦੀ ਪੋਲੀਟੀਕਲ ਆਈਡੀਓਲੋਜੀ ਦੇ ਹਿਸਾਬ ਨਾਲ ਨਹੀਂ ਹੁੰਦਾ, ਜਾਂ ਜਥੇਬੰਦੀ ਤੇ ਪੋਲੀਟੀਕਲ ਪਾਰਟੀ ਦੇ ਹਿਸਾਬ ਨਾਲ ਨਹੀਂ ਹੁੰਦਾ, ਫਿਰ ਉਹਦੇ ਖਿਲਾਫ ਪੋਜੀਸ਼ਨ ਲੈ ਲੈਂਦੇ ਆ। ਤੇ ਖਿਲਾਫ ਪੋਜੀਸ਼ਨ ਲੈ ਕੇ ਗੱਲ ਇਹ ਸਾਹਮਣੇ ਆ ਜਾਂਦੀ ਆ ਵੀ ਵੇਖੋ ਇਹ ਤਾਂ ਵਿਰੋਧੀ ਆ ਸਾਡੇ। ਆਪਾਂ ਵਿਰੋਧੀ ਨਹੀਂ ਆ, ਕਿਸਾਨੀ ਸੰਘਰਸ਼ ਨੂੰ ਸਮਰਪਿਤ ਆ, ਪੰਜਾਬ ਦੇ ਉਸ ਹਰ ਸੰਘਰਸ਼ ਨੂੰ ਸਮਰਪਿਤ ਆ ਜੋ ਸਾਡਾ ਹੱਕੀ ਸੰਘਰਸ਼ ਆ, ਪੰਜਾਬ ਪੱਖੀ ਸੰਘਰਸ਼ ਆ, ਪੰਥ ਪ੍ਰਸਤ ਗੱਲ ਕਰਦਾ। ਸੋ ਇੱਥੋਂ ਆਪਾਂ ਗੱਲ ਸ਼ੁਰੂ ਕਰਦੇ ਆ। ਹਜੇ ਸਾਡੇ ਹੋਰ ਵੀ ਸਾਥੀ ਆਉਣੇ ਸੀ, ਮਾਤਾ ਆਏ ਆ, ਇਹਨਾਂ ਨੇ ਆਪਦਾ ਇੱਕ ਨੌਜਵਾਨ ਪੁੱਤ ਗਵਾਇਆ ਹਨਾ। ਸੋ ਇਹ ਵੀ ਪੰਜਾਬ ਨਾਲ, ਪੰਜਾਬ ਦੀ ਧਰਤੀ ਨਾਲ ਜੁੜੇ ਹੋਏ ਆ, ਸਾਡੇ ਲੋਕਾਂ ਨਾਲ ਜੁੜੇ ਹੋਏ ਆ। ਤੇ ਇੱਕ ਹੋਰ ਗੱਲ ਮੈਂ ਇਹ ਕਹਿਣੀ ਚਾਹਣਾ ਵੀ ਤੁਸੀਂ ਅੱਜ ਸਾਡੇ ਲਈ
ਇੱਕ ਛੋਟਾ ਜਿਹਾ ਇੱਕ ਸਮਾਲ ਸਟੈਪ ਜਿਹਨੂੰ ਕਹਿ ਲਈਏ, ਕਿਉਂਕਿ ਇੱਕ ਬੇਬੀ ਸਟੈਪ ਤੋਂ ਹੀ ਆਪਾਂ ਸਪ੍ਰਿੰਟ ਲਾਉਣ ਤੱਕ ਜਾਵਾਂਗੇ ਮਿਲਖਾ ਸਿੰਘ ਬਣਾਂਗੇ। ਤੇ ਜੇ ਤੁਸੀਂ ਇੱਥੇ ਆਏ ਹੋ, ਅਸੀਂ ਬਹੁਤ ਤਹਿ ਦਿਲੋਂ, ਸੱਚੀ ਗੱਲ ਹੈ ਇਹ, ਵੀ ਇੱਥੇ ਕੋਈ ਪੋਲੀਟੀਕਲ ਗੱਲ ਨਹੀਂ ਹੋ ਰਹੀ, ਕੋਈ ਪੋਪੂਲਰ ਨੈਰੇਟਿਵ ਦੀ ਗੱਲ ਨਹੀਂ ਹੋ ਰਹੀ। ਅਸੀਂ ਇਹ ਤੁਹਾਨੂੰ एहसास जताने दैट थैंक यू सो मच फॉर बीइंग हियर। हाँ जी, देखो गल यह है जी, मैं हुणे जिहड़ी गल कीती भी साडे तो साडियां कदरां कीमतां, साडियां रवायतां, साडा सभ्याचार 1849 तो लगातार खोया गया। ਅੱਜ ਅਸੀਂ ਜਿੱਥੇ ਪਹੁੰਚ ਗਏ ਆ, ਅਸੀਂ ਜੇ ਆਪਦੇ ਆਪ ਨੂੰ ਸੋਸ਼ਲ ਤੌਰ ਤੇ ਵੀ ਦੇਖੀਏ, ਸਾਡੇ ਹਰ ਸੰਘਰਸ਼ ਨੂੰ ਕੇਂਦਰ ਸਰਕਾਰ ਜਾਂ ਸਟੇਟ ਆ ਜਿਹੜੀ ਉਹ ਫੇਲ ਕਰਦੀ ਆ, ਤੇ ਫੇਲ ਕਰਕੇ ਸਾਨੂੰ ਇੱਕੋ ਹੀ ਰਾਹ ਦੇ ਦਿੰਦੀ ਆ ਜਿਹੜੀ ਉਹਨਾਂ ਦੇ ਸਟਰਕਚਰ ਚੋਂ ਹੀ ਪੈਦਾ ਹੁੰਦਾ ਵੀ ਤੁਸੀਂ ਚੋਣਾਂ ਵੱਲ ਆ ਜਾਓ, ਤੁਸੀਂ ਇਲੈਕਸ਼ਨ ਲੜੋ ਤੇ ਇਹਦੇ ਚੋਂ ਤੁਹਾਡਾ ਹੱਲ ਨਿਕਲ ਜੂ। ਫਿਰ ਸਾਨੂੰ ਡੁੱਬਦਿਆਂ ਨੂੰ ਇਹ ਲੱਗਦਾ ਵੀ ਹਾਂ ਵਾਕਈ ਚੋਣਾਂ ਚੋਂ ਸਾਡਾ ਹੱਲ ਨਿਕਲ ਜੂ, पर चोणा चो हल किवें निकलू? 17 सालां च साडा कोई हल निकलिया? असीं उस संविधान चों जिहदे च 72 वारी इन्हां ने अमेंडमेंट कीती ते वो सेंट्रलाइज कर लई पावर। अज लोकां नूं जे झूठ बोलना होवे भी चोणा चो हल निकल जू, तां आपां भी बोल सकदे हां। अपने मगर बहुत लोग आ जाने आ, बड़ा कुछ हो जाना भी अगलिਆਂ ਨੂੰ ਹੁੰਦਾ भी ये कुछ कल नूं बनणगे, साडा भी बनू, ते उत्थे कुछ ना कुछ उन्हां दे निज जुड़िया हुंदा। देखो जे मैं तुहानू कहा भी मेरे को ही कोई जादू का चिराग आ ते असीं ये हल कढ दांगे तां ये गलत होगी। गल बड़ा एक्सपैक्ट आपां एक दूजे तो ना करके चलीए जिथे खड़े हाँ असीं, क्योंकि तुसीं ये देखो आपां एक जिवें मैं हुण किहा एक छोटा स्टैप जिहड़ा है ना, एक हजे पहला स्टैप पट्टिया, वो भी उस स्टेट के खिलाफ, उस सिस्टम के खिलाफ जिहड़ा लगातार साडी मानसिक नशलकुशी कर रहा, साडे सोचण दे ढंग भी बदल रहा, हो साडी कॉमन सेंस नूं भी उहने बदलता। पर जो असीं मकसद लैके चले हैं, चाहे वह असीं पिंड पद्धर ते करिए, चाहे वह जिला पद्धर ते करिए, चाहे एजुकेशन के खेत्र च करिए, चाहे सेहत सेवावां नूं लैके करिए, चाहे एक आल्टरनेटिव सिस्टम घड़न दे या आल्टरनेटिव संस्थावां घड़न नूं लैके करिए, उहदे ते असीं समर्पित रहांगे। पर मैं फिर कहा डोंट रीड टू मच अबाउट इट, बहुत ज़्यादा एक्सपैक्ट ना करिए। तुहाडे नाल इस धरती लई, आपदे खित्ते लई, आपदे लोकां लई, आपदे सभ्याचार होंद नूं बचाउण खातर तुरे आ ते इत्थे असीं ईमानदार रहांगे। हाँ जी, जथेबंदियां आए दिन बन रही ने, रोज जथेबंदियां आ रही ने, पर जी वारस पंजाब के जथेबंदी है ਇਹਦਾ ਕੀ ਮੋਟਿਵ है? हाँ जी, हाँ जी, एक मिनट जी, सॉरी मैं हुणे तुहानूं दसदा। एक दो कुर्सियां होर प्लीज आपां अरेंज करिए। हाँ जी प्लीज करो जी। हाँ जी इधर आ जाओ भाई, एक भाणा भाई अगे आ। हाँ भरा भाई हाँ हाँ जी हाँ जी नहीं हाँ जी। सो ਇਹਦਾ मकसद यही है जी, तुसीं एक गल मैं साफ करदा, ਆਪਾਂ पॉलिटिकल पार्टी भी एक शुरू कर सकते सी, बड़ियां विरोध भी हुंदा, कुछ लख लोग पक्ष च भी आउंदे, ਆਪਾਂ कोई खास तौर पर एक इहो जी जथेबंदी बना सकते सी जिहदा फिर मकसद उही हुंदा भी जो एक पॉपुलर नैरेटिव हुंदा ना भी लोकां नूं की चंगी लग रही है गल, वो गल करिए। पर लोकां नूं झूठ बोल के ਆਪਾਂ ਉਹਨਾਂ ਨੂੰ ਵਾਅਦੇ ਕਰਕੇ ਤੇ ਮੁੜ ਕੇ ਉਸੇ ਥਾਂ ਖੜ ਜਾਈਏ ਜਿਸ ਥਾਂ ਪਹਿਲਾਂ ਸਾਡੇ ਲੀਡਰ ਵੀ ਆਏ ਆ, ਪੋਲੀਟੀਕਲ ਪਾਰਟੀਆਂ ਵੀ ਬਣੀਆਂ ਤੇ ਖੜਦੇ ਰਹੇ ਆ, ਇਹ ਆਪਣਾ ਮਕਸਦ ਨਹੀਂ ਆ। ਪਰ ਮਕਸਦ ਕੀ ਹੈ? ਮਕਸਦ ਇਹ ਆ ਵੀ ਪੰਜਾਬ ਦਾ ਸੋਸ਼ਲ ਸਟਰਕਚਰ ਹੈ ਨਾ ਜਿਹੜਾ, ਉਹ ਵਿਗੜਿਆ ਹੋਇਆ ਤੇ ਅਸੀਂ ਇਹਦੇ ਤੇ ਨਵੇਂ ਸਟਰਕਚਰ, ਇਸੇ ਸੋਸ਼ਲ ਸਟਰਕਚਰ ਤੇ ਨਵੇਂ ਸਟਰਕਚਰ ਬਣਾਉਂਦੇ ਰਹਿੰਦੇ ਆ ਤੇ ਸਾਨੂੰ ਐਂ ਲੱਗਦਾ ਰਹਿੰਦਾ ਵੀ ਇੱਕ ਨਵਾਂ ਸਟਰਕਚਰ ਹੋਂਦ ਚ ਆ ਗਿਆ ਤੇ ਹੁਣ ਇਹ ਨਵਾਂ ਸਟਰਕਚਰ ਸਾਡੇ ਲਈ ਕੁਛ ਨਾ ਕੁਛ ਕਰੇਗਾ। ਸੋ ਹਾਂਜੀ ਭਾਈ ਜੀ ਇੱਕ ਮਿੰਟ, ਇਸ ਕਰਕੇ ਸਾਡਾ ਪਹਿਲਾ ਮਕਸਦ ਇਹ ਹੈ ਕਿ ਸੋਸ਼ਲ ਆਰਗੇਨਾਈਜੇਸ਼ਨ, ਇੱਕ ਜਿਹੜੀ ਸਮਾਜਿਕ
ਜਥੇਬੰਦੀ ਆ ਇਹਦਾ ਗਠਨ ਕੀਤਾ ਜਾਵੇ ਤੇ ਸਮਾਜਿਕ ਢਾਂਚੇ ਨੂੰ ਜਿੰਨਾ ਕੁ ਆਪਾਂ ਸੁਧਾਰ ਸਕਦੇ ਹਾਂ ਉਹਨੂੰ ਸੁਧਾਰੀਏ। ਇਸ ਤੋਂ ਬਾਅਦ ਇਹਦੇ ਤੇ ਰਾਜਸੀ ਢਾਂਚੇ ਵੀ ਬਣਾ ਲਾਂਗੇ, ਇਹਦੇ ਤੇ ਕਲਚਰਲ ਢਾਂਚੇ ਵੀ ਬਣਾ ਲਾਂਗੇ, ਇਹਦੇ ਤੇ ਪੰਥਕ ਢਾਂਚੇ ਵੀ ਬਣਾ ਲਾਂਗੇ। ਪਰ ਜਿਹੜੀ ਸ਼ੁਰੂਆਤ ਆ ਉਹ ਸਮਾਜਿਕ ਢਾਂਚੇ ਨੇ ਦੇਣੀ ਹੁੰਦੀ ਆ, ਸਮਾਜਿਕ ਢਾਂਚੇ ਨੇ ਕਰਨੀ ਹੁੰਦੀ ਹੈ। ਸ਼ੰਭੂ ਮੋਰਚੇ ਟੀਮ ਤੁਹਾਡੇ ਨਾਲ ਕੀ ਬੰਦਾ ਹੈਗਾ? ਹਾਂਜੀ ਬਿਲਕੁਲ ਹੈਗੀ। ਸਾਰੇ ਉਹੀ ਚੱਲਣਗੇ ਨਾਲ? ਵੇਖੋ ਜੀ, ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸ਼ੰਭੂ ਮੋਰਚੇ ਦੇ ਇੱਥੇ ਕਮ ਸੇ ਕਮ ਨਹੀਂ ਤਾਂ 200 ਬੰਦੇ ਖੜੇ ਹੋਣੇ ਆ। ਨਹੀਂ, ਜੋ ਤੁਹਾਡੇ ਨਾਲ 5 ਮੈਂਬਰੀ ਕਮੇਟੀ ਵਿੱਚ ਹਾਂਜੀ, ਹੈਗੀ ਸੀ। ਮੈਂ ਉਹ ਵੀ ਦੱਸਦਾ ਜੀ। ਇਹ ਵੀ ਇੱਕ ਦਸਤੂਰ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਦਸਤੂਰ ਕੀ ਆ। ਮੈਂ ਪੰਜਾਬ ਨਵਾਂ ਆਇਆ, ਜਦੋਂ ਨਵਾਂ ਆਇਆ ਤੇ ਉਦੋਂ ਮੇਰੇ ਨਾਲ ਸ਼ੰਭੂ ਮੋਰਚੇ ਦੀ 5 ਮੈਂਬਰੀ ਕਮੇਟੀ ਦੇ 4 ਮੈਂਬਰ ਹੋਰ ਸੀ, ਜਿਹੜੇ ਉਹ ਇੱਕ ਪੋਲੀਟੀਕਲ ਪਾਰਟੀ ਚੋਂ ਆਏ, ਇੱਕ ਕੋਈ ਇਸੇ ਤਰ੍ਹਾਂ ਕਿਸੇ ਜਥੇਬੰਦਕ ਢਾਂਚੇ ਚੋਂ ਆਏ, 2 ਬੰਦੇ ਜਿਹੜੇ ਸਮਾਜ ਚੋਂ ਆਏ, ਜਿਹੜੇ ਮੇਰੇ ਨਾਲ ਜਿਨ੍ਹਾਂ ਦੀ ਸਾਂਝ ਕੋਈ ਫਿਲਮਾਂ ਦੇ ਲੈਵਲ ਤੇ ਸੀ, ਇੱਕ ਕੋਈ ਲੀਗਲ ਫਰਟਰਨਿਟੀ ਚੋਂ ਆਏ, ਹਨਾ। ਹੌਲੀ ਹੌਲੀ ਉਹਨਾਂ ਦੇ ਇੰਟਰਸਟ ਜਿਹੜੇ ਆ ਨਾ, ਉਹ ਉਹਨਾਂ ਦੇ ਵੀ ਆਪਦੇ ਇੱਕ ਇੰਟਰਸਟ ਹੁੰਦੇ ਆ ਨਾ। ਇਹ ਥੋੜੀ ਵੀ ਉਹ ਇਹੀ ਕਹਿ ਦੇਣਗੇ ਜੋ ਮੈਂ ਕਹੀ ਜਾਵਾਂ ਉਹੀ ਮੰਨਣਗੇ। ਸੋ ਇਸ ਕਰਕੇ ਅੱਜ ਵੀ ਉਹਨਾਂ ਦੇ ਰਿਸ਼ਤੇ ਸਿਖਾਵੇਂ ਆ, ਪਰ ਅੱਜ ਜਿਹੜੀ ਲੜਾਈ ਸਾਨੂੰ ਲੜਨੀ ਪੈ ਰਹੀ ਹੈ, ਜਿੱਥੇ ਅਸੀਂ ਹੌਲੀ ਹੌਲੀ ਇਵੋਲਵ ਹੁੰਦੇ ਹੋਏ ਪਹੁੰਚ ਗਏ ਆ, ਉੱਥੇ ਕਿਤੇ ਜਾ ਕੇ ਕਿਸੇ ਦਾ ਰਾਹ ਵੱਖਰਾ ਹੋ ਜਾਂਦਾ, ਕਿਤੇ ਜਾ ਕੇ ਕਿਸੇ ਦਾ ਰਾਹ ਵੱਖਰਾ ਹੋ ਜਾਂਦਾ। ਇਹ ਦਸਤੂਰ ਆ। ਆਪਾਂ ਇਹ ਨਾ ਕਹੀਏ ਅੱਛਾ ਸ਼ੰਭੂ ਮੋਰਚੇ ਤੇ ਤੁਸੀਂ ਉਹ 5 ਬੰਦੇ ਦੇਖ ਲਏ, ਪਰ ਉਹ ਬੰਦੇ ਨਹੀਂ ਦੇਖੇ ਜਿਹੜੇ ਇੱਥੇ ਹੋ ਸਕਦਾ 200 ਬੰਦੇ ਮੌਜੂਦ ਹੋਣ। ਉਹ ਵੀ ਉਨੇ ਹੀ ਇੰਪੋਰਟੈਂਟ ਸੀ। ਉਹ 5 ਬੰਦੇ ਤਾਂ ਪ੍ਰਬੰਧਕੀ ਢਾਂਚੇ 'ਚ ਸੀ, ਜਿਨ੍ਹਾਂ ਨੇ ਕਿਸੇ ਨੇ ਉੱਥੇ ਸਾਊਂਡ ਦਾ, ਟੈਂਟ ਦਾ ਅਰੇਂਜਮੈਂਟ ਕਰਨਾ, ਕਿਸੇ ਨੇ ਸਟੇਜ ਸੰਭਾਲਣੀ ਆ, ਕਿਸੇ ਨੇ ਇੱਕ ਨੈਰੇਟਿਵ ਥਰੋ ਕਰਨਾ, ਜਿਹੜੀ ਮੇਰੀ ਰਿਸਪੌਂਸਿਬਿਲਿਟੀ ਸੀ, ਹਨਾ। ਸੋ ਬਾਕੀ ਇਹ ਗੱਲ ਵੀ ਸ਼ੰਭੂ ਮੋਰਚੇ ਚੋਂ ਕੌਣ ਨਾਲ ਆ ਜਾਂ ਮੇਰੀ ਪਹਿਲੀ ਜਮਾਤ ਚੋਂ ਕੌਣ ਨਾਲ ਸੀ ਮੇਰੇ ਪੜਦਾ, ਅੱਜ ਉਹ ਮੇਰੇ ਨਾਲ ਬੈਠਾ ਕਿ ਨਹੀਂ ਬੈਠਾ, ਇਹ ਪੈਮਾਨੇ ਨਹੀਂ ਹੁੰਦੇ। ਤੁਸੀਂ ਸ਼ੰਭੂ ਮੋਰਚਾ ਲਗਾਇਆ ਕਿਉਂ ਸੀ? ਪੰਜਾਬ ਦੀ ਸਮੱਸਿਆ ਦੀ ਗੱਲ ਕਰਨੀ ਸੀ ਕਿ 3 ਕਾਲੇ ਕਾਨੂੰਨ ਰੱਦ ਕਰਵਾਉਣ ਵਾਸਤੇ ਲਗਾਇਆ? ਹਾਂਜੀ, ਕੱਲ ਇਹ ਵੀ ਕਰਦੇ ਹਾਂ ਆਪਾਂ। ਹੁਣ ਇਹ ਗੱਲ ਆਪਾਂ ਸਮਝੀਏ, ਜਿੱਦੇ ਸ਼ੰਭੂ ਮੋਰਚਾ ਲਾਇਆ ਉਦੋਂ ਪਹਿਲਾਂ ਦਾ ਇੱਕ ਛੋਟਾ ਜਿਹਾ ਇੱਕ ਪ੍ਰੋਸੈਸ ਹੈ, ਇੱਕ ਇਤਿਹਾਸ ਆ ਉਹਦਾ। ਉਹ ਇਤਿਹਾਸ ਇਹ ਆ, ਔਰ ਮੈਂ ਇੱਕ ਰਿਕੁਐਸਟ ਇਹ ਵੀ ਕਰੂੰਗਾ ਵੀ ਸਵਾਲ ਹੋਰ ਵੀ ਸਾਡੇ ਜਿਹੜੇ ਮੰਚ ਤੇ ਬੈਠੇ ਜਿਹੜੇ ਸਾਰੇ ਸਤਿਕਾਰਯੋਗ ਆ ਉਹਨਾਂ ਨੂੰ ਵੀ ਆਉਣ। ਮੈਨੂੰ ਜਿੰਨੇ ਮਰਜ਼ੀ ਸਵਾਲ ਕਰ ਲਓ, ਆਪਾਂ ਇੱਕ ਇੱਕ ਜਵਾਬ ਦੇ ਕੇ ਜਾਵਾਂਗੇ। ਸਾਡੀ ਮੀਟਿੰਗ ਹੋਈ, ਸ਼ੰਭੂ ਮੋਰਚਾ ਪਹਿਲਾਂ ਕਾਲ ਦਿੱਤੀ 25 ਸਤੰਬਰ ਨੂੰ ਸ਼ੰਭੂ ਮੋਰਚੇ ਤੇ ਇਕੱਠ ਹੋਇਆ, ਸਾਰੇ ਆਏ, ਰਲੇ ਉੱਥੇ ਸਾਰੇ ਇਕੱਠੇ ਹੋਏ। 25 ਸਤੰਬਰ ਤੋਂ ਬਾਅਦ 27 ਜਾਂ 28 ਸਤੰਬਰ ਨੂੰ ਕਿਸਾਨ ਭਵਨ 'ਚ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਈ। 29 ਸਤੰਬਰ ਨੂੰ ਹੋਊਗੀ। ਹਾਂਜੀ, ਉਸ ਮੀਟਿੰਗ 'ਚ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਇੱਕ ਸਵਾਲ ਮੈਂ ਰੱਖਿਆ ਵੀ ਅਸੀਂ ਤੁਹਾਡੇ ਨਾਲ ਆ ਜੀ, ਨਾਲ ਹੀ ਖੜੇ ਰਹਾਂਗੇ। ਤੁਸੀਂ ਸਿਰਫ ਅੱਜ MSP ਦੀ ਗੱਲ ਕਰ ਰਹੇ ਹੋ, ਇਹਨੂੰ ਸਿਰਫ ਆਰਥਿਕ ਮਸਲਾ ਦੇ ਤੌਰ ਤੇ ਦੇਖ ਰਹੇ ਹੋ। ਇਹਨੂੰ ਮਸਲੇ ਨੂੰ ਜੋ ਜਿਵੇਂ ਅਸੀਂ ਸਮਝ ਰਹੇ ਹਾਂ ਵੀ ਇਹ ਇਕੱਲਾ ਆਰਥਿਕ ਮਸਲਾ ਨਹੀਂ ਆ, ਮਸਲਾ ਪਛਾਣ ਦਾ। ਸਾਡੀ ਪਛਾਣ ਤੇ ਲਗਾਤਾਰ ਹਮਲੇ ਹੋ ਰਹੇ ਆ। ਉਹ ਹਮਲੇ ਵੱਖ-ਵੱਖ, ਹਾਂਜੀ ਇੱਕ ਮਿੰਟ ਜੀ, ਕੋਈ ਗੱਲ, ਵੱਖ-ਵੱਖ ਰੂਪਾਂ 'ਚ ਸਾਡੇ ਤੇ ਕਰਾਏ ਗਏ ਆ। ਕਦੇ ਸਾਡੀ ਬੋਲੀ ਤੇ ਹਮਲੇ ਹੁੰਦੇ ਆ, ਕਦੇ ਸਾਡੇ ਸਿਧਾਂਤਾਂ ਤੇ ਹਮਲੇ ਹੁੰਦੇ ਆ, ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਹੁੰਦਾ, ਕਦੇ ਸਾਡੇ ਤੇ ਕਾਨੂੰਨ ਬਣਾਏ ਜਾਂਦੇ ਆ ਇਹੋ ਜਿਹੇ। ਸੋ ਇਸ ਕਰਕੇ ਸਾਡੇ ਲਈ ਸਾਡੀ ਸੱਭਿਆਚਾਰਕ ਹੋਂਦ ਦਾ ਮਸਲਾ ਵੀ ਆ। ਉਹ ਕਹਿੰਦੇ ਇਹ ਗੱਲ ਲਈ ਹਜੇ ਅਸੀਂ ਸੋਚਿਆ ਨਹੀਂ। ਫਿਰ ਉੱਥੋਂ ਇਹ ਗੱਲ ਤੈਅ ਹੋਈ ਵੀ ਸ਼ੰਭੂ ਮੋਰਚਾ ਅਸੀਂ ਲਾਵਾਂਗੇ, ਤੁਹਾਡੇ ਨਾਲ ਤੁਸੀਂ ਜਿੰਨੀ ਗੱਲ ਕਰਦੇ ਆ ਓਨੀ ਕਰੀ ਚੱਲੋ। ਜੇ ਅਸੀਂ ਉਹ ਤੋਂ ਵੱਡੀ ਗੱਲ ਕਰਨੀ ਆ ਜਾਂ ਕੋਈ ਉਦੋਂ ਉਸ ਪਰਸਪੈਕਟਿਵ ਤੋਂ ਹੋਰ ਥੋੜੀ ਜ਼ਿਆਦਾ ਐਡ ਕਰਕੇ ਗੱਲ ਕਰਨੀ ਆ, ਅਸੀਂ ਉਹ ਕਰੀ ਜਾਵਾਂਗੇ। ਉਦੋਂ ਤੱਕ ਕੋਈ ਪ੍ਰੋਬਲਮ ਨਹੀਂ ਸੀ। 3 ਤਰੀਕ ਨੂੰ ਮੈਨੂੰ ਦਰਸ਼ਨਪਾਲ ਜੀ ਆ ਜਿਹੜੇ ਇੱਕ ਜਥੇਬੰਦੀ ਦੇ ਆਗੂ ਆ, ਉਹ ਇਸ ਮੀਟਿੰਗ 'ਚ ਚੇਅਰਪਰਸਨ ਸੀ, ਉਹ ਮੈਨੂੰ ਫੋਨ ਕਰਦੇ ਆ। 4 ਤਰੀਕ ਨੂੰ ਪੱਕਾ ਮੋਰਚੇ ਦਾ ਐਲਾਨ ਸੀ। 4 ਤਰੀਕ ਤੋਂ ਅਸੀਂ ਰੇਲਾਂ ਵੀ ਰੋਕਣੀਆਂ ਸੀ, ਸਭ ਕੁਝ ਕਰਨਾ ਸੀ ਵੀ ਤੁਸੀਂ ਮੋਰਚਾ ਨਾ ਲਾਓ 3 ਤਰੀਕ ਨੂੰ ਸ਼ਾਮ ਨੂੰ। ਉਹ ਕਾਲ ਮੇਰੇ ਕੋਲੇ ਅੱਜ ਤੱਕ ਪਈ ਆ, ਹਨਾ। ਤੇ ਮੈਂ ਉਹਨਾਂ ਨੂੰ ਕਿਹਾ ਜੀ ਇਟਸ ਟੂ ਲੇਟ ਨਾਓ, ਬਿਕਾਜ਼ ਆਪਾਂ ਮੋਰਚੇ ਦੀ ਕਾਲ ਦੇਈ ਬੈਠੇ ਆ ਤੇ ਕੱਲ ਨੂੰ ਹੁਣ ਕਿਵੇਂ ਰੋਕੀਏ? ਸ਼ਾਮ ਦੇ 8 ਵੱਜ ਚੁੱਕੇ ਆ। ਉਹ ਕਹਿੰਦੇ ਫਿਰ ਅਸੀਂ ਤੁਹਾਡੇ ਵਿਰੁੱਧ ਪੋਜੀਸ਼ਨ ਸਾਨੂੰ ਲੈਣੀ ਪਊਗੀ। ਮੈਂ ਉਹਨਾਂ ਨੂੰ ਕਿਹਾ ਵੀ ਇਹ ਗੱਲ ਅਸੀਂ ਆਪਸ 'ਚ ਹੀ ਹੁਣ ਪਾੜੇ ਜਾਈਏ ਇਸ ਗੱਲ ਤੇ ਵੀ ਮੈਂ ਇੱਕ ਮੋਰਚਾ ਲਾਤਾ ਇੱਥੇ। ਉਹ ਮੋਰਚਾ ਤਾਂ ਕਿਸਾਨੀ ਸੰਘਰਸ਼ ਦੀ ਗੱਲ ਹੀ ਕਰ ਰਿਹਾ ਨਾ। ਜਦੋਂ 26 ਨਵੰਬਰ ਦੀ ਕਾਲ ਆਈ, ਉਹ ਮੋਰਚਾ ਨਾਲ ਹੀ ਤੁਰਿਆ ਨਾ ਦਿੱਲੀ ਤੱਕ। ਸੋ ਇਸ ਕਰਕੇ ਇਹ ਮੋਰਚਾ ਕਿਸਾਨੀ ਸੰਘਰਸ਼ ਦੇ ਉਲਟ ਨਹੀਂ ਆ। ਇਹ ਜ਼ਰੂਰ ਗੱਲ ਆ ਵੀ ਇੱਕ ਜਦੋਂ ਕੋਈ ਵੀ ਲਹਿਰ ਉੱਠਦੀ ਆ, ਕੋਈ ਸੰਘਰਸ਼ ਚੱਲਦਾ,
ਉਹਦੇ 'ਚ ਵੱਖ-ਵੱਖ ਪਰਸਪੈਕਟਿਵ ਹੁੰਦੇ ਆ। ਤੁਸੀਂ ਆਪਦੀ ਗੱਲ ਕਰ ਲਓ ਜੀ, ਅਸੀਂ ਆਪਦੀ ਗੱਲ ਕਰ ਲਾਂਗੇ, ਜਿਹਦੇ 'ਚ ਪੰਜਾਬ ਪੱਖੀ ਗੱਲ ਕਰਨੀ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਸ਼ੰਭੂ ਮੋਰਚਾ ਹੋਂਦ 'ਚ ਆਇਆ, ਪਰ ਹੌਲੀ ਹੌਲੀ ਜਿਵੇਂ ਮੈਂ ਕਿਹਾ ਵੀ ਲੜਾਈ 3 ਕਾਨੂੰਨਾਂ ਤੱਕ ਸੀਮਤ ਨਹੀਂ ਆ। ਇਹ ਮੇਰਾ ਪਰਸਪੈਕਟਿਵ ਹੋ ਸਕਦਾ ਜਾਂ ਸਾਡੀ ਟੀਮ ਦਾ ਪਰਸਪੈਕਟਿਵ ਹੋ ਸਕਦਾ। ਲੜਾਈ ਇਹ ਤੋਂ ਵੱਡੀ ਆ, ਕਿਉਂਕਿ ਕਾਨੂੰਨ ਰੱਦ ਵੀ ਅਸੀਂ ਕਰਾ ਕੇ ਅਸੀਂ ਖੜੇ ਉੱਥੇ ਹੀ ਆ। ਸਾਡਾ ਕੋਈ ਬਾਹਲੀ ਸੁਖਾਵਾਂ ਮਾਹੌਲ ਨਹੀਂ ਸੀ। ਜੇ ਕਿਸਾਨੀ ਦੀ ਗੱਲ ਕਰੀਏ ਤਾਂ ਖੁਦਕੁਸ਼ੀਆਂ ਕਰਜ਼ੇ ਸਾਡੇ ਕੋਲੇ ਉਵੇਂ ਹੀ ਪਏ ਆ। ਪਰ 29 ਸਤੰਬਰ ਰਾਤ ਨੂੰ 9 ਵਜੇ ਤੱਕ ਤੁਸੀਂ ਸਾਰੇ ਗੱਲ ਕੇ ਬੈਠੇ ਹੋਏ ਸੀ। ਤੁਸੀਂ ਖੁਦ ਕਿਹਾ ਸੀ ਕਿ ਮਤਲਬ ਅਲੱਗ ਮੋਰਚਾ ਲਾਣਾ। ਨਹੀਂ ਜੀ, ਨਹੀਂ। ਦੇਖੋ ਉਹਨਾਂ ਵਿੱਚ ਇੱਕ ਬੰਦੇ ਨੇ ਮੇਰੇ ਨਾਲ ਇੰਟਰਵਿਊ ਕੀਤਾ, ਉਹਨੇ ਖੁਦ ਕਿਹਾ ਤੁਹਾਡਾ ਨਾਮ ਲੈ ਕੇ। ਨਹੀਂ, ਦੇਖੋ ਥਲੀ ਬਾਈ ਨੇ ਇੰਟਰਵਿਊ ਕੀਤਾ ਮੇਰਾ ਉਸੇ ਹਾਲ 'ਚ ਜਿੱਥੇ ਕਾਨਫਰੰਸ ਹੋਈ ਸੀ ਸਾਡੀ ਕਿਸਾਨ ਜਥੇਬੰਦੀਆਂ ਨਾਲ, ਉੱਥੇ ਹੀ ਕਲੀਅਰ ਕੀਤਾ ਸੀ। ਨਹੀਂ, ਉਸ ਤੋਂ ਬਾਅਦ ਮੈਂ ਰਾਤ ਦੀ ਗੱਲ ਨਹੀਂ, ਰਾਤ ਨੂੰ ਵੀ ਅਲੱਗ ਮੋਰਚਾ ਤੁਸੀਂ ਉਹ ਇੰਟਰਵਿਊ ਪਲੀਜ਼ ਕੱਢ ਕੇ ਲਿਆਓ, ਆਪਾਂ ਉਹਨੂੰ ਵੀ ਡੀਲ ਕਰਾਂਗੇ, ਹਨਾ। ਇੱਕ ਕੋਈ ਗੱਲ ਕਿਤੋਂ ਫੜ ਕੇ ਉਹ ਸੱਚੀ ਵੀ ਆ ਕਿ ਨਹੀਂ, ਇਹ ਗੱਲ ਨਹੀਂ ਆਪਾਂ ਮੂੰਹਜ਼ਬਾਨੀ ਨਹੀਂ ਕਹੀ ਜਾ ਸਕਦੀ। ਮੈਂ ਮੂੰਹਜ਼ਬਾਨੀ ਨਹੀਂ ਕਹਿ ਰਿਹਾ। ਹਾਂਜੀ, ਤੁਸੀਂ ਪਲੀਜ਼ ਉਹ ਲੈ ਕੇ ਮੇਰੇ ਕੋਲੇ ਆਓ, ਆਪਾਂ ਉਹਨੂੰ ਵੀ ਡੀਲ ਕਰਾਂਗੇ। ਪਰ ਮੈਂ ਇਹ ਗੱਲ ਨਹੀਂ ਕਹੀ ਅਲੱਗ ਮੋਰਚਾ ਲਾਉਣਾ, ਸਮਝੋ ਗੱਲ ਨੂੰ। ਅਲੱਗ ਜੇ ਇਹ ਗੱਲ ਆਈ ਹੈ ਨਾ ਅਲੱਗ ਮੋਰਚਾ ਲਾਉਣਾ, ਉਹ ਕਿਸਾਨੀ ਸੰਘਰਸ਼ ਤੋਂ ਅਲੱਗ ਨਹੀਂ ਸੀ। ਸ਼ੰਭੂ ਮੋਰਚਾ ਦਾ 25 ਨਵੰਬਰ ਨੂੰ ਐਲਾਨ, 25 ਸਤੰਬਰ ਨੂੰ ਐਲਾਨ ਤਾਂ ਸੀ ਵੀ 4 ਤੋਂ ਇੱਥੇ ਪੱਕਾ ਮੋਰਚਾ ਲੱਗੂਗਾ। ਤੁਸੀਂ ਕਿਹਾ ਸੀ ਮੈਂ ਅਲੱਗ ਹੀ ਲਾਣਾ ਸ਼ੰਭੂ ਦੇ, 29 ਨੂੰ ਕਹਿਤਾ ਸੀ। ਭਾਈ ਜੀ ਇਹ ਗੱਲ ਸਾਹਮਣੇ ਨਹੀਂ ਆਈ ਵੀ ਅਲੱਗ ਲਾਉਣਾ। ਸਮਝੋ ਤੁਹਾਡੀ ਅਲੱਗ ਦੀ ਪਰਿਭਾਸ਼ਾ ਕੀ ਆ ਵੀ ਕਿਸਾਨ ਅੰਦੋਲਨ ਤੋਂ ਅੱਡ ਹੋ ਗਿਆ। ਨਹੀਂ, ਇਹ ਗੱਲ ਕਦੇ ਵੀ ਨਹੀਂ ਹੋਈ। ਇੱਕ ਮਿੰਟ ਭਾਈ ਜੀ, ਕਿਸਾਨ ਅੰਦੋਲਨ ਦੇ ਨਾਲ ਅੱਡ ਮੋਰਚਾ ਨਹੀਂ ਲਾਉਣਾ, ਪਰ ਸ਼ੰਭੂ ਮੋਰਚੇ ਦਾ ਐਲਾਨ 25 ਸਤੰਬਰ ਨੂੰ ਹੋ ਚੁੱਕਿਆ ਸੀ ਤੇ 29 ਸਤੰਬਰ ਤੱਕ ਕਿਸਾਨ ਜਥੇਬੰਦੀਆਂ ਸਹਿਮਤ ਸੀ ਵੀ ਤੁਸੀਂ ਲਾ ਲਓ ਉਹਦਾ। ਹਾਂਜੀ, ਅੱਜ ਦੀ ਗੱਲ ਕਰਦੇ ਥੋੜਾ ਜਿਹਾ ਪਾਣੀ। ਹਾਂਜੀ, ਨਹੀਂ, ਹਾਂਜੀ ਹਾਂਜੀ ਬਿਲਕੁਲ। ਬੀਬੀ ਤੁਸੀਂ ਅੱਜ ਤੋਂ ਪਹਿਲਾਂ ਵੀ ਇੱਥੇ ਆਏ ਸੀਗੇ ਜਦੋਂ ਸ਼ੰਭੂ ਮੋਰਚਾ ਲੱਗਿਆ ਹੋਇਆ ਸੀ, ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਹਾਂਜੀ ਹਾਂਜੀ ਸਾਰਿਆਂ ਨੂੰ ਯਾਦ ਹੋਊਗਾ। ਹਾਂਜੀ। ਉਸ ਦੇ ਵਿੱਚ ਤੁਸੀਂ ਇਹ ਕਿਹਾ ਸੀਗਾ ਕਿ ਅਸੀਂ ਮੋਰਚਾ ਲਾ ਕੇ ਦੇਖ ਲਿਆ, ਹਾਂਜੀ। ਹੁਣ ਅਸੀਂ ਇਹ ਕਰਨਾ ਹੈ ਕਿ ਜਿਹੜੇ ਲੋਕ ਪੋਲਿਟਿਕਸ ਚਾਉਣਾ ਚਾਹੁੰਦੇ ਨੇ, ਹਾਂਜੀ। ਅਸੀਂ ਇੱਕ ਪ੍ਰੈਸ਼ਰ ਗਰੁੱਪ ਬਣਾਵਾਂਗੇ, ਹਾਂਜੀ। ਉਹ ਲੋਕਾਂ ਕੋਲ ਜਾਣਗੇ। ਹਾਂਜੀ। ਠੀਕ ਹੈ। ਹੁਣ ਉਸ ਪ੍ਰੈਸ ਕਾਨਫਰੰਸ ਤੋਂ ਲੈ ਕੇ ਇਸ ਪ੍ਰੈਸ ਕਾਨਫਰੰਸ ਤੇ ਜਿਹੜਾ ਤੁਹਾਡਾ ਸਫ਼ਰ ਰਿਹਾ, ਹਾਂਜੀ। ਤੁਸੀਂ ਆਪਣੀ ਕਨਵੀਨੀਅੰਸ ਦੇ ਨਾਲ ਆਉਂਦੇ ਰਹੇ ਹੋ। ਜਦੋਂ ਤੁਸੀਂ ਜੇਲ੍ਹ ਤੋਂ ਛੁੱਟੇ, ਤੁਸੀਂ ਥੋੜਾ ਜਿਹੀ ਦੇਰ ਐਕਟਿਵਿਟੀ ਹਾਂਜੀ। ਕੀਤੀ, ਫਿਰ ਤੁਸੀਂ ਡਾਊਨ ਹੋ ਗਏ। ਹਾਂਜੀ। ਤਾਂ ਹੁਣ ਜਿਹੜੀ ਇਹ ਪ੍ਰੈਸ ਕਾਨਫਰੰਸ ਤੁਸੀਂ ਕਰ ਰਹੇ ਹੋ, ਪੰਜਾਬ ਦੇ ਲੋਕ ਤੁਹਾਡੇ ਤੇ ਕਿੱਦਾਂ ਯਕੀਨ ਕਰਨ ਕਿ ਤੁਸੀਂ ਕੰਸਿਸਟੈਂਟ ਹੋ, ਇੱਕ ਜਿਹੜੇ ਸੀਰੀਅਸ ਪੋਲੀਟੀਕਲ ਪਲੇਅਰ ਹੋ ਤੁਸੀਂ ਰਹੋਗੇ। ਹਾਂਜੀ ਹਾਂਜੀ, ਨਹੀਂ ਦੇਖੋ ਇੱਕ ਗੱਲ ਆਪਾਂ ਸੁਣ ਲਈਏ। ਜਦੋਂ ਪਹਿਲਾਂ ਸ਼ੰਭੂ ਮੋਰਚੇ ਤੋਂ ਪ੍ਰੈਸ ਕਾਨਫਰੰਸ ਕੀਤੀ ਸੀ, ਜਿੱਥੇ ਆਪਾਂ ਇਹ ਗੱਲ ਲੈ ਕੇ ਆਏ ਸੀ, ਦੇਖੋ ਇੱਕ ਪ੍ਰੋਸੈਸ ਸਮਝੋ ਤੁਸੀਂ। ਪ੍ਰੋਸੈਸ ਕੀ ਹੁੰਦਾ ਹਰ ਇਨਸਾਨ ਦਾ। ਅਸੀਂ ਦਿਨ ਬ ਦਿਨ ਇਵੋਲਵ ਹੁੰਦੇ ਆ, ਦਿਨ ਬ ਦਿਨ ਇਸ ਗੱਲ ਨੂੰ ਸਮਝਦੇ ਆ ਵੀ ਮਸਲੇ ਹੈ ਕੀ, ਮਸਲਿਆਂ ਦੀ ਜੜ ਕਿੱਥੇ ਪਈ ਹੈ, ਹਨਾ। ਜਦੋਂ ਉਹ ਪ੍ਰੈਸ ਕਾਨਫਰੰਸ ਕੀਤੀ ਉਦੋਂ ਵੀ ਆਪਾਂ ਖੁਦ ਮੁਖਤਿਆਰੀ ਦੀ ਗੱਲ ਤੇ ਸੀ, ਅੱਜ ਵੀ ਖੁਦ ਮੁਖਤਿਆਰੀ ਤੇ ਖੜੇ ਹਾਂ। ਨਹੀਂ ਪਰ ਸਮਾਜਿਕ ਫਾਈਟ ਦੇ ਨਾਲ ਕਿਵੇਂ ਹੋਊਗਾ? ਨਹੀਂ ਮੈਂ ਤੁਹਾਨੂੰ ਦੱਸਦਾ ਪੋਲੀਟੀਕਲ ਮਸਲੇ ਨੇ। ਨਹੀਂ ਜੀ, ਪੋਲੀਟੀਕਲ ਮਸਲਾ ਨਹੀਂ ਹੈ। ਪੋਲੀਟੀਕਲ ਇਹ ਗੱਲ ਨੂੰ ਸਮਝੀਏ, ਪੋਲੀਟੀਕਲ ਮਸਲਾ ਨਹੀਂ ਪੋਲੀਟੀਕਲ ਮਸਲਾ, ਪਰ ਉਹਦਾ ਹੱਲ ਇਸ ਐਗਜ਼ਿਸਟਿੰਗ ਸਟੇਟ ਦੇ ਪੋਲੀਟੀਕਲ ਸਟਰਕਚਰ 'ਚ ਨਹੀਂ ਹੈ। ਨਹੀਂ, ਮੇਰਾ ਸਵਾਲ ਇਹਦਾ ਹੈ ਸੋਸ਼ਲ ਫਾਈਟ ਦੇ ਨਾਲ ਇਹ ਨਹੀਂ ਮਸਲਾ ਹੱਲ ਹੋ ਜਾਊਗਾ। ਦੇਖੋ ਸਮਝੋ ਗੱਲ ਸਮਝੋ। ਨਹੀਂ ਕੋਈ ਨਹੀਂ ਏਜੰਡੇ ਤੇ ਦੱਸੋ ਏਜੰਡਾ ਕੀ ਹੈ? ਹਾਂਜੀ। ਜਿਹਦਾ ਲਈ ਤੁਸੀਂ ਪ੍ਰੈਸ ਕਾਨਫਰੰਸ ਰੱਖੀ ਆ, ਬਾਕੀ ਅਸੀਂ ਬਾਅਦ ਚ ਕਰਦੇ ਤੁਹਾਨੂੰ। ਠੀਕ ਹੈ ਜੀ, ਇਹਦਾ ਏਜੰਡਾ ਇਹ ਹੈ ਜੀ। ਪਹਿਲਾ ਏਜੰਡਾ ਤਾਂ ਇਹ ਹੈ ਵੀ ਜਿਹੜੀ ਸਟੇਟ ਆ ਨਾ, ਇੰਡੀਅਨ ਸਟੇਟ ਸਾਡੇ ਲਈ ਜਿਹੜਾ ਵੀ ਸਟਰਕਚਰ ਪੈਦਾ ਕਰ ਰਹੀ ਹੈ ਉਹ ਸਾਡਾ ਉਜਾੜਾ ਕਰ ਰਹੀ ਹੈ। ਪਹਿਲਾ ਏਜੰਡਾ, ਚਾਹੇ ਉਹ ਨਿਆਂ ਦਾ ਸਟਰਕਚਰ ਹੋਵੇ, ਦਿਨ ਬ ਦਿਨ ਜਿਹੜਾ ਅਨਿਆਂ ਉਹ ਵੱਧ ਰਿਹਾ, ਤਣਾਅ ਟਕਰਾਅ ਪੈਦਾ ਹੋ ਰਿਹਾ, ਵੱਧ ਰਿਹਾ। ਅਸੀਂ ਜਦੋਂ ਸਟੇਟ ਪਾਲਿਸੀਜ਼ ਤੁਹਾਡੇ ਅਨੁਕੂਲ ਨਾ ਹੋਣ, ਤੁਹਾਡੇ ਲਈ ਕੋਈ ਸਾਰਥਿਕ ਮਾਹੌਲ ਨਾ ਪੈਦਾ ਕਰਨ, ਸਾਡਾ ਕੀ ਫਰਜ਼ ਬਣਦਾ? ਹੁਣ ਸੋਸ਼ਲ ਦੀ ਵੀ ਗੱਲ ਇਹਦੇ 'ਚ ਆ ਜੂਗੀ। ਸਮਾਜਿਕ ਤੌਰ ਤੇ ਸਾਡਾ ਕੀ ਫਰਜ਼ ਬਣਦਾ? ਅਸੀਂ ਆਪਦੇ ਆਪ ਉਹ ਸਟਰਕਚਰ ਜਾਂ ਉਹ ਇਹੋ ਜਿਹੇ ਅਦਾਰੇ ਛੋਟੇ ਰੂਪ 'ਚ ਪੈਦਾ ਕਰੀਏ ਜਿਹੜੇ ਸਟੇਟ ਦੇ ਨਾਲ ਆਲਟਰਨੇਟਿਵ ਦੇਣ ਸਾਨੂੰ। ਚਾਹੇ ਉਹ ਪਿੰਡ ਲੈਵਲ ਤੇ ਪੰਚਾਇਤਾਂ ਹੋਣ, ਜਿਵੇਂ ਪਹਿਲਾਂ ਖਾਲਸਾ ਪੰਚਾਇਤਾਂ ਦੀ ਰਵਾਇਤ ਸੀ। ਸਾਡੇ ਮਾਮਲੇ ਸੀ ਜਿਹੜੇ ਉਹ ਪੰਚਾਇਤੀ ਲੈਵਲ ਤੱਕ ਹੱਲ ਹੁੰਦੇ ਸੀ, ਉਹ ਕਾਨੂੰਨ ਤੱਕ ਨਹੀਂ ਜਾਂਦੇ ਸੀ। ਅੱਜ ਦਾ ਛੋਟੇ ਤੋਂ ਛੋਟਾ ਮਸਲਾ ਸਾਡਾ ਕਾਨੂੰਨ ਤੇ ਜਾਂਦਾ ਤੇ ਕਾਨੂੰਨ ਸਾਡਾ ਉਜਾੜਾ ਕਰਕੇ ਰੱਖ ਦਿੰਦਾ, ਅਫੋਰਡੇਬਲ ਹੀ ਨਹੀਂ ਰਿਹਾ।
ਦੂਜਾ ਜਿਹੜਾ ਮਸਲਾ ਇਹ ਆ ਐਜੂਕੇਸ਼ਨ ਨੂੰ ਲੈ ਕੇ, ਜਿਹੜਾ ਕੈਪੀਟਲਿਜ਼ਮ ਨੇ ਸਭ ਤੋਂ ਵੱਡੀ ਗੱਲ ਕੀਤੀ ਆ, ਸਟੇਟ ਕੈਪੀਟਲਿਜ਼ਮ ਨੂੰ ਪ੍ਰਮੋਟ ਕਰ ਰਹੀ ਹੈ, ਇਹ ਸਾਨੂੰ ਪਤਾ। ਕੈਪੀਟਲਿਜ਼ਮ ਨੇ ਅੱਜ ਦੀ ਡੇਟ 'ਚ ਐਜੂਕੇਸ਼ਨ, ਸਿੱਖਿਆ ਵੀ ਅਫੋਰਡੇਬਲ ਨਹੀਂ ਰਹਿਣ ਦਿੱਤੀ। ਤੁਸੀਂ ਹਾਇਰ ਐਜੂਕੇਸ਼ਨ ਲੈਣ ਜਾਣੀ ਆ, ਮਾੜਾ ਜਿਹਾ ਚੁੱਪ ਰਹੀਏ ਜੀ ਬਾਈ ਜੀ, ਪਲੀਜ਼ ਗੱਲਾਂ ਸੀਰੀਅਸ ਆ, ਕਨਸੈਂਟਰੇਟ ਕਰੀਏ, ਮਸਲਿਆਂ ਨੂੰ ਸਮਝੀਏ। ਤੁਸੀਂ ਇੱਥੇ ਹਾਜ਼ਰੀ ਭਰਨ ਨਹੀਂ ਆਏ, ਆਪਾਂ ਇਹ ਵੀ ਨਹੀਂ ਦਿਖਾਉਣਾ ਹੈ ਵੀ ਕਿੰਨੇ ਕੁ ਆਪਣੇ ਨਾਲ ਬੰਦੇ ਆ, ਇਹ ਤਾਂ ਆਪਣਾ ਮਕਸਦ ਨਹੀਂ ਆ। ਮਕਸਦ ਇਹ ਆ ਵੀ ਕੋਈ ਸੀਰੀਅਸ ਗੱਲ ਕਰ ਰਹੇ ਆ ਤੇ ਉਸ ਸੀਰੀਅਸ ਗੱਲ ਨੂੰ ਆਪਾਂ ਸੁਣੀਏ ਵੀ, ਸਮਝੀਏ ਤੇ ਉਹਦੇ ਤੇ ਗੱਲਾਂ ਬਾਤਾਂ ਕਰੀਏ, ਜੋ ਕਿ ਇੱਕ ਮਾਹੌਲ ਸਿਰਜਿਆ ਜਾਣਾ ਚਾਹੀਦਾ। ਸੋ ਦੂਜੀ ਗੱਲ ਐਜੂਕੇਸ਼ਨ ਨੂੰ ਲੈ ਕੇ ਸੀ। ਐਜੂਕੇਸ਼ਨ ਅਫੋਰਡੇਬਲ ਨਹੀਂ ਰਹੀ। ਇਸ ਕੈਪੀਟਲਿਜ਼ਮ ਨੇ ਸਾਡੇ ਤੇ ਆ ਕੇ ਇਹ ਇੰਨਾ ਗਲਬਾ ਪਾ ਲਿਆ ਵੀ ਹਾਇਰ ਐਜੂਕੇਸ਼ਨ ਚਾਹੀਦੀ ਆ ਤੇ ਸਾਨੂੰ ਪੈਸੇ ਜਿਹਦੇ ਕੋਲੇ ਹੋਣਗੇ ਉਹੀ ਅੱਜ ਅਫੋਰਡ ਕਰ ਸਕਦਾ, ਤੇ ਇਸ ਗੱਲ ਨੂੰ ਵੀ ਅਸੀਂ ਸੰਬੋਧਨ ਕਰਾਂਗੇ। ਔਰ ਐਜੂਕੇਸ਼ਨ ਦੇ ਨਾਂ ਤੇ ਪੰਜਾਬ 'ਚ ਧਰਮ ਪਰਿਵਰਤਨ ਕੀਤਾ ਜਾ ਰਿਹਾ ਗਰੀਬਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਇਹ ਕਿਹਾ ਜਾ ਰਿਹਾ, ਉਹਨਾਂ ਦੇ ਮਾਪਿਆਂ ਨੂੰ ਵੀ ਤੁਹਾਡੇ ਬੱਚਿਆਂ ਦੀ ਅਸੀਂ ਫੀਸਾਂ ਦੇਵਾਂਗੇ ਤੇ ਤੁਸੀਂ ਐਂ ਕਰੋ ਫਲਾਣੇ ਧਰਮ 'ਚ ਆ ਕੇ ਤੁਸੀਂ ਰਲ ਜਾਓ। ਧਰਮ ਪਰਿਵਰਤਨ ਕਿਸੇ ਨੇ ਆਪਦੀ ਇੱਛਾ ਅਨੁਸਾਰ ਕਰਨਾ, ਜੀ ਸਦਕੇ ਕਰੇ, ਪਰ ਇਸ ਕਰਕੇ ਵੀ ਉਹ ਬੱਚਿਆਂ ਦੀ ਫੀਸ ਨਹੀਂ ਅਫੋਰਡ ਕਰ ਸਕਦਾ ਤੇ ਉਹ ਫਲਾਣੇ ਧਰਮ 'ਚ ਉਹਨੂੰ ਜਾਣਾ ਪੈਂਦਾ ਤੇ ਉਹ ਧਰਮ ਦੀ ਸੰਸਥਾ ਉਹਦੇ ਬੱਚਿਆਂ ਦੀ ਫੀਸ ਦਿੰਦੀ ਆ। ਇਹ ਕੋਈ ਬਹੁਤ ਮਾੜੀ, ਸਾਡੇ ਲਈ ਸੱਭਿਆਚਾਰਕ ਹੋਣ ਨੂੰ ਖੋਰਾ ਸਾਡਾ। ਸੋ ਇਸ ਕਰਕੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਕਰਾਂਗੇ ਜੀ, ਇਹਨਾਂ ਦੇ ਖਿਲਾਫ ਇੱਕ ਪੋਜੀਸ਼ਨ ਲਵਾਂਗੇ, ਆਲਟਰਨੇਟਿਵ ਜਿਹੜਾ ਮੈਂ ਤੁਹਾਨੂੰ ਕਹਿੰਦਾ ਇੰਸਟੀਚਿਊਟਸ ਕਢਾਂਗੇ। ਤੀਜੀ ਗੱਲ ਸਿਹਤ ਸੇਵਾਵਾਂ ਨੂੰ ਲੈ ਕੇ, ਫਿਰ ਉੱਥੇ ਹੀ ਗੱਲ ਕੈਪੀਟਲਿਜ਼ਮ ਤੇ ਆਉਂਦੀ ਆ। ਸਾਡੇ ਕੋਲੋਂ ਸਾਡੀ ਹੈਲਥ ਲਗਾਤਾਰ ਖੋਹੀ ਜਾ ਰਹੀ ਹੈ ਤੇ ਜਿਹੜੀਆਂ ਬਿਮਾਰੀਆਂ ਸਾਨੂੰ ਦਿੱਤੀਆਂ ਜਾਂਦੀਆਂ ਉਹਨਾਂ ਦੇ ਅਸੀਂ ਵਿਕਟਮ ਆ। ਅਸੀਂ ਉਹ ਬਿਮਾਰੀਆਂ ਆਪਣੀ ਸਹੇੜੀਆਂ, ਜਾਂ ਇਹ ਸਿਸਟਮ ਜਿਹੜਾ ਤੁਹਾਨੂੰ ਸਾਰਿਆਂ ਨੂੰ ਬੜੇ ਸੂਖਮ ਰੂਪ 'ਚ ਪ੍ਰਭਾਵਿਤ ਕਰ ਰਿਹਾ, ਸਾਨੂੰ ਸਮਝ ਨਹੀਂ ਆ ਰਹੀ, ਔਰ ਅਨੇਕਾਂ ਰੂਪਾਂ 'ਚ ਸਾਨੂੰ ਪ੍ਰਭਾਵਿਤ ਕਰ ਰਿਹਾ। ਇਹ ਸਿਸਟਮ ਦੇ ਅਸੀਂ ਵਿਕਟਮ ਆ। ਅੱਜ ਪੰਜਾਬ 'ਚ ਜੋ ਹਾਲਾਤ, ਚਾਹੇ ਨਸ਼ੇ ਹੋਣ, ਚਾਹੇ ਐਜੂਕੇਸ਼ਨ ਦੀ ਪ੍ਰੋਬਲਮ ਹੋਵੇ, ਚਾਹੇ ਸਿਹਤ ਸੇਵਾਵਾਂ ਦੀ ਪ੍ਰੋਬਲਮ ਹੋਵੇ, ਚਾਹੇ ਸਾਡੇ 'ਚ ਜਾਤ ਪਾਤ ਦੇ ਆਧਾਰ ਤੇ ਵੰਡਾਂ ਪਾਈਆਂ ਗਈਆਂ, ਚਾਹੇ ਧਰਮ ਨੂੰ ਜਿਵੇਂ ਦਿਖਾਇਆ ਜਾਂਦਾ, ਇਹ ਵਿਕਟਮਾਈਜ਼ਡ ਹੋਏ ਆ ਅਸੀਂ। ਜਿੱਥੇ ਜਿੱਥੇ ਸੱਭਿਆਚਾਰਕ ਹੋਂਦ ਧਰਤੀ ਤੇ, ਜਿੱਥੇ ਜਿੱਥੇ ਕੈਪੀਟਲਿਜ਼ਮ ਨੇ ਖਤਮ ਕੀਤੀ ਹੈ ਨਾ, ਕਿਉਂਕਿ ਕੈਪੀਟਲਿਜ਼ਮ ਨਾ ਤੁਹਾਡੇ ਸਾਰੇ ਇੰਸਟੀਚਿਊਟਸ ਨੂੰ, ਸੋਸ਼ਲ ਇੰਸਟੀਚਿਊਟਸ ਨੂੰ, ਤੁਹਾਡੇ ਰਿਲੀਜੀਅਸ ਇੰਸਟੀਚਿਊਟਸ ਨੂੰ, ਤੁਹਾਡੇ ਐਜੂਕੇਸ਼ਨਲ ਇੰਸਟੀਚਿਊਟਸ ਨੂੰ, ਤੁਹਾਡੇ ਕਲਚਰਲ ਇੰਸਟੀਚਿਊਟਸ ਨੂੰ, ਤੁਹਾਡੇ ਪੋਲੀਟੀਕਲ ਇੰਸਟੀਚਿਊਟਸ ਨੂੰ, ਸਾਰਿਆਂ ਨੂੰ ਖਾ ਜਾਂਦਾ। ਇਹ ਵਰਤਾਰੇ ਵਾਪਰੇ ਆ। ਸੋ ਤੀਜੀ ਗੱਲ ਜਿਹੜੀ ਮੈਂ ਕਹਿ ਰਿਹਾ ਸੀ, ਸਿਹਤ ਸੇਵਾਵਾਂ ਲਈ ਵੀ ਅਸੀਂ ਇੱਕ ਆਲਟਰਨੇਟਿਵ ਜਿਹੜਾ ਆਪਦਾ ਕੋਈ ਸੰਸਥਾਵਾਂ ਸਿਰਜਾਂਗੇ, ਜਿੱਥੇ ਗਰੀਬ ਗੁਰਬੇ ਜਾਂ ਉਹ ਬੰਦੇ ਜਿਹੜੇ ਕਹਿੰਦੇ ਆ ਸਿਹਤ ਅਫੋਰਡੇਬਲ ਹੀ ਨਹੀਂ ਰਹੀ ਆ, ਹਸਪਤਾਲਾਂ 'ਚ ਜਾਣਾ ਵੀ ਘਰ ਦਾ ਉਜਾੜਾ ਹੀ ਆ, ਤੇ ਉਹਨਾਂ ਨੂੰ ਕਿਸੇ ਰੂਪ 'ਚ ਅਸੀਂ ਸਹਾਇਤਾ ਦੇ ਸਕੀਏ। ਚੌਥੀ ਗੱਲ ਜਿਹੜੀ ਬਹੁਤ ਮਹੱਤਵਪੂਰਨ ਆ, ਇਹ ਵੀ ਪੋਲੀਟੀਕਲੀ ਅਸੀਂ ਜਿਹੜੀ ਗੱਲ ਦੇਖਦੇ ਹਾਂ। ਹਾਂਜੀ ਬਾਬਾ ਜੀ ਆਓ। ਸੋ ਪੋਲੀਟੀਕਲੀ ਜਿਹੜੀ ਗੱਲ ਅਸੀਂ ਦੇਖਦੇ ਹਾਂ ਵੀ ਅਸੀਂ ਖੁਦ ਮੁਖਤਿਆਰੀ, ਜਿੱਥੇ ਆਪਾਂ ਪਹਿਲਾਂ ਸੀ, ਜਿਹੜੀ ਗੱਲ ਉਦੋਂ ਨਹੀਂ ਸਮਝ 'ਚ ਆਈ ਸੀ ਵੀ ਖੁਦ ਮੁਖਤਿਆਰੀ, ਉਹਦੇ ਤੇ ਫੇਰ ਆਪਾਂ ਇਵੋਲਵ ਹੋਏ, ਅਧਿਐਨ ਹੋਇਆ, ਅਨੁਭਵ ਵੀ ਹੋਈਆਂ ਗੱਲਾਂ। ਹਾਂਜੀ, ਵੀ ਜਿਹੜੀ ਖੁਦ ਮੁਖਤਿਆਰੀ ਹੈ ਨਾ, ਉਹ ਇੰਡੀਅਨ ਸਟੇਟ ਦੀ ਕਨਸਟੀਟਿਊਸ਼ਨ 'ਚੋਂ ਨਹੀਂ ਮਿਲ ਸਕਦੀ। ਸਾਨੂੰ ਛੋਟੇ ਲੈਵਲ ਤੇ ਖੁਦ ਮੁਖਤਿਆਰ ਹੋਣਾ ਪਊਗਾ, ਪਾਵਰ ਨੂੰ ਡਿਸਟ੍ਰੀਬਿਊਟ ਕਰਨਾ ਪਊਗਾ, ਸਾਨੂੰ ਉਸ ਲੈਵਲ ਤੇ ਸੰਘਰਸ਼ ਕਰਨਾ ਪਊਗਾ। ਔਰ ਇਹ ਕੋਈ ਸਾਡੀ ਕਨਸਟੀਟਿਊਸ਼ਨ ਇਹ ਨਹੀਂ ਕਹਿੰਦੀ ਵੀ ਇਹ ਇਲੀਗਲ ਪ੍ਰੋਸੈਸ ਆ। ਮੰਨ ਲਓ ਅੱਜ ਕੋਈ ਜਿਹੜੀ ਸਾਨੂੰ ਖੁਦ ਮੁਖਤਿਆਰ ਕਰਨ ਵਾਸਤੇ ਵੀ ਆਪਦਾ ਸੰਵਿਧਾਨ ਘੜਨਾ ਪੈਣਾ। ਸੋ ਕੋਈ ਵੀ ਜਿਹੜਾ ਸੰਘਰਸ਼ ਹੈ, ਜੇ ਉਹ ਡੈਮੋਕ੍ਰੈਟਿਕ ਵੇ 'ਚ ਹੁੰਦਾ, ਜੇ ਆਪਾਂ ਗੱਲ ਕਰ ਰਹੇ ਹਾਂ, ਤੇ ਮੇਰੇ ਖਿਆਲ 'ਚ ਸਾਨੂੰ ਇੱਕ ਦੂਜੇ ਨੂੰ ਸਪੇਸ ਦੇਣੀ ਚਾਹੀਦੀ ਆ, ਇੱਕ ਦੂਜੇ ਦੇ ਨਾਲ ਰਲ ਕੇ ਚੱਲਣਾ ਚਾਹੀਦਾ, ਇੱਕ ਦੂਜੇ ਦੇ ਵਿਰੁੱਧ ਪੋਜੀਸ਼ਨਸ ਨਹੀਂ ਲੈਣੀਆਂ ਚਾਹੀਦੀਆਂ। ਇਹ ਮੇਨ ਏਜੰਡੇ ਆ ਜੀ ਜਿਹੜੇ ਤੁਹਾਡੇ ਸਾਹਮਣੇ ਰੱਖਦੇ। ਹਾਂਜੀ, ਇਹਨਾਂ ਦੋਨਾਂ ਦਾ ਆਪਸ ਚ ਏਕਾ ਨਹੀਂ ਹੈਗਾ, ਕਿਉਂਕਿ ਤੁਸੀਂ ਜਿਹੜਾ ਆਪਣੀ ਜਥੇਬੰਦੀ ਦਾ ਨਾਮ ਰੱਖਿਆ, ਉਹ ਰੱਖਿਆ ਵਾਰਿਸ ਪੰਜਾਬ ਦੇ। ਹਾਂਜੀ। ਸੋ ਜੇ ਤੁਹਾਨੂੰ ਵੀ ਲੋਕ ਵਾਰਿਸ ਮੰਨਦੇ, ਤੁਹਾਨੂੰ ਵੀ ਲੋਕ ਜਿਹੜੇ ਨੌਜਵਾਨ ਨੇ ਫੋਲੋ ਕਰਦੇ ਨੇ,
ਸੋ ਇਹ ਜਿਹੜੀ ਤੁਹਾਡੀ ਆਪਸੀ ਲੜਾਈ ਉਹਨੂੰ ਕਿੱਦਾਂ ਖਤਮ ਕਰਨਾ? ਨਹੀਂ ਜੀ, ਨਾਲ ਹੀ ਮੇਰਾ ਸਵਾਲ ਵੀ ਇਹੀ ਹੈ ਕਿ ਜਿਹੜਾ ਹਰਦੀਪ ਸਿੰਘ ਬਾਜੇਵਾਲਾ ਨੇ ਇਹ ਹੋ ਜਾਣਾ ਦਿੱਤਾ ਸੀਗਾ ਕਿ ਤੁਹਾਨੂੰ ਉਠਾਇਆ ਗਿਆ ਸੀ ਦੋਨਾਂ ਜਣਿਆਂ ਨੂੰ ਹਾਂਜੀ। ਤੇ ਤੁਸੀਂ ਉਸ ਮੀਟਿੰਗ ਤੋਂ ਚਲੇ ਗਏ ਤੇ ਜਿਹੜਾ ਜਾਬਤਾ ਤੁਹਾਡੇ ਤੇ ਲਾਇਆ ਗਿਆ ਤੁਸੀਂ ਮੰਨਿਆ ਕਿ ਬਾਅਦ ਚ ਡਿਸਕਲੋਜ਼ ਕਰ ਦਿੱਤਾ। ਹਾਂਜੀ, ਇਹ ਦੇਖੋ- ਸਾਰੇ ਐਲੀਗੇਸ਼ਨ ਤੁਹਾਡਾ ਦੇਖੋ ਗੱਲ ਇਹ ਹੈ ਜੀ, ਬਾਪੂ ਡਿਪਟੀ ਜੀ ਵੀ ਸਤਿਕਾਰਯੋਗ ਆ, ਮੈਂ ਉਹਨਾਂ ਦੇ ਉਲਟ ਜਾ ਕੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ। ਪਹਿਲੀ ਗੱਲ ਤਾਂ ਉਹਨਾਂ ਦਾ ਦੇਣ ਆ ਸੰਘਰਸ਼ ਨੂੰ, ਉਹ ਸੰਘਰਸ਼ ਨਾਲ ਬਹੁਤ ਸਮੇਂ ਤੋਂ ਜੁੜੇ ਆ, ਸਾਡੇ ਪੰਜਾਬ ਨਾਲ ਬੜੇ ਸਮੇਂ ਤੋਂ ਜੁੜੇ ਆ। ਫਿਰ ਨਵਰੀਤ ਦੀ ਸ਼ਹਾਦਤ ਨਾਲ ਜਿਹੜੇ ਪਰਿਵਾਰ ਨੇ ਝੱਲੀ ਆ, ਉਹ ਵੀ ਇੱਕ ਗੱਲ ਇਹ ਆ ਵੀ ਕਿਸੇ ਵੀ ਤੌਰ ਤੇ ਆਪਾਂ ਕਿਸੇ ਦਾ ਨਰਾਦਰ ਨਹੀਂ ਕਰਨਾ ਚਾਹੁੰਦੇ। ਗੱਲ ਕੀ ਹੁੰਦੀ ਆ, ਸਾਡਾ ਕਈ ਵਾਰੀ ਸਮਝੌਤੇ ਕਿਉਂ ਨਹੀਂ ਹੁੰਦੇ, ਆਪਾਂ ਇਸ ਗੱਲ ਤੇ ਆਉਣੇ ਆ, ਹਨਾ। ਔਰ ਇਹ ਕੋਈ ਮਾੜੀ ਗੱਲ ਨਹੀਂ, ਅੱਡ ਅੱਡ ਵੀ ਤੁਰਿਆ ਜਾ ਸਕਦਾ। ਕਈ ਵਾਰੀ ਇਹ ਹੁੰਦਾ ਵੀ ਸਟੇਟ ਤੁਹਾਨੂੰ ਵਾਰ-ਵਾਰ ਘੇਰ ਕੇ ਲੈ ਕੇ ਜਾਂਦੀ ਆ ਆਪਦੇ ਸਟਰਕਚਰ 'ਚ, ਵੀ ਆ ਕੇ ਵੋਟਾਂ ਲੜੋ। ਤੁਹਾਡੀ ਮਾਨਸਿਕਤਾ ਵੀ ਉਹੀ ਘੜਨੀ ਆ ਵੀ ਆ ਕੇ ਵੋਟਾਂ ਲੜੋ, ਆ ਕੇ ਵੋਟਾਂ ਲੜੋ, ਹਨਾ। ਕੁਝ ਬੰਦੇ ਉਹ ਵੀ ਹੁੰਦੇ ਆ ਜਿਹੜੇ ਇਹ ਸਮਝਦੇ ਆ ਵੀ ਹੋ ਸਕਦਾ ਹੱਲ ਵੋਟਾਂ 'ਚ ਅਸੀਂ ਇੱਕ ਪਾਵਰ ਗੇਨ ਕਰੀਏ, ਪਾਵਰ ਗੇਨ ਕਰਕੇ ਆਪਦੀ ਗੱਲ ਵੱਡੇ ਪੱਧਰ ਤੇ ਲੈ ਕੇ ਜਾਈਏ, ਪੰਜਾਬ ਦੇ ਹੱਕਾਂ ਦੀ ਗੱਲ ਵੱਡੇ ਪੱਧਰ ਤੇ ਲੈ ਕੇ ਜਾਈਏ। ਇਹ ਵੀ ਇੱਕ ਸੋਚ ਆ, ਇੱਕ ਪਰਸਪੈਕਟਿਵ ਆ, ਜਿਹਨੂੰ ਮੈਂ ਰੱਦ ਨਹੀਂ ਕਰ ਰਿਹਾ, ਕਿਸੇ ਲੈਵਲ ਤੇ ਇੰਪੋਰਟੈਂਟ ਹੋ ਸਕਦੀ ਹੈ ਗੱਲ। ਪਰ ਜੋ ਮੇਰਾ ਪਰਸਪੈਕਟਿਵ ਕੀ ਹੈ, ਮੇਰਾ ਪਰਸਪੈਕਟਿਵ ਇਹ ਆ ਵੀ ਅੱਜ ਮੈਂ ਲੋਕਾਂ ਨੂੰ ਇਹ ਕਹਾਂ ਵੀ ਮੈਨੂੰ ਤੁਸੀਂ ਐਮਐਲਏ ਬਣਾਓ ਤੇ ਮੈਂ ਤੁਹਾਡੇ ਲਈ ਵਿਧਾਨ ਸਭਾ 'ਚ ਜਾ ਕੇ ਸੰਘਰਸ਼ ਕਰੂੰਗਾ ਜਾਂ ਸਰਕਾਰ 'ਚ ਜਾ ਕੇ ਸੰਘਰਸ਼ ਕਰੂੰਗਾ, ਆਪਾਂ ਪਾਵਰ ਸ਼ਿਫਟ ਕਰੀਏ। ਪਾਵਰ ਤਾਂ ਹੈ ਹੀ ਨਹੀਂ, ਪਾਵਰ ਹੈ ਕਿੱਥੇ? ਪਾਵਰ ਤਾਂ ਇੱਕ ਮਿੰਟ ਬਾਈ ਜੀ, ਪਾਵਰ ਤਾਂ ਸਾਰੀ ਸੈਂਟਰਲਾਈਜ਼ ਹੋਈ ਪਈ ਆ। ਸੋ ਮੈਂ ਜੇ ਇਹ ਝੂਠ ਬੋਲ ਕੇ ਹੁਣ ਗੱਲ ਏਕੇ ਤੇ ਆਉਂਦੀ ਆ, ਸਟੇਟ ਇਹ ਚਾਹੁੰਦੀ ਆ ਵੀ ਤੁਸੀਂ ਸਾਡੇ ਸਟਰਕਚਰ 'ਚ ਆ ਕੇ ਤੇ ਇੱਥੇ ਸੰਘਰਸ਼ ਕਰੋ। ਕਈ ਇਹ ਸਟੇਟ ਉਹ ਬੰਦਿਆਂ ਨੂੰ ਬਦਨਾਮ ਵੀ ਕਰੂਗੀ ਤੇ ਉਸ ਬੰਦਿਆਂ ਨੂੰ ਤੋੜੂਗੀ ਵੀ ਜਿਹੜੇ ਸਮਝਦੇ ਆ ਵੀ ਇਹ ਸਟਰਕਚਰ 'ਚ ਸਾਡਾ ਹੱਲ ਨਹੀਂ ਪਿਆ, ਸਾਨੂੰ ਸਟਰਕਚਰ ਛੋਟੇ ਰੂਪ 'ਚ ਚਾਹੇ ਹੋਵੇ ਆਪਦਾ ਆਪ ਘੜਨਾ ਪੈਣਾ। ਔਰ ਉੱਥੇ ਉਹ ਬੰਦੇ ਵੀ ਹੁੰਦੇ ਆ ਜਿਹੜੇ ਬੰਦੇ ਸਮਝਦੇ ਆ ਵੀ ਸਟੇਟ ਦੇ ਸਟਰਕਚਰ 'ਚੋਂ ਹੱਲ ਕੱਢ ਕੇ ਤਾਂ ਦੇਖੀਏ, ਕੁਝ ਉਹ ਬੰਦੇ ਵੀ ਹੋਣਗੇ। ਸੋ ਇਹ ਇੱਕ ਦੋ ਵੱਖਰੀਆਂ ਸੋਚਾਂ ਸੀ। ਇੱਕ ਮਿੰਟ ਸੁਣੋ। ਬ੍ਰੇਕਡਾਊਨ ਹੈ ਹੁਣ ਵੋਟਾਂ ਦੀ ਇਸ਼ੂ ਤੇ ਹੋਇਆ, ਲੱਖਾਂ ਸਦਾਣਾ ਵੋਟਾਂ ਲੜਨੀਆਂ ਨਹੀਂ ਬਾਈ ਜੀ, ਨਹੀਂ ਦੇਖੋ ਗੱਲ ਇਹੀ ਗੱਲ ਨਿਕਲ ਕੇ ਨਹੀਂ ਗੱਲ ਮੈਂ ਜਿਹੜੀ ਕਰ ਰਿਹਾ ਨਾ, ਗੱਲ ਹੁੰਦੀ ਆ ਪਰਸਪੈਕਟਿਵਸ ਦੀ, ਜਿਹੜੀ ਸੋਚ ਮਿਲਣੀ ਆ ਤੇ ਤੁਹਾਡਾ ਇਕੱਠੇ ਤੁਰਨਾ ਉਹ ਸਿਧਾਂਤਾਂ ਤੇ ਨਿਰਭਰ ਕਰਦਾ ਹੁੰਦਾ। ਸੁਣ ਇਲੈਕਸ਼ਨ ਹੀ ਆ। ਨਹੀਂ ਇਲੈਕਸ਼ਨ ਨਹੀਂ, ਸਿਧਾਂਤ ਕੀ ਆ? ਸਿਧਾਂਤ ਆਪਣੇ, ਮੈਂ ਇਹ ਮੰਨਦਾ ਵੀ ਜੇ ਪੰਜਾਬ ਪੱਖੀ ਗੱਲ ਕਰਨੀ ਆ ਤਾਂ ਇਸ ਸਟਰਕਚਰ ਚੋਂ ਨਹੀਂ ਕਰ ਸਕਦੇ। ਉਹ ਇਹ ਮੰਨਦੇ ਆ ਵੀ ਪੰਜਾਬ ਪੱਖੀ ਵੀ ਇਸ ਸਟਰਕਚਰ ਚੋਂ ਗੱਲ ਹੋ ਸਕਦੀ ਹੈ, ਹਨਾ। ਇੱਥੇ ਫਰਕ ਪੈ ਗਿਆ ਨਾ, ਬਸ ਇਹੀ ਸਿਧਾਂਤ, ਹੋਰ ਕੋਈ ਪਰਸਨਲ ਦੁਸ਼ਮਣੀ ਥੋੜੀ ਆ, ਜਾਂ ਮੈਂ ਇਹ ਕਹਾ ਮੈਂ ਕਿਸੇ ਦਾ ਨਰਾਦਰ ਕਰਦਾ ਜਾਂ ਮੈਂ ਕਿਸੇ ਤੋਂ ਵੱਡਾ ਜਾਂ ਉਹ ਮੇਰੇ ਤੋਂ ਵੱਡੇ ਆ, ਨਹੀਂ, ਇਹ ਕੋਈ ਗੱਲ ਹੀ ਨਹੀਂ। ਆਪਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਆਪਾਂ ਗੱਲਾਂ ਨੂੰ ਇਸ ਤਰ੍ਹਾਂ ਨਾ ਲੈ ਕੇ ਜਾਈਏ ਵੀ ਤੁਸੀਂ ਮੈਨੂੰ ਕੁਝ ਕਹੋ ਤੇ ਮੈਂ ਉਹਦਾ ਰਿਐਕਟ ਕਰਕੇ ਕੋਈ ਜਵਾਬ ਦੇਵਾਂ। ਹਾਂਜੀ, ਦਿਓਲ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ, ਤੁਸੀਂ ਉਹਨਾਂ ਨੂੰ ਮੀਟਿੰਗ 'ਚ ਲੈ ਕੇ ਆ ਗਏ, ਹਾਂਜੀ, ਇਤਰਾਜ਼ ਉਠਾਇਆ ਗਿਆ, ਤੁਸੀਂ ਲੈ ਕੇ ਗਏ ਸੀ, ਇਤਰਾਜ਼ ਉੱਠਿਆ ਸੀ। ਹੁਣ ਸੁਣੋ, ਇਹਦਾ ਵੀ ਜਵਾਬ ਸੁਣ ਲਓ। ਇਹ ਗੱਲ ਵੱਡੇ ਤੌਰ ਤੇ ਪ੍ਰਚਾਰੀ ਵੀ ਗਈ ਆ ਵੀ ਦੇਖੋ ਇਹਦੇ ਨਾਲ ਬੀਜੇਪੀ ਦੀ ਅੱਜ ਵੀ ਸਾਂਝ ਆ। ਹੁਣ ਉਹ ਬੰਦਾ ਕੌਣ ਆ? ਬੰਦਾ ਗੁਰਪ੍ਰੀਤ ਸਿੰਘ, ਇੱਕ ਲਲਹੇੜੀ, ਜਿਹੜਾ ਜਿਵੇਂ ਸਨੀ ਦਿਓਲ ਨਾਲ ਕਿਸਾਨੀ ਸੰਘਰਸ਼ ਤੋਂ ਪਹਿਲਾਂ ਪੰਜਾਬ ਦਾ ਪੁੱਤ ਸੀ। ਅਸੀਂ ਸਨੀ ਦਿਓਲ ਨਾਲ ਮੇਰੇ ਤਾਂ ਪਰਿਵਾਰਕ ਸੰਬੰਧ ਸੀ, ਹਨਾ। ਅੱਜ ਵੀ ਮੈਂ ਦਿਓਲ ਪਰਿਵਾਰ ਦੀ ਜਦੋਂ ਸੰਬੰਧ ਪਰਿਵਾਰਕ ਹੋਣ ਤੇ ਅੱਜ ਮੈਂ ਉਹਨਾਂ ਨੂੰ ਕਹਾਂ ਵੀ ਮੈਂ ਉਹਨਾਂ ਦੀ ਇੱਜ਼ਤ ਨਹੀਂ ਕਰਦਾ, ਇਹ ਵੀ ਝੂਠ ਆ। ਮੈਂ ਇੱਜ਼ਤ ਕਰਦਾ, ਮੇਰੇ ਰਿਸ਼ਤਾ ਕੋਈ ਨਹੀਂ ਰਿਹਾ, ਗੱਲਬਾਤ ਕੋਈ ਨਹੀਂ ਰਹੀ, ਪਰ ਮੈਂ ਇੱਜ਼ਤ ਕਰਦਾ ਉਹਨਾਂ ਦੀ। ਹੁਣ ਜਿਵੇਂ ਮੇਰਾ ਰਿਸ਼ਤਾ ਸੀ ਉਵੇਂ ਪੰਜਾਬ 'ਚ ਰਹਿੰਦੇ ਹੋਰ ਬੜੇ ਬੰਦਿਆਂ ਦਾ ਰਿਸ਼ਤਾ ਸੀ ਤੇ ਗੁਰਪ੍ਰੀਤ ਸਿੰਘ ਲਲਹੇੜੀ ਦਾ ਵੀ ਉਵੇਂ ਹੀ ਰਿਸ਼ਤਾ ਸੀ। ਕਿਸਾਨੀ ਸੰਘਰਸ਼ 'ਚ ਉਹੀ ਗੁਰਪ੍ਰੀਤ ਸਿੰਘ ਲਲਹੇੜੀ ਸਾਡੇ ਨਾਲ ਪੂਰਾ ਉੱਥੇ ਫਿਰਦਾ ਰਿਹਾ, ਸਾਰੇ ਕਿਸਾਨਾਂ ਦੇ ਨਾਲ। ਦਲਜੀਤ ਦੋਸਾਂਝ ਨੂੰ ਲੈ ਕੇ ਆਉਣ ਵਾਲਾ, ਸਟੇਜ ਤੋਂ ਫੋਟੋਆਂ ਦਿਖਾਵਾਂ ਗੁਰਪ੍ਰੀਤ ਸਿੰਘ ਲਲਹੇੜੀ ਦੀਆਂ, ਫਿਰ ਐਮੀ ਵਿਰਕ ਨੂੰ ਲੈ ਕੇ ਆਉਣ ਵਾਲਾ, ਗੁਰਦਾਸ ਮਾਨ ਸਾਹਿਬ ਨੂੰ ਲੈ ਕੇ ਆਉਣ ਵਾਲਾ, ਉਹ ਗੁਰਪ੍ਰੀਤ ਸਿੰਘ ਲਲਹੇੜੀ ਸੀ। ਤੇ ਅੱਜ ਆਪਾਂ ਇਹ ਕਹੀਏ ਵੀ ਦੀਪ ਸਿੱਧੂ ਦਾ ਸੱਚਾ ਹੋ ਗਿਆ ਫਿਰ, ਤੇ ਉਹ ਫਲਾਨਾ ਬੰਦਾ ਝੂਠਾ ਜੀ, ਉਹਨੂੰ ਕਿਉਂ ਲੈ ਕੇ ਆਏ ਨਾਲ? ਇਹ ਪੈਮਾਨੇ ਨਾ ਲਾਈਏ ਆਪਾਂ। ਫੋਟੋਆਂ ਦੇ ਆਧਾਰ ਤੇ ਮੈਨੂੰ ਅੱਜ ਤੱਕ ਬੀਜੇਪੀ ਤੁਸੀਂ ਐਲਾਨੀ ਗਏ,
ਜਾਂ ਜਿਹੜੇ ਬੰਦੇ ਵੀ ਐਲਾਨੀ ਗਏ ਆਪਾਂ ਇਹ ਪੈਮਾਨੇ ਜੇ ਲਾਉਣ ਲੱਗ ਗਏ ਨਾ ਬਾਈ ਜੀ, ਨੁਕਸਾਨ ਸਾਡਾ ਹੀ ਕਰਾਂਗੇ ਅਸੀਂ। ਤੁਸੀਂ ਵਾਰਿਸ ਪੰਜਾਬ ਅੱਜ ਜਥੇਬੰਦੀ ਬਣਾਈ ਹੈ ਹਾਂਜੀ। ਤੇ ਜਿਹੜੇ ਮੁੱਦੇ ਚੱਕੇ ਆ ਪੰਜਾਬ ਦੇ ਹੱਕਾਂ ਲਈ, ਹਾਂਜੀ। ਜਿਨ੍ਹਾਂ ਲਈ ਚੋਣਾਂ ਲੜਨਾ ਜਿਹੜਾ ਹੈਗਾ, ਇਹਨਾਂ ਨੂੰ ਹੱਲ ਕਰਨ ਲਈ ਚੋਣਾਂ ਇੱਕ ਹੱਲ ਹੈ। ਕੀ ਤੁਸੀਂ ਚੋਣਾਂ ਲੜੋਗੇ, ਨਹੀਂ ਲੜੋਗੇ? ਨਹੀਂ ਜੀ, ਦੇਖੋ ਵਾਰਿਸ ਪੰਜਾਬ ਦੇ ਜਥੇਬੰਦੀ ਜਿਹੜੀ ਇੱਕ ਮੌਲਿਕ ਜਥੇਬੰਦੀ ਆ, ਉਹ ਚੋਣਾਂ ਨਹੀਂ ਲੜੀ। ਕੀ ਤੁਸੀਂ ਸੁਣੋ ਜੀ, ਚੋਣਾਂ ਤੁਹਾਨੂੰ ਲੱਗ ਸਕਦਾ ਹੱਲ ਹੈ, ਆਪਾਂ ਹੁਣੇ ਗੱਲ ਕਰਕੇ ਹਟੇ। ਅਸੀਂ ਇਸ ਤਰ੍ਹਾਂ ਦੇਖਦੇ ਆ ਵੀ ਚੋਣਾਂ ਸਾਡਾ ਪੂਰਨ ਹੱਲ ਨਹੀਂ ਹੈ। ਸੁਣ ਲਓ, ਪੂਰਨ ਹੱਲ ਨਹੀਂ ਹੈ। ਚੋਣਾਂ ਸਾਡਾ 20% ਹੱਲ ਹੋ ਸਕਦਾ। ਜਿਹੜੀ ਕੁਛ ਰਾਹਤ ਚੁਣ ਕੇ ਬੰਦੇ ਗਏ, ਉਹ ਸਾਨੂੰ ਕੁਛ ਰੂਪ ਚ ਰਾਹਤ ਤਾਂ ਦੇ ਸਕਦੇ ਆ। ਇਹਦਾ ਮਤਲਬ ਸਾਡਾ ਮੇਨ ਬਿਜ਼ਨਸ ਆ ਜਿਹੜਾ, ਉਹ ਚੋਣਾਂ ਨਹੀਂ ਆ। ਚੋਣਾਂ 'ਚ ਅਸੀਂ ਆਪਦੀ ਜਿਹੜੀ એનર્ਜੀ ਆ, ਰਿਸੋਰਸਸ ਲਾਉਣੇ ਆ, ਉਹ ਕੁਛ 15-20% ਹੀ ਲਾਵਾਂਗੇ। ਮੇਨ ਬਿਜ਼ਨਸ ਸਾਡਾ ਸਮਾਜ ਆ, ਸਮਾਜ ਦਾ ਢਾਂਚਾ, ਸਮਾਜ ਦੇ ਢਾਂਚੇ ਨੂੰ ਸਹੀ ਕਰਨਾ ਸਾਡਾ ਮੇਨ ਬਿਜ਼ਨਸ ਆ। ਮੇਨ ਬਿਜ਼ਨਸ ਛੱਡ ਕੇ ਸਾਈਡ ਬਿਜ਼ਨਸ ਜੇ ਤੁਸੀਂ ਕਹੋ ਅਸੀਂ ਪੂਰਨ ਤੌਰ ਤੇ ਹੋ ਜਾਾਂਗੇ, ਪਰ ਇਹਦਾ ਮਤਲਬ ਇਹ ਨਹੀਂ ਵੀ ਚੋਣਾਂ ਨੂੰ ਅਸੀਂ ਰੱਦ ਕਰਦੇ ਹਾਂ। ਜਿਹੜੇ ਬੰਦੇ ਸਿਧਾਂਤਕ ਤੌਰ ਤੇ ਪੰਜਾਬ ਪੱਖੀ ਗੱਲ ਕਰਨਗੇ ਜਾਂ ਜਿਹੜੀ ਪਾਰਟੀ ਗੱਲ ਕਰੂਗੀ, ਉਹਨੂੰ ਅਸੀਂ ਸਮਰਥਨ ਦੇਵਾਂਗੇ। ਕਿਸੇ ਵੀ ਸਿਆਸੀ ਪਾਰਟੀ ਨੂੰ, ਪੰਜਾਬ ਦੀ ਕਿਸੇ ਵੀ ਸਿਆਸੀ ਪਾਰਟੀ ਸਮਰਥਨ ਦੋਗੇ? ਪਹਿਲੀ ਗੱਲ, ਪੈਮਾਨਾ ਕੀ ਹੈ ਜੀ? ਹਾਂ ਪੈਮਾਨਾ ਦੱਸਦਾ ਜੀ। ਹੁਣ ਮੈਂ ਤੁਹਾਨੂੰ ਇਹ ਦੱਸਦਾ ਜੀ, ਪੈਮਾਨਾ ਇਹ ਆ, ਜਿਹਨੇ ਪੰਜਾਬ ਦੀ ਹੱਕੀ ਗੱਲ ਕਰਨੀ ਆ ਜਾਂ ਪੱਖੀ ਗੱਲ ਕਰਨੀ ਆ, ਜਿਹੜੀ ਵੀ ਪਾਰਟੀ ਨੇ, ਉਹ ਪਹਿਲੀ ਗੱਲ ਤਾਂ ਖੇਤਰੀ ਹੋਣੀ ਚਾਹੀਦੀ ਹੈ। ਪਹਿਲੀ, ਉਹ ਦਿੱਲੀ ਤੋਂ ਨਹੀਂ ਚੱਲ ਸਕਦੀ, ਕਿਉਂਕਿ ਇਹ ਤਾਂ ਦੋਹਰੇ ਮਾਪਦੰਡ ਹੋਣਗੇ। ਅਸੀਂ ਕਹੀਏ ਵੀ ਦਿੱਲੀ ਤੋਂ ਕੋਈ ਪਾਰਟੀ ਚੱਲੇ ਤੇ ਅਸੀਂ ਉਹਨੂੰ ਹਮਾਇਤ ਦੇਈਏ, ਨਹੀਂ। ਪਹਿਲੀ ਗੱਲ, ਉਹ ਖੇਤਰੀ ਪਾਰਟੀ ਹੋਵੇ। ਦੂਜੀ ਗੱਲ, ਉਹਦੀ ਕਿਸੇ ਵੀ ਨੈਸ਼ਨਲ ਪਾਰਟੀ ਨਾਲ ਕੋਈ ਸਾਂਝ ਨਾ ਹੋਵੇ। ਇਹ ਜ਼ਰੂਰ ਆ ਪੋਲੀਟੀਕਲ ਸਾਂਝ ਬਾਅਦ ਚ ਜਿਹੜੀ ਪਵੇ, ਉੱਤੇ ਤੇ ਸਿਧਾਂਤ ਜਿਹੜੇ ਆ ਪੰਜਾਬ ਪੱਖੀ, ਉਹਦੇ ਤੇ ਕੋਈ ਕੰਪਰੋਮਾਈਜ਼ ਨਾ ਕੀਤਾ ਜਾਵੇ। ਤੀਜੀ ਗੱਲ, ਜਿਹੜੀ ਪੰਜਾਬ ਪੱਖੀ ਗੱਲ ਆਪਾਂ ਕਰਨੀ ਆ, ਪੰਜਾਬ ਖੇਤਰੀ ਪਾਰਟੀ ਜਾਂ ਸਿਆਸਤ ਆ ਜਿਹੜੀ, ਉਹ ਆਪ ਪੈਦਾ ਕਰੇ। ਅੱਜ ਜੇ ਤੁਸੀਂ ਇਹ ਗੱਲ ਕਹੋ ਵੀ ਐਗਜ਼ਿਸਟਿੰਗ ਸਟਰਕਚਰ 'ਚ ਜਿਹੜੀਆਂ ਮੇਨ ਪੋਲੀਟੀਕਲ ਪਾਰਟੀਆਂ ਬੈਠੀਆਂ, ਉਹਨਾਂ ਨੂੰ ਆਪਾਂ ਹਮਾਇਤ ਦੇਵਾਂਗੇ, ਤਾਂ ਮੈਂ ਇਹਦਾ ਖੰਡਨ ਕਰਦਾ। ਕਿਸੇ ਨੂੰ ਹਮਾਇਤ ਨਹੀਂ ਦੇਵਾਂਗੇ। ਕਿ ਨਵੀਂ ਪਾਰਟੀ ਬਣਾਈ ਜਾਏਗੀ? ਜੇ ਨਵੀਂ ਪਾਰਟੀ ਕੋਈ ਪੰਜਾਬ ਕੇਂਦਰਿਤ ਮਾਡਲ ਲੈ ਕੇ ਜਾਂ ਪੰਜਾਬ ਦੇ ਸਿਧਾਂਤਾਂ ਨੂੰ ਲੈ ਕੇ ਹੋਂਦ ਚਾਹੁੰਦੀ ਆ, ਆਪਾਂ ਉਹਦਾ ਸਮਰਥਨ ਕਰਾਂਗੇ। ਪਲੈਨਿੰਗ ਕਰ ਰਹੇ ਹੋ? ਜਾਂ ਕੋਈ ਬੰਦਾ ਇੰਡੀਵਿਜੂਅਲ ਤੌਰ ਤੇ ਵੀ ਪੰਜਾਬ ਪੱਖੀ ਗੱਲ ਕਰਦਾ, ਜਾਂ ਸਾਡੀ ਜਿਹੜੀ ਪੰਜਾਬ ਪ੍ਰਸਤ ਗੱਲ ਕਰਦਾ, ਆਪਾਂ ਉਹਦਾ ਵੀ ਅੱਛਾ, ਸਮਰਥਨ ਵਾਰਿਸ ਪੰਜਾਬ ਦੇ ਫੇਸਬੁੱਕ ਉੱਤੇ ਇੱਕ ਬਾਹਰ ਦਾ ਨੰਬਰ ਸੀ ਅਮਰੀਕਾ ਦਾ, ਉਹ ਨੰਬਰ ਕੀ ਦੱਸ? ਹਾਂਜੀ ਵਾਰਿਸ ਪੰਜਾਬ ਦੇ ਪੇਜ ਉੱਤੇ ਇੱਕ ਬੰਦੇ ਦਾ ਅਮਰੀਕਾ ਦਾ ਨੰਬਰ ਸੀ। ਹਾਂਜੀ, ਇਹ ਵੀ ਸੁਣ ਲਓ ਜੀ, ਇਹਦਾ ਵੀ ਜਵਾਬ। ਇਹ ਵੱਡੇ ਤੌਰ ਤੇ ਪ੍ਰਚਾਰਿਆ ਗਿਆ ਵੀ ਇੱਕ ਸਿੱਖ ਕੌਕਸ ਆ ਕੋਈ, ਜਿਹੜਾ ਮੈਂ ਵੀ ਲਫ਼ਜ਼ ਪਹਿਲੀ ਵਾਰੀ ਉਦੋਂ ਸੁਣਿਆ ਸੀ ਵੀ ਇਹ ਐਗਜ਼ਿਸਟ ਕਰਦਾ, ਤੇ ਉਹਦੇ ਨਾਲ ਦੀਪ ਸਿੱਧੂ ਜੁੜਿਆ ਹੋਇਆ। ਹੁਣ ਜਦੋਂ ਅਸੀਂ ਸ਼ੰਭੂ ਮੋਰਚਾ ਲਾਇਆ, ਸ਼ੰਭੂ ਮੋਰਚੇ 'ਚ ਵੱਖ-ਵੱਖ ਜਥੇਬੰਦੀਆਂ ਸਾਡੇ ਕੋਲੇ ਆਈਆਂ। ਉੱਥੇ ਸਾਡੇ ਕੋਲੇ ਜਿਹੜੇ ਕੁਝ ਆਪਣੀ ਇੱਕ ਜਥੇਬੰਦੀ ਸਾਰੇ ਸਤਿਕਾਰਯੋਗ ਆ, ਉਹ ਵੀ ਸਾਡੇ ਸਿੱਖ ਸਿਆਸਤ, ਉਹ ਵੀ ਸਾਡੇ ਕੋਲੇ ਆਏ, ਉਹਨਾਂ ਨੇ ਪੂਰੀ ਹਮਾਇਤ ਕੀਤੀ। ਅੱਛਾ, ਉਸ ਵੇਲੇ ਅਸੀਂ ਇੱਕ ਗੱਲ ਲੈ ਕੇ ਆਏ, ਕਿਉਂਕਿ ਕਿਸਾਨੀ ਸੰਘਰਸ਼ ਦੀ ਗੱਲ ਚੱਲ ਰਹੀ ਸੀ ਵੀ ਪੰਜਾਬ ਕੋਲੇ ਪੰਜਾਬ ਦਾ ਇੱਕ ਕੇਂਦਰਿਤ ਪੰਜਾਬ ਪੱਖੀ ਖੇਤੀਬਾੜੀ ਮਾਡਲ ਹੋਵੇ। ਇਹਦੇ ਲਈ ਆਪਾਂ ਇੱਕ ਮੁਹਿੰਮ ਸ਼ੁਰੂ ਕਰੋ ਵੀ ਪੰਜਾਬ ਪੱਖੀ ਖੇਤੀਬਾੜੀ ਮਾਡਲ ਦਾ ਜਿਹੜੀਆਂ ਪੈੜਾਂ ਨਾ, ਉਹ ਹਜੇ ਵੀ ਪਈਆਂ। ਇਹ ਗੱਲ ਫੇਰ 1849 ਚ ਚਲੀ ਜਾਂਦੀ ਹੈ, ਜਦੋਂ ਸਾਡੇ ਕੋਲੇ ਆਪਦਾ ਇੱਕ ਖੇਤੀਬਾੜੀ ਮਾਡਲ ਸੀ। ਉਸ ਤੋਂ ਬਾਅਦ ਸਾਨੂੰ ਸਮੇਂ-ਸਮੇਂ ਤੇ ਸਾਡਾ ਖੇਤੀਬਾੜੀ ਮਾਡਲ ਬਦਲਿਆ ਗਿਆ। ਇੱਕ ਮਿੰਟ ਬਾਈ। ਸੋ ਪੰਜਾਬ ਪੱਖੀ ਖੇਤੀਬਾੜੀ ਮਾਡਲ ਲਈ ਇੱਕ ਮੁਹਿੰਮ ਸ਼ੁਰੂ ਕੀਤੀ, ਜਿਹਦਾ ਨਾਮ ਵਾਰਿਸ ਪੰਜਾਬ ਦੇ ਬਣਾਇਆ ਗਿਆ। ਅੱਛਾ, ਉਹਦੇ ਤੇ ਇੱਕ ਨੰਬਰ ਜਿਹੜੇ ਬੈਠੇ ਸਰਦਾਰ ਜਗਜੀਤ ਸਿੰਘ, ਅੰਮ੍ਰਿਤਸਰ ਟਾਈਮਸ ਦੇ ਓਨਰ ਆ, ਮੈਂ ਕੋਈ ਝੂਠ ਨਹੀਂ ਬੋਲਦਾ, ਜਮਾਂ ਸੱਚੀ ਤੇ ਕੋਰੀ ਗੱਲ ਕਰਾਂਗੇ। ਉਹਨਾਂ ਨੂੰ ਕਿਹਾ ਵੀ ਤੁਹਾਡੇ ਕੋਲੇ ਕੋਈ ਕਿਉਂਕਿ ਉਸ ਸਿੱਖ ਸਿਆਸਤ ਨਾਲ ਵੀ ਐਸੋਸੀਏਸ਼ਨ ਹੈਗੀ ਆ, ਇਹ ਸਾਰੇ ਬੰਦਿਆਂ ਦੀ, ਜਾਂ ਇਹ ਬੰਦੇ ਵੈਸੇ ਵੀ ਇੱਕ ਪੰਜਾਬ ਲਈ ਦਰਦ ਰੱਖਦੇ ਆ ਸਾਰੇ, ਤੇ ਉਹਨਾਂ ਨੂੰ ਕਿਹਾ ਵੀ ਤੁਹਾਡਾ ਕੋਈ ਸਟਾਫ, ਕਿਉਂਕਿ ਸਾਡੇ ਕੋਲੇ ਤਾਂ ਰਿਸੋਰਸਸ ਨਹੀਂ ਹੈ, ਸਾਡੇ ਕੋਲੇ ਕੋਈ ਪਲੇਟਫਾਰਮ ਨਹੀਂ ਹੈ, ਨਵੇਂ ਬੰਦੇ ਆਏ ਆ। ਅੱਛਾ, ਤੇ ਵੀ ਤੁਹਾਡੇ ਕੋਲੇ ਕੋਈ ਬੰਦਾ ਹੋਵੇ ਜਿਹੜਾ ਕੋਈ ਵੈਬਸਾਈਟ ਬਣਾ ਸਕੇ, ਡਿਜ਼ਾਈਨ ਕਰ ਸਕੇ, ਤੁਹਾਡੇ ਕੋਲੇ ਕੋਈ ਉਹ ਬੰਦਾ ਹੋਵੇ ਜਿਹੜਾ ਇਹਦੇ ਤੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰ ਸਕੇ। ਤੇ ਉਹਨਾਂ ਨੇ ਆਪਦੇ ਬੰਦਿਆਂ ਦੀ ਡਿਊਟੀ ਲਾਤੀ, ਤੇ ਉਹ ਇੱਕ ਨੰਬਰ ਆਪਦੇ ਆਫਿਸ ਦਾ ਦਿੱਤਾ।
ਜਿਹੜਾ ਕਿ ਹੋ ਸਕਦਾ ਅਮਰੀਕਨ, ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਜਦੋਂ ਤੱਕ ਇਹ ਗੱਲ, ਜਦੋਂ ਮੈਂ ਇੰਟਰਵਿਊ ਸੁਣੀ ਨਾ, ਇੱਕ ਸਾਡੇ ਸੀਨੀਅਰ ਲਾਇਰ ਆ ਬੈਂਸ ਸਾਹਿਬ, ਉਹਨਾਂ ਨੇ ਇੰਟਰਵਿਊ ਦਿੱਤੀ ਤੇ ਉਹਨਾਂ ਨੇ ਮੈਨੂੰ ਪੂਰਾ ਹੀ ਜੋੜਤਾ ਉੱਥੇ, ਤੇ ਮੈਨੂੰ ਉਦੋਂ ਪਤਾ ਲੱਗਿਆ ਵੀ ਕੋਈ ਨੰਬਰ ਵੀ ਜਿਹੜਾ ਸੀ ਉਹ ਅਮਰੀਕਨ ਸੀ। ਹਾਲਾਂਕਿ ਅਮਰੀਕਨ ਨੰਬਰ ਹੋਣਾ ਕੋਈ ਗੁਨਾਹੀ ਨਹੀਂ ਆ, ਨੰਬਰ ਹੋਣਾ ਜਿਹੜਾ ਇੱਕ ਮਿੰਟ ਕਾਕਸ ਦੇ ਨਾਲ ਜੁੜਿਆ ਹੋਇਆ ਸੀ, ਨਹੀਂ ਬਾਈ ਜੀ, ਨਹੀਂ ਨੰਬਰ ਕੋਈ, ਮੇਰੇ ਕੋਲ ਤਸਵੀਰ ਹੈਗੀ ਕਿਹਦਾ ਨੰਬਰ ਹੈਗਾ, ਇਹ ਤੁਹਾਨੂੰ ਦਿਖਾ ਵੀ ਸਕਦਾ ਮੈਂ, ਦਿਖਾ ਸਕਦਾ। ਉਹੀ ਸੀ ਕਾਕਸ ਦੇ ਵਿੱਚ ਆ ਕੇ ਸਾਦਾ ਹੀ ਆਨਲਾਈਨ ਉਹ ਕਰਦੇ ਨਹੀਂ ਮੈਂ ਤੁਹਾਨੂੰ ਦੱਸਦਾ। ਸੋ ਤਾਂ ਇੱਕ ਮੈਂ ਤੁਹਾਨੂੰ ਗੱਲ ਦੱਸਦਾ, ਗੱਲ ਨੰਬਰਾਂ ਨੂੰ ਤੁਸੀਂ ਸਿੱਖ ਕਾਕਸ ਨਾਲ ਕਿਵੇਂ ਜੋੜ ਸਕਦੇ ਹੋ, ਇਹ ਤਾਂ ਇਹ ਕਿਹੜੇ ਪੈਮਾਨੇ ਹੋ ਗਏ। ਸੋ ਗੱਲ ਇਹ ਆ, ਜਿਹੜਾ ਜਵਾਬ ਸੀ ਉਹ ਮੈਂ ਤੁਹਾਨੂੰ ਦੇਤਾ, ਇਹਨੂੰ ਆਪਾਂ ਹੁਣ ਜਿੰਨਾ ਮਰਜ਼ੀ ਵਧਾਈ ਜਾਈਏ ਗੱਲ ਨੂੰ। ਮੇਰਾ ਇਹ ਗੱਲ ਮੈਂ ਅੱਜ ਵੀ ਕਹਿ ਰਿਹਾ ਤੇ ਅੱਜ ਤੋਂ 10 ਸਾਲਾਂ ਬਾਅਦ ਵੀ ਕਹੂੰਗਾ ਵੀ ਮੇਰਾ ਆਪਦਾ ਕਿਸੇ ਕਾਕਸ ਨਾਲ ਕੋਈ ਸਬੰਧ ਨਹੀਂ ਆ, ਮੇਰਾ ਆਪਦਾ ਕਿਸੇ ਹੋਰ ਜਥੇਬੰਦੀ ਨਾਲ ਸਬੰਧ ਨਹੀਂ ਆ, ਕਿਸੇ ਪੋਲੀਟੀਕਲ ਪਾਰਟੀ ਨਾਲ ਸਬੰਧ ਨਹੀਂ ਆ, ਹਨਾ, ਕਿਸੇ ਹੋਰ ਢਾਂਚੇ ਨਾਲ ਸਬੰਧ ਨਹੀਂ ਆ ਜਿਹੜਾ ਪੰਜਾਬ ਪੱਖੀ ਨਾ ਹੋਵੇ। ਭਾਈ ਜੀ ਥੋੜੇ ਜਿਹੇ ਸਵਾਲ ਇੱਧਰ ਵੀ ਲੈ ਕੇ ਆਈਏ। ਹਾਂਜੀ ਕੈਪੀਟਲਿਜ਼ਮ ਦੀ ਗੱਲ ਕਰ ਰਹੇ ਹੋ ਕਿ ਸੋਸ਼ਲ ਸਟਰਕਚਰ ਨੂੰ ਡੈਮੇਜ ਕਰ ਦਿੱਤੀ ਹੈ। ਹਾਂਜੀ। ਜੋ ਮੌਜੂਦਾ ਸਟਰਕਚਰ ਕੈਪੀਟਲਿਜ਼ਮ ਦਾ ਹੈ, ਹਾਂਜੀ, ਕਿਤੇ ਨਾ ਕਿਤੇ ਜੋ ਮੌਜੂਦਾ ਸਟਰਕਚਰ ਹੈ ਕੈਪੀਟਲਿਜ਼ਮ ਦਾ, ਉਹ ਵੈਸਟਰਨ ਸੁਸਾਇਟੀ ਤੋਂ ਆਪਣੇ ਕੋਲ ਆਇਆ ਹੈਗਾ, ਵੈਸਟਰਨ ਜੋ WTO ਮਾਡਲ ਹੈ। ਯੈਸ ਯੂ ਰਾਈਟ। ਹਾਂਜੀ, ਤੁਸੀਂ ਨਹੀਂ ਜ਼ਰੂਰ ਨਹੀਂ ਲੱਗਦਾ ਕਿ ਜਿਹੜਾ ਵੈਸਟਰਨ ਕਲਚਰ ਹੈ ਕਿਤੇ ਨਾ ਕਿਤੇ ਪੂਰੀ ਦੁਨੀਆ ਦੇ ਉੱਪਰ ਹਾਵੀ ਹੋ ਰਿਹਾ ਹੈ ਕੈਪੀਟਲਿਜ਼ਮ ਦੇ ਹੋਣ ਦੇ ਬਾਵਜੂਦ ਵੀ? ਬਿਲਕੁਲ ਸਹੀ ਗੱਲ ਹੈ। ਇਹਦੇ ਲਈ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਜਿਹੜੇ ਤੁਸੀਂ ਇਹ ਦੇਖੋ ਵੀ ਵੈਸਟਰਨ ਕਲਚਰ ਆ ਜਿਹੜਾ, ਉਹਨਾਂ ਨੇ ਮਾਡਰਨ ਐਜੂਕੇਸ਼ਨ ਹੈ ਇਹਨਾਂ ਦੀ, ਇਹਨੇ ਮੇਰਾ ਸਵਾਲ ਇਹ ਸੀ ਤਾਂ ਫਿਰ ਕਿ ਵੈਸਟਰਨ ਕਲਚਰ ਦਾ ਜਿਹੜਾ ਸਟਰਕਚਰ ਹੈਗਾ ਉਹ ਕੈਪੀਟਲਿਜ਼ਮ ਨੇ ਤਬਾਹ ਨਹੀਂ ਕੀਤਾ? ਕੈਪੀਟਲਿਜ਼ਮ ਨੇ ਵੈਸਟਰਨ ਕਲਚਰ ਨੂੰ ਤਬਾਹ ਕੀਤਾ? ਨਹੀਂ, ਪਹਿਲਾਂ ਤਾਂ ਇਹ ਦੇਖੋ ਵੈਸਟਰਨ ਕਲਚਰ ਸੀ ਕੀ, ਉੱਥੇ ਵੀ ਸਾਡੇ ਵਾਂਗੂ ਐਥਨਿਕ ਲੋਕ ਰਹਿੰਦੇ ਸੀ, ਸਾਡੇ ਵਾਂਗੂ ਉਹ ਐਬਰੀਜਨਲਸ ਰਹਿੰਦੇ ਸੀ। ਯੂਰਪੀਅਨਸ ਨੇ ਜਾ ਕੇ ਉਹਨਾਂ ਨੂੰ ਦੱਬਿਆ, ਉਹਨਾਂ ਦੇ ਕਲਚਰ ਨੂੰ ਖਤਮ ਕੀਤਾ, ਉਹ ਕੌਮ ਨੂੰ ਖਤਮ ਕੀਤਾ, ਇੱਥੋਂ ਤੱਕ ਕਿ ਉਹਨਾਂ ਤੇ ਜ਼ੁਲਮ ਕਰਕੇ ਉਹਨਾਂ ਨੂੰ ਪੜਾਉਣ ਲੈ ਕੇ ਜਾਂਦੇ ਹੁੰਦੇ ਸੀ ਆਪਦੇ ਸਿਰ 'ਚ ਇੰਸਟੀਚਿਊਟਸ 'ਚ, ਹਨਾ। ਉਹਨਾਂ ਦੀ ਨਸਲਕੁਸ਼ੀ ਹੋਈ ਆ, ਮਾਨਸਿਕ ਵੀ ਸੱਭਿਆਚਾਰਕ ਵੀ। ਸਾਡੇ ਨਾਲ ਕੀ ਹੋ ਰਿਹਾ ਤੁਸੀਂ ਇਹ ਦੇਖੋ, 150 ਸਾਲ ਤੋਂ ਤੁਸੀਂ ਇੱਕ ਨਸਲਕੁਸ਼ੀ ਦੇ ਸ਼ਿਕਾਰ ਹੋ ਰਹੇ ਹੋ। ਇਹ ਤਾਂ ਸਾਡੇ ਪੰਜਾਬ ਦੇ ਬੰਦਿਆਂ ਨੂੰ ਅਸੀਂ ਸ਼ਾਬਾਸ਼ੀ ਦਈਏ ਵੀ ਸਾਡੇ ਤੇ ਰਾਜ ਵੀ ਆਪਦਾ ਨਹੀਂ ਰਿਹਾ। 150 ਸਾਲ ਤੋਂ ਅਸੀਂ ਕਿਸੇ ਹੋਰ ਰਾਜ ਦੇ ਅਧੀਨ ਵੀ ਚੱਲੇ ਆ ਰਹੇ ਹਾਂ ਤੇ ਅਸੀਂ ਤਾਂ ਵੀ ਆਪਦੀ ਸੱਭਿਆਚਾਰਕ ਹੋਂਦ ਨੂੰ ਖੜੀ ਰੱਖੇ ਤੇ ਆਪਦੀ ਜਜ਼ਬਾ ਸਾਡੇ ਅੰਦਰ ਲੜਨ ਦਾ ਖੜਾ ਰੱਖਿਆ। ਸੋ ਵੈਸਟਰਨ ਕਲਚਰ ਸੀ ਜਿਹੜਾ, ਪਹਿਲਾਂ ਤਾਂ ਵੈਸਟਰਨ ਕਲਚਰ ਦੀ ਪਰਿਭਾਸ਼ਾ ਸਮਝੋ। ਵੈਸਟਰਨ, ਜੇ ਆਪਾਂ ਅਮਰੀਕਨ ਅੱਜ ਜਿਹੜੀ ਇੱਕ ਡੋਮੀਨੇਸ਼ਨ ਆ ਜਿਹੜੀ ਹਨਾ ਦੁਨੀਆ ਤੇ, ਉਹ ਅਮਰੀਕਨਸ ਦੀ ਆ ਜਾਂ ਉਹਨਾਂ ਦੀ ਆਈਡੀਓਲੋਜੀਜ਼ ਦੀ ਆ ਜਾਂ ਉੱਥੇ ਕਾਰਪੋਰੇਟਸ ਦੀ ਆ, ਉਹਨਾਂ ਦੇ ਹਨਾ ਮਲਟੀਨੈਸ਼ਨਲਸ ਦੀ ਆ, ਉਹ ਵੀ ਉਹਨਾਂ ਦੀ ਆਪਦੀ ਨਹੀਂ ਆ। ਅਮਰੀਕਨ ਨੇਟਿਵਸ ਤਾਂ ਕੋਈ ਹੋਰ ਲੋਕ ਸੀ ਨਾ ਜਿਹੜੇ ਜਮਾਂ ਹੀ ਖਤਮ ਕਰ ਦਿੱਤੇ ਗਏ। ਸੋ ਇਸ ਕਰਕੇ ਉਹ ਨੇਟਿਵਸ ਉੱਥੇ ਖਤਮ ਕੀਤੇ, ਸਾਡੀ ਐਥਨਿਸਿਟੀ, ਸਾਡੀ ਇੱਥੇ ਜਿਹੜੇ ਨੇਟਿਵ ਸਾਡੇ ਕੋਲੇ ਸਾਡੀਆਂ ਕਦਰਾਂ ਕੀਮਤਾਂ ਰਵਾਇਤਾਂ ਇਹ ਖਤਮ ਕਰਨ ਤੇ ਲੱਗੇ ਹੋਏ ਆ। ਆਪਣੀ ਰੈਜ਼ਿਸਟੈਂਸ ਤੇ ਲੜਾਈ ਇਹ ਹੈ ਨਾ ਬਾਈ ਜੀ, ਇਹੀ ਤਾਂ ਆਪਾਂ ਲੜ ਰਹੇ ਹਾਂ। ਸੋ ਕੈਪੀਟਲਿਜ਼ਮ ਉੱਥੇ ਵੀ ਜਿਹੜਾ ਆਇਆ ਉਹ ਉਹਨਾਂ ਦਾ ਆਪਦਾ ਪੈਦਾ ਕੀਤਾ ਨਹੀਂ ਆ। ਫਿਰ ਵੀ ਕੈਪੀਟਲਿਜ਼ਮ ਜੇ ਆ ਵੀ ਰਿਹਾ, ਆਪਾਂ ਜਮਾਂ ਪਦਾਰਥਵਾਦ ਨੂੰ ਰੱਦ ਨਹੀਂ ਕਰ ਰਹੇ, ਆਪਾਂ ਗੱਲ ਕੀ ਕਰ ਰਹੇ ਹਾਂ ਵੀ ਚੈਕਸ ਐਂਡ ਬੈਲੈਂਸਸ ਹੋਣੇ ਚਾਹੀਦੇ ਆ ਸਮਾਜ 'ਚ ਕੈਪੀਟਲਿਜ਼ਮ ਦੇ ਅਗੇਂਸਟ। ਜੇ ਚੈਕਸ ਐਂਡ ਬੈਲੈਂਸਸ ਨਹੀਂ ਰੱਖਾਂਗੇ ਔਰ ਸੂਖਮ ਪੱਧਰ ਤੇ ਨਹੀਂ ਰੱਖਾਂਗੇ ਤਾਂ ਫਿਰ ਜਿਹੜਾ ਇੰਬੈਲੈਂਸ ਆ ਉਹਨੇ ਕ੍ਰੀਏਟ ਹੋਣਾ ਹੀ ਹੋਣਾ। ਸਿੱਧੂ ਸਾਹਿਬ, ਇਹ ਜਿਹੜੀ ਤੁਸੀਂ ਜਥੇਬੰਦੀ ਐਲਾਨ ਰਹੇ ਹੋ ਵਾਰਸ ਪੰਜਾਬ ਦੇ, ਇਹਦੀਆਂ ਅਹੁਦੇਦਾਰੀਆਂ ਵੀ ਐਲਾਨ ਰਹੇ ਹੋ, ਅੱਗੇ ਦਾ ਜਿਹੜਾ ਸਟਰਕਚਰ ਆ ਪੰਜਾਬ ਦੇ ਵਿੱਚ, ਕਿਹੋ ਜਿਹਾ ਤੁਸੀਂ ਸਟਰਕਚਰ ਪਿੰਡ ਪੱਧਰ ਤੇ ਜਾਂ ਜ਼ਿਲ੍ਹਾ ਪੱਧਰ ਤੇ ਜਿਵੇਂ ਦਾ ਪੋਲੀਟੀਕਲ ਪਾਰਟੀਆਂ ਹੁੰਦਾ ਉਹੋ ਜਿਹਾ ਸਟਰਕਚਰ ਬਣਾਓਗੇ ਜਾਂ ਉਹ ਤੋਂ ਕੁਝ ਵੱਖਰਾ ਸਟਰਕਚਰ? ਨਹੀਂ ਜੀ, ਇਹ ਮੈਂ ਤੁਹਾਨੂੰ ਇੱਕ ਗੱਲ ਉਹੀ ਕਲੀਅਰ ਕਰਦਾ, ਅਸੀਂ ਜਿਹੜਾ ਆਪਦਾ ਮਾਡਲ ਰੱਖਾਂਗੇ ਨਾ ਜਥੇਬੰਦੀ ਦਾ, ਉਹ ਸਾਡੀ ਜਿਹੜੇ ਆ ਉਹਨਾਂ ਨੂੰ ਪੜ੍ਹੋ। ਜਿਹੜੇ ਇੱਕ JW ਰਾਈਟਿੰਗ, ਉਹਨਾਂ ਨੇ ਇੱਕ ਕਿਤਾਬ ਲਿਖੀ ਆ ਬਹੁਤ ਵੱਡੀ ਐਜੂਕੇਸ਼ਨ ਸਿਸਟਮ ਤੇ ਵੀ, ਉਹਨਾਂ ਨੇ ਇਹ ਕਿਹਾ ਵੀ ਉਸ ਵੇਲੇ ਜਿਹੜਾ ਰਾਜ ਸੀ ਉੱਥੇ ਐਜੂਕੇਸ਼ਨ ਪ੍ਰਬੰਧ ਔਰ ਕਿਤਾਬ 2000 ਪੰਨੇ ਦੀ ਹੋ ਕਮ ਸੇ ਕਮ, ਉਹ ਯੂਰਪੀਅਨ ਸਟੇਟਸ ਤੋਂ ਵੀ ਵਧੀਆ ਸੀ। ਭਾਵੇਂ ਇਸ ਕਰਕੇ ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਜਿਹੜਾ ਕੋਈ ਇਹ ਕਹੀਏ ਵੀ ਅਸੀਂ ਉਹਨਾਂ ਤੋਂ ਕੋਈ ਸਟਰਕਚਰ ਦੀ ਕੁਝ ਉਦਾਹਰਨ ਹੀ ਲੈ ਲਈਏ ਸਟਰਕਚਰ ਪੱਖੋਂ, ਉਹ ਨਹੀਂ ਲਵਾਂਗੇ।
ਅਸੀਂ ਆਪਦੀਆਂ ਰਵਾਇਤਾਂ ਤੋਂ ਚੀਜ਼ਾਂ ਸਿੱਖ ਕੇ ਤੇ ਸਟਰਕਚਰ ਉਸ ਹਿਸਾਬ ਨਾਲ ਸਿਰਜਾਂਗੇ। ਉਹ ਚਾਹੇ ਪਿੰਡ ਪੱਧਰ ਤੇ ਹੋਵੇ, ਚਾਹੇ ਬਲਾਕ ਪੱਧਰ ਤੇ ਹੋਵੇ, ਚਾਹੇ ਜ਼ਿਲ੍ਹਾ ਪੱਧਰ ਤੇ ਹੋਵੇ, ਤੇ ਉਸ ਹਿਸਾਬ ਨਾਲ ਫਿਰ ਅਹੁਦੇਦਾਰੀਆਂ ਕੀ ਹੁੰਦੀਆਂ, ਸਾਰਿਆਂ ਨੇ ਸੰਘਰਸ਼ ਹੀ ਕਰਨਾ ਤੇ ਉਹ ਐਲਾਨੀਆਂ ਜਾਣਗੀਆਂ। ਸੋਸ਼ਲ ਆਰਗੇਨਾਈਜੇਸ਼ਨ ਸੁਖਰਾਜ ਸਿੰਘ ਨੂੰ ਸਵਾਲ ਕਰਦੇ ਸੁਖਰਾਜ ਸਿੰਘ ਹਾਂਜੀ ਬਾਈ ਜੀ ਆਓ। ਇਹਨਾਂ ਦਾ ਆ ਚੱਲ ਰਿਹਾ ਪੰਜਾਬ ਦੇ ਵਿੱਚ ਪਿਛਲੀ ਸਰਕਾਰ ਬਣੀ ਸੀ, ਬਰਗਾੜੀ ਜਿਹੜਾ ਮਹਿਬਲ ਕਲਾ ਗੋਲੀकांड ਹੋਇਆ ਸੀ ਉਹਦੇ ਤੇ ਹੁਣ ਸਰਕਾਰ ਜਲਦੀ ਸਰਕਾਰ ਬਦਲੀ ਗਈ ਆ। ਇਹ ਕੀ ਮਸਲਾ ਫੇਰ ਉੱਠਿਆ ਵੀ ਇਨਸਾਫ ਨਹੀਂ ਦਿੱਤਾ ਜਾ ਰਿਹਾ, ਚਾਹੇ ਉਹ ਬੇਅਦਬੀ ਦਾ ਹੋਵੇ ਚਾਹੇ ਮਹਿਬਲ ਕਲਾ ਗੋਲੀकांड ਦਾ। ਤੇ ਹੁਣ ਜਿਹੜੀ ਨਵੀਂ ਸਰਕਾਰ ਬਣੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਮੈਂ ਜੀ ਪਹਿਲਾਂ ਤਾਂ ਮੈਂ ਗੱਲ ਕਲੀਅਰ ਕਰ ਦੇਣਾ ਕਿ ਸਰਕਾਰ ਮਹਿਬਲ ਕਲਾ ਗੋਲੀकांड ਦਾ ਲਾ ਲਓ ਚਾਹੇ ਬੇਅਦਬੀ ਦੀ ਗੱਲ ਕਰੋ, ਉਹ ਤੇ ਇਨਸਾਫ ਦੇ ਨਹੀਂ ਸਕਦੀ, ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ। ਉਹ ਕਿਵੇਂ ਹੋ ਚੁੱਕੀ ਹੈ? ਜੇ ਆਪਾਂ ਇਨਵੈਸਟੀਗੇਸ਼ਨਾਂ ਦੀ ਗੱਲ ਕਰੀਏ ਤਾਂ ਸਾਨੂੰ ਬੇਅਦਬੀ ਦੀ ਇਨਵੈਸਟੀਗੇਸ਼ਨ ਸੀ ਜਿਹੜੀ, ਉਹਦੇ 'ਚ ਵੀ ਕੁਝ ਨਹੀਂ ਮਿਲਿਆ। 5 ਕੁ ਬੰਦਿਆਂ ਦੇ ਜਾਂਚ ਕਰਵਾਈ ਗਈ ਹੈ ਤੇ 5 ਤੋਂ 6 ਬੰਦੇ ਦੇ ਜਾਂਚ ਨਹੀਂ ਲੈ ਕੇ ਜਾ ਸਕੇ। ਨਵੀਂ ਸਰਕਾਰ ਜੇ ਬਣੀ ਆ ਤਾਂ ਗੋਲੀकांड ਦੇ ਦੋਸ਼ੀਆਂ ਦੀ ਗੱਲ ਕਰੀਏ, ਉਸ ਟਾਈਮ ਦੇ ਸਾਬਕਾ ਡੀਜੀਪੀ ਸਮੇਤ ਸੈਣੀ ਦਾ ਨਾਮ ਆਉਂਦਾ, ਜਿਹੜਾ ਅੱਜ 2022 ਤੱਕ ਉਸੇ ਕੋਰਟ ਦੇ ਵਿੱਚੋਂ ਬਲੈਂਕਟ ਬੇਲ ਲਾ ਲਓ ਜਾਂ ਆਪਣੀ ਜ਼ਮਾਨਤ ਲਈ ਬੈਠਾ ਕਿ ਉਹਨੂੰ 2022 ਤੱਕ ਤੁਸੀਂ ਗ੍ਰਿਫਤਾਰ ਨਹੀਂ ਕਰ ਸਕਦੇ। ਸੋ ਸਿਰਫ ਇੱਕ ਝੂਠੇ ਵਾਅਦਿਆਂ ਦੀ ਸਰਕਾਰ ਆ, ਕੁਝ ਕੁ ਦਿਨਾਂ ਦੀ ਸਰਕਾਰ ਆ। 2022 ਦੇ ਮੁੱਦੇ ਨੂੰ ਮੁੱਖ ਰੱਖ ਕੇ ਜਿਹੜੀ ਸਰਕਾਰ ਬਣਾਈ ਗਈ ਇਹਨਾਂ ਨੇ। ਜਿਵੇਂ ਇਹਨਾਂ ਨੇ ਕਿਹਾ ਸੋਸ਼ਲ ਆਰਗੇਨਾਈਜੇਸ਼ਨ ਤੁਸੀਂ ਬੇਅਦਬੀ ਦੇ ਇਸ਼ੂ ਤੇ ਵੀ ਲੜਦੇ ਰਹੇ ਹੋ, ਬੇਅਦਬੀ ਦੇ ਇਸ਼ੂ ਦਾ ਇਨਸਾਫ ਲੈਣਾ ਪੋਲੀਟੀਕਲ ਲੜਾਈ ਹੈ, ਤਾਂ ਇਹ ਜਥੇਬੰਦੀ ਦਾ ਮੈਚ ਹੈ। ਜਿਵੇਂ ਆਪਾਂ ਦੇਖਿਆ ਕਿ ਤੁਸੀਂ ਵੀ ਦੱਸਿਆ ਕਿ ਬੇਅਦਬੀ ਦਾ ਇਨਸਾਫ ਮਿਲਣ ਦਾ ਲੱਗਦਾ ਨਹੀਂ, ਤਾਂ ਇਸ ਜਥੇਬੰਦੀ ਦੇ ਮੰਚ ਤੋਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਲੜਾਈ ਲੜੀ ਜਾਊਗੀ। ਬਾਈ ਜੀ ਸਾਡਾ ਜਿਹੜਾ ਮੋਟਿਵ ਇਹ ਆ, ਪੰਜਾਬ ਦੇ ਜਿਹੜੇ ਗਰਾਊਂਡ ਪੱਧਰ ਦੇ ਮੁੱਦੇ ਆ ਉਹਨਾਂ ਨੂੰ ਲੋਕਾਂ ਦੇ ਵਿੱਚ ਜਨਤਕ ਕਰਨਾ। ਸਾਨੂੰ ਸਾਡੇ ਅਤੀਤ ਨਾਲੋਂ ਸਾਡੇ ਹੋਂਦ ਨਾਲੋਂ ਤੋੜਿਆ ਜਾ ਰਿਹਾ ਇਸ ਸਟਰਕਚਰ ਦੇ ਵਿੱਚ। ਕਿਵੇਂ ਵਾਰ-ਵਾਰ ਸਾਡੇ ਗੁਰੂ ਘਰਾਂ ਦੀ ਬੇਅਦਬੀ, ਗੁਰਬਾਣੀ ਦੀ ਬੇਅਦਬੀ, ਉਹਨੂੰ ਰੋਕਣਾ ਤਾਂ ਕੀ ਸੀ, ਸਾਡੇ ਗੁਰੂ ਘਰਾਂ ਨੂੰ ਅੱਗਾਂ ਲੱਗ ਰਹੀਆਂ। ਸੋ ਲੋਕਾਂ ਨੂੰ ਸਾਡੇ ਇਤਿਹਾਸ ਨਾਲ ਜੋੜਨਾ ਚੱਲ ਨਹੀਂ ਰਿਹਾ ਬਾਈ। ਸਾਡਾ ਇਹੀ ਹੈ ਕਿ ਬੇਅਦਬੀ ਦੇ ਇਨਸਾਫ ਦੀ ਮੈਂ ਗੱਲ ਕਰਾਂ ਤਾਂ ਸਾਨੂੰ ਸਰਕਾਰ ਤੋਂ ਆਸ ਹੀ ਨਹੀਂ ਰਹੀ ਹੈ। ਸੋ ਬੇਅਦਬੀ ਦਾ ਇਨਸਾਫ ਅਸੀਂ ਇਹ ਸਰਕਾਰ ਤੋਂ ਲੈਣਾ ਹੀ ਨਹੀਂ ਚਾਹੁੰਦੇ। ਸਮਝੋ ਸਰਕਾਰ ਦੀ ਮਨਸ਼ਾ ਕਲੀਅਰ ਆ। ਸਰਕਾਰ ਦੀ ਮਨਸ਼ਾ ਜਿਹੜੀ ਸਰਕਾਰ 2-4 ਮਹੀਨਿਆਂ ਵਾਸਤੇ ਲੋਕਾਂ ਤੋਂ ਟਾਈਮ ਲੈ ਕੇ ਆਈ ਸੀ ਕਿ 5-4 ਮਹੀਨਿਆਂ ਦੇ ਵਿੱਚ ਅਸੀਂ ਬੇਅਦਬੀ ਦਾ ਹੱਲ ਕਰਾਂਗੇ, ਨਸ਼ਿਆਂ ਨੂੰ ਰੋਕਾਂਗੇ, ਉਸ ਦੇ ਵਿੱਚੋਂ ਫੇਲ ਹੋਈ ਹੈ ਕਿ ਅੱਜ 4.5 ਤੋਂ ਪੌਣੇ 5 ਸਾਲ ਦਾ ਸਮਾਂ ਸਰਕਾਰ ਨੇ ਲੋਕਾਂ ਨੂੰ ਇੱਕ ਲੋਲੀਪੌਪ ਦੇ ਕੇ ਦਬਾਇਆ ਹੈ, ਤਾਂ ਰਹਿੰਦੇ 3-4 ਮਹੀਨਿਆਂ ਦੇ ਵਿੱਚ ਆਪਾਂ ਕਿਵੇਂ ਕਹਾਂਗੇ ਵੀ ਇਨਸਾਫ ਦੇ ਦੇਣਗੇ ਜਿਨ੍ਹਾਂ ਦੀ ਆਪਦੀ ਕੈਬਨਿਟ ਕੀਤੀ ਹੈ। ਸਟਰਗਲ ਚੱਲਦਾ, ਦੋਸ਼ੀਆਂ ਖਿਲਾਫ ਸਟਰਗਲ ਚੱਲਦਾ ਰਹੂਗਾ। ਉਹ ਇਹਨਾਂ ਦੇ ਸਟਰਕਚਰ 'ਚ ਰਹਿ ਕੇ ਜਿਹੜੇ ਰਾਹ ਬਣਨਗੇ, ਜਿਉਂ ਕੋਰਟਾਂ ਦੇ ਵਿੱਚ ਜਾਣਗੇ, ਸਾਡੇ ਵਕੀਲ ਬਾਅਦ ਦਲੀਲ ਤੇ ਉੱਥੇ ਗੱਲ ਕਰਨਗੇ, ਜੇ ਉਹ ਇਨਵੈਸਟੀਗੇਸ਼ਨ ਜੁਆਇਨ ਕਰਨਗੇ ਸਾਡੇ ਵਕੀਲ। ਦੇਖੋ ਇਹਦੇ ਵਿੱਚ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਸਹਿਯੋਗ ਕਰੂਗੀ ਤਾਂ ਗਵਰਨਮੈਂਟ ਗੁੱਡ ਹੈ, ਨਹੀਂ ਜੋ ਮੈਂ ਅੱਜ ਤੋਂ 6 ਸਾਲ ਪਹਿਲਾਂ ਦਾ ਲੜਦਾ ਆ ਰਿਹਾ ਤਾਂ ਉਹ ਵੀ ਅਸੀਂ ਇਸ ਵੈਨਿਊ ਵਿੱਚ ਲੜ ਸਕਦੇ ਹਾਂ। ਧੰਨਵਾਦ। ਹਾਂਜੀ ਇੱਕ ਹੋਰ ਗੱਲ ਆਪਾਂ ਇੱਥੇ ਕਰਨੀ ਬੜੀ ਜ਼ਰੂਰੀ ਆ ਸਾਡੇ ਲਈ। ਦੇਖੋ ਸਾਡੇ ਤੇ ਵਾਰ-ਵਾਰ ਚੀਜ਼ਾਂ ਥੋਪੀਆਂ ਜਾਂਦੀਆਂ, ਵਾਕਈ ਅਸੀਂ ਵਿਕਟਮ ਆ। ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀ ਭਾਈ, ਨਸ਼ੇ ਸਾਡੇ ਤੇ ਥੋਪੇ ਗਏ ਆ, ਸਟੇਟ ਸਪਾਂਸਰਡ ਆ। ਦੁਨੀਆ 'ਚ ਤੁਸੀਂ ਉਦਾਹਰਨਾਂ ਲੈ ਲਓ, ਜਿੱਥੇ ਜਿੱਥੇ ਕੌਮਾਂ ਦੇ ਸੱਭਿਆਚਾਰ ਨੂੰ ਖਤਮ ਕੀਤਾ ਗਿਆ ਉੱਥੇ ਇਹ ਮਾਹੌਲ ਸਿਰਜੇ ਜਾਂਦੇ ਆ। ਜਿਹੜਾ ਨਸ਼ਾ ਉਹ ਸਟੇਟ ਸਪਾਂਸਰਡ ਇੱਕ ਮੁਹਿੰਮ ਚਲਾਈ ਜਾਂਦੀ ਹੈ। ਅਗਲੀ ਗੱਲ ਜਿਹੜੀ ਸਾਡੇ ਤੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਦੀਆਂ ਵਾਰ-ਵਾਰ ਘਟਨਾਵਾਂ ਹੋ ਰਹੀਆਂ। ਤੁਸੀਂ ਇੱਕ ਗੱਲ ਸਮਝੋ, ਹੁਣ ਤੁਸੀਂ ਕਹਿੰਦੇ ਹੋ ਵੀ ਸਟਰਗਲ ਕਰੋ, ਇਹ ਆਪਾਂ ਸਰਕਾਰਾਂ ਤੋਂ ਹਨਾ ਨਿਆਂ ਦੀ ਆਸ ਰੱਖੀਏ। ਇਹ ਤਾਂ ਪ੍ਰੋਜੈਕਟ ਹੀ ਕਿਤੋਂ ਸਟੇਟ ਚਲਾਉਂਦੀ ਆ, ਉੱਥੋਂ ਚੱਲਦਾ। ਕਿਵੇਂ? ਜਦੋਂ ਕੋਈ ਪੁਲਿਸ ਕਿਸੇ ਬੰਦੇ ਨੂੰ ਫੜਦੀ ਆ ਜਿਹਨੇ ਨਿਰਾਦਰ ਕਰਨ ਦੀ ਕੋਸ਼ਿਸ਼ ਕੀਤੀ ਤੇ ਕਹਿ ਦਿੰਦੇ ਆ ਇਹ ਤਾਂ ਮੈਂਟਲੀ ਤੌਰ ਤੇ ਸਟੇਬਲ ਨਹੀਂ ਸੀ, ਇਹ ਪਾਗਲ ਸੀ। ਪਰ ਤੁਸੀਂ ਇਹ ਗੱਲ ਇਹ ਹੋਈ
ਵੀ ਅੱਖਾਂ ਬੰਦ ਕਰਕੇ ਆਪਾਂ ਤੀਰ ਛੱਡਿਆ ਤੇ ਉਹ ਜਾ ਕੇ ਨਿਸ਼ਾਨੇ ਤੇ ਵੱਜਿਆ ਹਰ ਵਾਰ। ਇਹ ਗੱਲ ਕੀ ਹੁੰਦੀ ਆ? ਜਿਹੜਾ ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ ਇੱਕ ਆਪਣਾ ਫਲਸਫੇ ਆ ਨਾ, ਇਹ ਉਹਨੂੰ ਸੱਟ ਮਾਰਦੇ ਆ, ਉਸ ਸੱਭਿਆਚਾਰ ਨੂੰ ਖਤਮ ਕਰਨ ਦੀਆਂ ਗੱਲਾਂ। ਸਾਡੇ ਨਸ਼ੇ, ਸਾਡੇ ਤੇ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਹੋਵੇ, ਕਿਸਾਨੀ ਸੰਘਰਸ਼ ਆਪਾਂ ਲੜੀ ਜਾਂਦੇ ਆ, ਇਹ ਵੀ ਉਸ ਪੋਲੀਟੀਕਲ ਸਟਰਕਚਰ ਚੋਂ ਹੀ ਨਿਕਲਿਆ ਨਾ। ਅਗਲੀ ਗੱਲ ਜਿਹੜੀ ਆਪਾਂ ਸਮਝਣੀ ਸਾਡੇ ਲਈ ਬੜੀ ਜ਼ਰੂਰੀ ਆ, ਹੁਣ ਜੇ ਅਸੀਂ ਕਹੀਏ ਵੀ ਅਸੀਂ ਇਸ ਸਟਰਕਚਰ ਚੋਂ, ਸਟਰਕਚਰ ਨੇ ਸਾਨੂੰ ਅੱਜ ਤੱਕ, ਜੇ ਸਟਰਕਚਰ ਹੀ ਸਾਨੂੰ ਕੋਈ ਸੋਲੂਸ਼ਨ ਦਿੰਦਾ ਹੁੰਦਾ ਤੇ ਆਪਾਂ ਇਸ ਥਾਂ ਤੇ ਆ ਕੇ ਖੜੇ ਨਹੀਂ ਹੋਣਾ ਸੀ ਵੀ ਜਿੱਥੇ ਅੱਜ ਪੰਜਾਬ ਦਾ ਸੋਸ਼ਲ ਰਿਐਲਿਟੀ ਖੜ ਗਈ। ਮੇਰੀ ਇੱਕ ਛੋਟਾ ਲਾਸਟ ਛੋਟਾ ਸਵਾਲ ਹੈ ਕਿ ਤੁਹਾਡੀ ਸਾਰੀ ਪੋਲੀਟੀਕਲ ਐਕਟੀਵਿਟੀ ਪੰਜਾਬ ਦੇ ਵਿੱਚ ਐਕਟਿਵਲੀ ਕਿਸਾਨੀ ਸੰਘਰਸ਼ ਤੋਂ ਸ਼ੁਰੂ ਹੋਈ ਹੈ। ਹਾਂਜੀ। ਜੇ ਆਪਾਂ ਦੇਖੀਏ ਤਾਂ ਹੁਣ ਇਸ ਤੋਂ ਬਾਅਦ ਤੁਸੀਂ ਵਾਰਸ ਪੰਜਾਬ ਲਾਂਚ ਕਰ ਰਹੇ ਹੋ, ਤੁਹਾਡਾ ਕਿਸਾਨੀ ਮੋਰਚੇ ਨਾਲ ਕਿਸੇ ਕਿਸਮ ਦਾ ਕੋਈ ਤਾਲੁਕ ਹੈਗਾ ਜਾਂ ਨਹੀਂ ਹੈਗਾ? ਸਿੱਧਾ ਪੂਰਾ ਤਾਲੁਕ ਹੈ ਜੀ, ਕਿਸਾਨੀ ਸੰਘਰਸ਼ ਦੇ ਨਾਲ ਖੜੇ ਆ। ਉਹਦੇ ਪ੍ਰਗਟਾਵੇ ਕੀ ਹੋਣਗੇ ਫਿਰ? ਹਾਂਜੀ, ਉਹਦੇ ਪ੍ਰਗਟਾਵੇ ਕੀ? ਪ੍ਰਗਟਾਵੇ ਮੈਨੀਫੈਸਟੇਸ਼ਨ ਦੀ ਗੱਲ ਕਰਦੇ ਆ ਆਪਾਂ, ਹਨਾ। ਪ੍ਰਗਟਾਵੇ ਇਹ ਹੋਣਗੇ, ਕੱਲ ਲੀਡਰਸ਼ਿਪ ਨੇ 27 ਤਰੀਕ ਨੂੰ ਇੱਕ ਦਿਨ ਪਹਿਲਾਂ ਬੰਦ ਦਾ ਐਲਾਨ ਕੀਤਾ, ਆਪਾਂ ਨਾਲ ਖੜੇ, ਹਨਾ। ਅੱਗੇ ਤੋਂ ਸਾਡੀ ਲੀਡਰਸ਼ਿਪ ਕੋਈ ਵੀ ਉਹ ਐਲਾਨ ਕਰੂਗੀ ਜਿਹਦੇ ਨਾਲ ਅਸੀਂ ਉਸ ਦਿੱਲੀ ਦੇ ਨਾਲ ਆਪਦਾ ਹੱਕੀ ਸੰਘਰਸ਼ ਲੜਾਂਗੇ, ਜਾਂ ਅੱਜ ਮੌਜੂਦਾ ਜਿਹੜੀ ਸਰਕਾਰ ਬੀਜੇਪੀ ਆ ਉਹਦੇ ਖਿਲਾਫ ਲੜਾਂਗੇ, ਅਸੀਂ ਨਾਲ ਖੜੇ ਆ ਡਟ ਕੇ। ਸੋ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ, ਇਸ ਕਰਕੇ ਮਹੀਨੇ 'ਚ 2 ਵਾਰੀ ਵਾਰਿਸ ਪੰਜਾਬ ਜੱਥੇ ਭੇਜੂਗੀ ਕਿਸਾਨੀ ਸੰਘਰਸ਼ 'ਚ, ਤੇ ਅਸੀਂ ਆਪਦੀ ਗੱਲ ਵੀ ਉੱਥੇ ਇੱਕ ਡੈਮੋਕ੍ਰੈਟਿਕ ਵੇ 'ਚ ਲੈ ਕੇ ਜਾਵਾਂਗੇ, ਰੱਖਾਂਗੇ। ਔਰ ਹਾਂਜੀ, ਤੁਸੀਂ ਇੱਕ ਗੱਲ ਕਹਿੰਦੇ ਹੋ ਕਿ ਉੱਥੇ ਧਰਨੇ ਲਗਾਉਂਦੇ ਨੂੰ ਬਹੁਤ ਸਮਾਂ ਹੋ ਗਿਆ, ਹਾਲੇ ਤੱਕ ਇਨਸਾਫ ਜਿਹੜਾ ਨਹੀਂ ਮਿਲ ਰਿਹਾ, ਖੇਤੀ ਕਾਨੂੰਨ ਰੱਦ ਨਹੀਂ ਪੂਰੇ, ਇਸ ਤਰ੍ਹਾਂ ਜਿਸ ਤਰ੍ਹਾਂ ਜਥੇਬੰਦੀਆਂ ਕਾਲ ਦਿੰਦੀਆਂ ਉਸ ਮੁਤਾਬਕ ਤਾਂ ਹੋਣੇ ਵੀ ਨਹੀਂ, ਤਾਂ ਫਿਰ ਇਹ ਜਿਹੜੇ ਤੁਸੀਂ ਨਵੀਂ ਜਥੇਬੰਦੀ ਬਣਾਈ ਹੈ ਇਹਦੇ ਮੁਤਾਬਕ ਕੀ ਨਵਾਂ ਹੋਊਗਾ ਜਿਹੜਾ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਮਜਬੂਰ ਕਰਦੇ ਸਰਕਾਰ? ਹਾਂਜੀ ਭਾਈ ਜੀ, ਇੱਕ ਗੱਲ ਆਪਾਂ ਸਮਝੀਏ, ਖੇਤੀ ਕਾਨੂੰਨ ਦੀ ਜਿਹੜੀ ਲੜਾਈ ਹੈ ਪਹਿਲੇ ਦਿਨ ਤੋਂ ਲੀਡਰਸ਼ਿਪ ਲੜ ਰਹੀ ਹੈ, ਸਾਡੀ ਕਿਸਾਨੀ ਲੀਡਰਸ਼ਿਪ ਅੱਜ ਵੀ ਲੜ ਰਹੀ ਹੈ। ਜੇ ਆਪਾਂ ਕੋਈ ਨਵਾਂ ਕੁਝ ਸਿਸਟਮ ਖੜਾ ਕਰਦੇ ਆ ਉਹਨਾਂ ਦੇ ਖਿਲਾਫ, ਜੇ ਕਰਨਾ ਹੁੰਦਾ ਤਾਂ ਫਿਰ ਸ਼ੰਭੂ ਮੋਰਚਾ 26 ਨਵੰਬਰ ਤੋਂ ਬਾਅਦ ਆਪਾਂ ਤਾਂ ਵਿੱਚ ਹੀ ਰਲਾਤਾ ਨਾ, ਉਦਾਂ ਹੀ ਕਰ ਦਿੰਦੇ। ਪਹਿਲੀ ਗੱਲ ਤਾਂ ਆਪਾਂ ਇਸ ਗੱਲ ਨੂੰ ਸਮਝੀਏ, ਪਰਸਪੈਕਟਿਵ ਵੱਖਰੇ ਹੋ ਸਕਦੇ ਆ। ਹੁੰਦਾ ਕੀ ਆ, ਜਦੋਂ ਸਾਡੀ ਕੋਈ ਲੀਡਰਸ਼ਿਪ ਆ, ਇੱਕ ਮਿੰਟ ਬਾਈ ਜੀ ਪਲੀਜ਼, ਕੋਈ ਵੀ ਬਾਈ ਜੀ ਕਰਦੇ ਆ ਗੱਲਾਂ ਕਰਦੇ ਆ, ਕੋਈ ਲੀਡਰਸ਼ਿਪ ਆ, ਸਾਡੀ ਆਪਦੀ ਲੀਡਰਸ਼ਿਪ ਵੀ ਆ, ਜਾਂ ਆਪਾਂ ਖੁਦ ਆ, ਅਸੀਂ ਇਵੋਲਵ ਕਿਵੇਂ ਹੁੰਨੇ? ਲੀਡਰਸ਼ਿਪ ਵਿਰੋਧ ਕਰਦੇ ਆ, ਕੁਝ ਬੰਦੇ ਵਿਰੋਧ ਕਰਦੇ ਆ ਫੈਸਲੇ ਦਾ, ਜਾਂ ਫੈਸਲੇ ਨੂੰ ਮਰਿਆਦਾ 'ਚ ਰਹਿ ਕੇ ਕ੍ਰਿਟਿਸਾਈਜ਼ ਕਰਦੇ ਆ। ਜਿੱਥੇ ਰਹਿ ਕੇ ਆਪਾਂ ਕੀਤਾ ਉਹਨੂੰ ਕ੍ਰਿਟਿਸਿਜ਼ਮ ਨੂੰ ਆਪਾਂ ਇਹ ਮੰਨ ਲਈਏ ਵੀ ਇਹ ਸਾਡੇ ਵਿਰੋਧੀ ਆ, ਇਹ ਗਲਤ ਆ ਪਹਿਲੀ ਪੋਜੀਸ਼ਨ ਤਾਂ। ਹੁਣ ਕੀ ਹੋਇਆ, ਮੈਂ ਉਦਾਹਰਨ ਦਿੰਦਾ ਤੁਹਾਨੂੰ। ਪਹਿਲੀ ਵਾਰੀ ਰਾਜੇਵਾਲ ਸਾਹਿਬ ਨੇ ਆ ਕੇ ਇਹ ਗੱਲ ਕਹੀ ਵੀ ਨਿਸ਼ਾਨ ਸਾਹਿਬ ਲਾ ਦਿਓ ਤੇ ਨਿਹੰਗ ਸਿੰਘ ਜਥੇਬੰਦੀਆਂ ਚਲੀਆਂ ਜਾਣ, ਹਨਾ। ਇਹ ਗੱਲ ਦਾ ਵਿਰੋਧ ਹੋਇਆ ਤੇ ਮਾਫੀ ਮੰਗਣੀ ਪਈ ਲੀਡਰਸ਼ਿਪ ਨੂੰ ਆ ਕੇ। ਲੀਡਰਸ਼ਿਪ ਆਪਦੇ ਆਪ ਨੂੰ ਦਰੁਸਤ ਕਿਵੇਂ ਕਰਦੀ ਹੈ, ਇਹ ਗੱਲ ਸਮਝੀ। ਦੂਜੀ ਗੱਲ, ਚੜੂਨੀ ਸਾਹਿਬ ਦਾ ਉੱਥੋਂ ਉਹਨਾਂ ਨੂੰ ਕੱਢਿਆ ਜਾਣਾ, ਪਹਿਲੀ ਵਾਰੀ ਜਦੋਂ ਮੋਰਚੇ ਚੋਂ ਨਿਲੰਬਿਤ ਕੀਤੇ ਗਏ ਆ, ਕੱਢੇ ਗਏ ਆ, ਤੇ ਆਪਾਂ ਸਾਰਿਆਂ ਨੇ ਉਹਦਾ ਵਿਰੋਧ ਕੀਤਾ। ਇਵਨ ਮੈਂ ਜਾ ਕੇ ਚੜੂਨੀ ਸਾਹਿਬ ਦੇ ਹੱਕ 'ਚ ਪੋਸਟ ਪਾਈ ਤੇ ਚੜੂਨੀ ਸਾਹਿਬ ਨੂੰ ਅਗਲੇ ਦਿਨ ਹੀ ਵਾਪਸ ਲੈ ਲਿਆ ਗਿਆ। ਸੋ ਜਦੋਂ ਤੱਕ ਅਸੀਂ ਦੇਖੋ ਗੱਲ ਕੀ ਹੈ, ਅੱਜ ਸਰਕਾਰ ਜਾਂ ਬੀਜੇਪੀ ਕੀ ਕਰ ਰਹੀ ਹੈ, ਮੋਦੀ ਕੀ ਕਰ ਰਿਹਾ, ਸਾਨੂੰ ਬੋਲਣ ਹੀ ਨਹੀਂ ਦਿੰਦਾ। ਜੇ ਅਸੀਂ ਉਹਨੂੰ ਸਵਾਲ ਕਰਦੇ ਆ ਉਹ ਐਂਟੀ ਨੈਸ਼ਨਲ ਹੋ ਜਾਂਦਾ, ਉਹਦੇ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਖਤਰਾ ਬਣਾ ਕੇ ਪੇਸ਼ ਕਰ ਦਿੰਦੇ ਆ ਉਹਨੂੰ, ਜਿਹੜਾ ਇਹ ਹਮੇਸ਼ਾ ਹੀ ਕਰਦੇ ਆ। ਫਿਰ ਅਸੀਂ ਜੇ ਆਪਦੀ ਲੀਡਰਸ਼ਿਪ ਨੂੰ ਵੀ ਸਵਾਲ ਨਾ ਕਰ ਸਕੀਏ, ਫਿਰ ਕਾਹਦੀ ਲੀਡਰਸ਼ਿਪ ਸਾਡੀ ਹੋਈ? ਸੋ ਇਹ ਗੱਲ ਇੱਕ ਆਪਾਂ ਸਿਧਾਂਤ ਦੇ ਤੌਰ ਤੇ ਸਮਝੀਏ that I may not agree with you what you have to say even 1%, but I will defend your right to say till the last drop of my blood. ਮਤਲਬ ਇਹ ਹੈ ਕਿ ਤੁਸੀਂ ਜਥੇਬੰਦੀਆਂ ਜਿਹੜੀ ਕਾਲ ਦੇਣਗੀਆਂ ਚੱਲੋਗੇ, ਉਹਦੇ ਬਿਲਕੁਲ ਨਾਲ ਚੱਲਾਂਗੇ। ਜੇਕਰ ਕੋਈ ਗਲਤ ਡਿਸੀਜਨ ਕਰਦੇ ਆ ਤਾਂ ਉਹਦੇ ਖਿਲਾਫ ਆਵਾਜ਼ ਵੀ, ਹਾਂ, ਉਹਦੇ ਖਿਲਾਫ ਆਵਾਜ਼ ਨਹੀਂ, ਉਹਦੇ ਖਿਲਾਫ ਸਿਰਫ ਇੱਕ ਸਾਰਥਿਕ ਤੌਰ ਤੇ ਅਸੀਂ ਕ੍ਰਿਟਿਸਿਜ਼ਮ ਕਰਾਂਗੇ, ਸਾਰਥਿਕ ਤੌਰ
ਇੱਕ ਚੀਜ਼ ਹੋਰ ਹਾਂਜੀ। ਦੱਸੋ, ਇਲਜ਼ਾਮ ਤੁਹਾਡੇ ਤੇ ਹਾਲੇ ਵੀ ਲੱਗਦੇ ਆ ਕਿ ਆਰਐਸਐਸ ਨਾਲ ਮਿਲੇ ਹੋਏ ਆ, ਹਾਂਜੀ। ਭਾਜਪਾ ਵੱਲੋਂ ਪਲਾਟ ਕੀਤੇ ਹੋਏ ਆ। ਹਾਂਜੀ। ਤੁਸੀਂ ਤੁਹਾਡੇ ਪੱਖ ਦੇ ਵਿੱਚ ਵੀ ਲੋਕ ਹੋਣਗੇ, ਹਾਂਜੀ। ਤੁਹਾਡੇ ਵਿਰੋਧ ਦੇ ਵਿੱਚ ਵੀ ਲੋਕ ਹਾਂਜੀ, ਹੋਣਗੇ, ਹਾਂਜੀ। ਪਰ ਜਿਹੜੇ ਲੋਕ ਹਾਲੇ ਵੀ ਇਹ ਡਿਸਾਈਡ ਨਹੀਂ ਕਰ ਸਕੇ ਕਿ ਦੀਪ ਸਿੱਧੂ ਭਾਜਪਾ ਦਾ ਪਲਾਟ ਕੀਤਾ ਹੋਇਆ ਜਾਂ ਨਹੀਂ ਕੀਤਾ ਹੋਇਆ, ਉਹ ਤੁਹਾਡੇ ਹੱਕ ਦੇ ਵਿੱਚ ਵੀ ਹੋ ਜਾਂਦੇ ਆ, ਕਦੇ ਤੁਹਾਡੇ ਵਿਰੋਧ ਦੇ ਵਿੱਚ ਵੀ ਹੋ ਹਾਂਜੀ, ਜਾਂਦੇ ਆ, ਹਾਂਜੀ। ਉਹਨਾਂ ਨੂੰ ਕਿਵੇਂ ਸਾਬਤ ਕਰੋਗੇ ਤੁਸੀਂ ਕਿ ਮੈਂ ਆਰਐਸਐਸ ਦਾ ਬੰਦਾ ਨਹੀਂ, ਮੈਂ ਬੀਜੇਪੀ ਦਾ ਬੰਦਾ ਨਹੀਂ? ਇਹ ਬਾਈ, ਇਹ ਸਾਬਤ ਤਾਂ ਜ਼ਿੰਦਗੀਆਂ ਨਿਕਲ ਜਾਂਦੀਆਂ, ਇਹ ਸਾਬਤ ਨਹੀਂ ਕੀਤੇ ਜਾ ਸਕਦੀਆਂ ਗੱਲਾਂ। ਦੇਖੋ ਗੱਲ ਕੀ ਹੈ, ਸਾਡੇ ਪੈਮਾਨੇ ਕੀ ਲੱਗਣ ਲੱਗ ਗਏ ਇੱਥੇ, ਪੈਮਾਨੇ ਲੱਗ ਕੇ ਵੀ ਇੱਕ ਮੋਦੀ ਨਾਲ ਫੋਟੋ, ਇੱਕ ਅਮਿਤ ਸ਼ਾਹ ਨਾਲ ਫੋਟੋ, ਇਹਦਾ ਉਹਨਾਂ ਦਾ ਹੀ ਬੰਦਾ। ਸਟੇਟ ਕੰਮ ਕਿਵੇਂ ਕਰਦੀ ਹੈ ਜਾਂ ਪਾਰਟੀਆਂ ਕੰਮ ਕਿਵੇਂ ਕਰਦੀਆਂ, ਉਹ ਬੜੇ ਸੂਖਮ ਰੂਪ 'ਚ ਕੰਮ ਕਰਦੀਆਂ। ਪ੍ਰਗਟ ਰੂਪ 'ਚ ਇਹਨੇ ਜਮਾ ਸਿੱਧੇ ਰੂਪ 'ਚ ਆ ਕੇ ਚੋਣਾਂ ਜਿਹਨੇ ਲੜੀਆਂ ਹੁਣ ਸਨੀ ਦਿਓਲ ਲਈ, ਤੇ ਅੱਜ ਆ ਕੇ ਤੁਹਾਡੇ ਨਾਲ ਖੜਾ, ਇਹੋ ਜਿਹਾ ਬੰਦਾ ਨਹੀਂ ਹੋਊਗਾ ਉਹ ਪਲਾਂਟ ਕਰਨਗੇ ਵੀ ਤੁਹਾਡੇ ਨਾਲ ਆ ਕੇ ਨੰਗੇ ਚਿੱਟੇ ਰੂਪ 'ਚ ਚੋਣਾਂ ਵੀ ਲੜ ਕੇ ਗਿਆ ਤੇ ਅੱਜ ਖੜ ਗਿਆ ਨਾਲ ਆ ਕੇ। ਉਹਦਾ ਬਹੁਤ ਬਹੁਤ ਡਿਫਰੈਂਟ ਲੈਵਲ ਤੇ ਇੱਕ ਬੜੇ ਸੂਖਮ ਪੱਧਰ ਤੇ ਗੱਲਾਂ ਹੁੰਦੀਆਂ ਜਦੋਂ ਬੰਦੇ ਪਲਾਂਟ ਕੀਤੇ ਜਾਂਦੇ ਆ, ਔਰ ਹੁੰਦਾ ਇਹ ਨਹੀਂ ਵੀ ਨਹੀਂ ਕੀਤੇ ਜਾਂਦੇ। ਅਗਲੀ ਗੱਲ, there are three kinds of people, always remember, three kinds of people. One will criticize you for the sake of criticism. ਉਹਨਾਂ ਨੇ ਤੁਹਾਨੂੰ ਨਿੰਦਣਾ ਹੀ ਆ, ਨਿੰਦਣ ਕਰਕੇ ਬਸ, ਕੋਈ ਆਧਾਰ ਨਹੀਂ ਹੁੰਦਾ। ਹਾਂਜੀ ਹਾਂਜੀ ਹਾਂਜੀ, ਬਸ ਆਹ ਗੱਲ ਤੋਂ ਬਾਅਦ ਤੁਸੀਂ ਦੂਜੇ ਬੰਦੇ ਉਹ ਹੁੰਦੇ ਆ ਜਿਹੜੇ ਤੁਹਾਡੀ ਸਪੋਰਟ ਕਰਦੇ, ਉਹ ਵੀ ਉਸੇ ਮੈਂ ਪੈਮਾਨੇ ਤੇ ਲੈ ਕੇ ਆਉਣਾ ਜਿਨ੍ਹਾਂ ਨੇ ਤੁਹਾਨੂੰ ਬਸ ਸਪੋਰਟ ਹੀ ਕਰਨੀ ਹੁੰਦੀ ਹੈ ਵੀ ਨਹੀਂ ਯਾਰ ਸਾਡਾ ਬੰਦਾ ਅਸੀਂ ਸਪੋਰਟ ਕਰਦੇ ਹਾਂ, ਜੋ ਕਿ ਮੇਰੇ ਹਿਸਾਬ ਨਾਲ ਇਹ ਹੋਣਾ ਨਹੀਂ ਚਾਹੀਦਾ। ਸਾਨੂੰ ਬੜੇ ਕ੍ਰਿਟੀਕਲੀ ਸੰਸਥਾਵਾਂ ਨੂੰ, ਜੇ ਅੱਜ ਵਾਰਿਸ ਪੰਜਾਬ ਦੀ ਬਣ ਰਹੀ ਹੈ, ਕ੍ਰਿਟੀਕਲੀ ਦੇਖੋ, ਹਨਾ, ਬਹੁਤ ਕੁਝ ਐਕਸਪੈਕਟ ਨਾ ਕਰੋ ਵੀ ਕੋਈ ਜਾਦੂ ਆ ਸਾਡੇ ਕੋਲੇ, ਅਸੀਂ ਕੁਝ ਨਵਾਂ ਬੜੀ ਛੇਤੀ ਕਰ ਦਾਂਗੇ। ਬੰਦਿਆਂ ਨੂੰ ਵੀ ਕ੍ਰਿਟੀਕਲੀ ਦੇਖੋ। ਤੇ ਤੀਜੇ ਬੰਦੇ, ਇੱਕ ਤਾਂ ਉਹ ਹੁੰਦੇ ਆ ਜਿਨ੍ਹਾਂ ਨੇ ਫॉर द ਸੇਕ ਆਫ ਇਟ ਦੇ ਹੈਵ ਟੂ ਕ੍ਰਿਟਿਸਾਈਜ਼ ਯੂ, ਦੂਜੇ ਹੁੰਦੇ ਆ ਜਿਨ੍ਹਾਂ ਨੇ ਤੁਹਾਨੂੰ ਸਪੋਰਟ ਹੀ ਕਰਨਾ ਹੁੰਦਾ। ਤੀਜੀ ਵੀ ਇੱਕ ਕਲਾਸ ਹੁੰਦੀ ਆ ਜਿਨ੍ਹਾਂ ਨੇ ਤੁਹਾਡੇ ਕੰਡਕਟ, ਤੁਹਾਡੇ ਸਬਸੀਕੁਐਂਟ ਕੰਡਕਟ ਤੇ ਤੁਹਾਡੇ ਜੈਸਚਰ ਜਾਂ ਪੋਸਚਰਿੰਗ ਤੋਂ ਤੁਹਾਨੂੰ ਜੱਜ ਕਰਨਾ ਹੁੰਦਾ। ਉਹ ਬੰਦੇ ਫਿਰ ਤੁਹਾਨੂੰ ਲਗਾਤਾਰ ਕ੍ਰਿਟਿਕ ਹੋ ਕੇ ਤੁਹਾਡੇ ਦੇਖਦੇ ਰਹਿੰਦੇ ਆ। ਜਿਹੜੇ ਤੁਸੀਂ ਫੈਸਲੇ ਸਹੀ ਲੈਂਦੇ ਹੋ ਉਦੋਂ ਤੁਹਾਡੇ ਹੱਕ 'ਚ ਆਉਂਦੇ ਆ, ਜਿਹੜੇ ਫੈਸਲੇ ਤੁਸੀਂ ਗਲਤ ਲੈਂਦੇ ਹੋ ਉਹ ਤੁਹਾਡੇ ਉਲਟ ਜਾਂਦੇ ਆ। ਪਤਾ ਲੱਗਦਾ ਨਹੀਂ ਕਿ ਕੁਝ ਇਸ ਤਰ੍ਹਾਂ ਦਾ ਕੀਤਾ ਜਾਵੇ, ਕੁਝ ਇਸ ਤਰ੍ਹਾਂ ਦਾ ਸਪਸ਼ਟੀਕਰਨ ਤੁਸੀਂ ਦਿਓ ਕਿ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਬੰਦੇ ਆ ਉਹ ਆਪਣੇ ਹੱਕ ਦੇ ਵਿੱਚ ਲਾ ਲਏ ਜਾਣ, ਉਹਨਾਂ ਨੂੰ ਵੀ ਇਹ ਸਾਫ਼ ਕਰ ਦਿੱਤਾ ਜਾਏ ਕਿ ਮੈਂ ਇਸ ਤਰ੍ਹਾਂ ਦਾ ਬੰਦਾ ਨਹੀਂਗਾ, ਮੈਂ ਕਿਸਾਨੀ ਸੰਘਰਸ਼ ਦੇ ਵਿੱਚ ਖੜਿਆ ਹੋਇਆ ਬੰਦਾ, ਮੈਂ ਤੁਹਾਡੇ ਲਈ ਲੜਾਈ ਜਿਹੜੀ ਉਹ ਲੜ ਰਿਹਾ। ਹਾਂਜੀ, ਮੈਂ ਇਹ ਗੱਲ, ਮੈਂ ਲਗਾਤਾਰ ਇਹੀ ਕੋਸ਼ਿਸ਼ ਕਰਦਾ ਰਹਿਣਾ ਜੀ, ਮੇਰੀ ਲਗਾਤਾਰ ਇਹੀ ਕੋਸ਼ਿਸ਼। ਹਾਂਜੀ, ਇੱਕ ਉਹ ਕਰ ਲਓ ਕਿਉਂਕਿ ਜਿਹੜੀ ਹੈਗੀ ਅਸੀਂ ਅੱਗੇ ਜਾਣਾ, ਹਾਂਜੀ ਹਾਂਜੀ, ਕਿਉਂਕਿ ਜਿਹਨੇ ਪਰਸਨਲ ਡਿਸਕਸ਼ਨ ਕਰਨੀ ਆਪਣੀ ਸਾਈਡ ਤੇ ਆਪੇ ਕਰ। ਠੀਕ ਹੈ ਜੀ, ਠੀਕ ਹੈ ਜੀ। ਆ ਬਾਬਾ ਜੀ ਕੁਝ ਕਹਿਣਾ ਚਾਹੁੰਦੇ ਸੀ। ਪੱਤਰਕਾਰ ਸਵਾਲ ਕਰੇ ਜੀ, ਦੂਜੇ ਬੰਦਾ ਨਾਲ ਸਵਾਲ ਕਰੀ ਜਾਵੇ। ਜਿਹੜਾ ਤੁਸੀਂ ਸਵਾਲ ਪੁੱਛਿਆ ਹੈ ਬਈ ਦੀਪ ਸਿੱਧੂ ਆਰਐਸਐਸ ਦਾ ਬੀਜੇਪੀ ਦਾ, ਇਹਦਾ ਮੈਂ ਤੁਹਾਨੂੰ ਇਸ ਸਵਾਲ ਦਾ ਜਵਾਬ ਹੀ ਦੇਣਾ, ਹੋਰ ਕੁਝ ਨਹੀਂ। ਇਹ ਮੇਰਾ ਸਵਾਲ ਸਿਰਫ ਇਸ ਕਰਕੇ ਕਿਉਂਕਿ ਕੁਝ ਲੋਕ ਇਹ ਗੱਲਾਂ ਕਰਦੇ ਆ। ਮੈਂ ਸਾਰਾ ਕੁਝ ਉਹ 'ਚ ਆ ਜਾਣਾ। ਇਹੋ ਜਿਹਾ ਕਿਹੜਾ ਥਰਮਾਮੀਟਰ ਹੈ ਪ੍ਰੈਸ ਕੋਲ ਵੀ, ਤੇ ਜਿਹੜੇ ਉਹ ਇਲਜ਼ਾਮ ਲਾਉਂਦੇ ਨੇ ਉਹਨਾਂ ਕੋਲ ਵੀ 1 ਸਾਲ ਇਹਨੂੰ ਹੋਇਆ ਹਲੇ ਆਏ ਨੂੰ, ਵੀ ਪਤਾ ਲੱਗ ਗਿਆ ਵੀ ਇਹ ਬੀਜੇਪੀ ਦਾ ਜਾਂ ਆਰਐਸਐਸ ਦਾ। 70 ਸਾਲ ਤੋਂ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ, ਹੋਰ ਜਥੇਬੰਦੀਆਂ ਆਰਐਸਐਸ ਨਾਲ ਮਿਲ ਕੇ ਚੱਲਦੀਆਂ ਤੀਆਂ, ਸਾਰੇ ਆਪਾਂ ਵੋਟਾਂ ਪਾਉਂਦੇ ਸੀ, ਉਹਨਾਂ ਦੀ ਆਪਾਂ ਨੂੰ ਪਛਾਣ ਨਹੀਂ ਹੋਈ ਹਲੇ ਤੱਕ। ਉਹ ਹੁਣ ਇੱਕ ਦੂਏ ਨਾਲ ਤੋੜ ਵਿਛੋੜਾ ਕਰਿਆ ਉਹਨਾਂ ਨੇ, ਤਾਂ ਉਹ ਆਪਾਂ ਕਹਿੰਦੇ ਆ ਵੀ ਤੋੜ ਵਿਛੋੜਾ ਕਰ ਲਿਆ ਬੀਜੇਪੀ ਆਰਐਸ ਦਾ। ਕੋਈ ਤੋੜ ਵਿਛੋੜਾ ਨਹੀਂ ਹੋਇਆ। ਆ ਕੈਪਟਨ ਅਮਰਿੰਦਰ ਸਿੰਘ 2 ਦਿਨ ਹੋਇਆ ਨਾ ਲਾਏ ਨੂੰ ਗੱਦੀ ਤੋਂ, ਬੈਠਾ ਅਮਿਤ ਸ਼ਾਹ ਦੇ ਕੋਲ, ਉਹਨਾਂ ਨੂੰ ਕੋਈ ਸਵਾਲ ਨਹੀਂ ਇਹ ਕਰਦਾ। ਪ੍ਰਕਾਸ਼ ਸਿੰਘ ਬਾਦਲ ਨੇ ਖਾਕੀ ਖੱਚਾ ਪਾਈ ਨੂੰ 70 ਸਾਲ ਹੋ ਗਏ ਤੇ ਪੰਥਕ ਮੁਖੌਟਾ ਹੈ, ਉਹਨੂੰ ਇਹ ਕੋਈ ਸਵਾਲ ਨਹੀਂ ਕਰਦਾ। ਜਿਹੜੀਆਂ ਫੋਟੋਆਂ ਨੇ, ਫੋਟੋ ਇੱਕ ਬੰਦੇ ਦੀ ਹੋ ਜਾਣੀ ਕੋਈ ਵੀ ਵੱਡੀ ਗੱਲ ਨਹੀਂ, ਹਰੇਕ ਬੰਦੇ ਦੀ ਹਰੇਕ ਉਹਦੇ ਨਾਲ ਫੋਟੋ ਹੁੰਦੀ ਹੈ। ਅੱਜ ਕੱਲ੍ਹ ਅਜਿਹੇ ਸਮਾਗਮ ਨੇ, ਫਿਰ ਤਾਂ ਆਪਣੀ ਜਥੇਬੰਦੀਆਂ ਨੂੰ ਵੀ ਆਪਾਂ ਕਹਿ ਦਾਂਗੇ ਵੀ ਇਹ ਸਿੱਖਾਂ ਦੇ ਵਿਰੋਧੀ ਨੇ। ਤੁਹਾਡੇ ਸਾਹਮਣੇ ਫੋਟੋਆਂ ਆ ਗਈਆਂ, ਸਮੇਤ ਸੈਣੀ ਨਾਲ ਫੋਟੋ ਆ ਗਈ ਰਾਜੇਵਾਲ ਸਾਹਿਬ ਦੀ, ਤੇ ਉਹਨੇ ਕਿੰਨਾ ਪੰਜਾਬ 'ਚ ਜ਼ੁਲਮ ਕੀਤਾ, ਉਹਨੂੰ ਆਪਾਂ ਇਹ ਸਵਾਲ ਆਪਾਂ ਕਰ ਸਕਦੇ ਹਾਂ? ਇਹ ਜਿਹੜੇ ਸਵਾਲ, ਇੱਕ ਮਿੰਟ ਪਹਿਲਾਂ ਸੁਣ ਲਓ। 70 ਸਾਲ 'ਚ ਆਪਾਂ ਇਹ ਸਵਾਲ ਪ੍ਰਕਾਸ਼ ਸਿੰਘ ਬਾਦਲ ਨੂੰ ਕਰਿਆ ਕਿਸੇ ਨੇ ਵੀ? ਕਰਿਆ ਕਿਸੇ ਨੇ? ਨਾ ਪ੍ਰੈਸ ਕਰਦੀ ਆ ਤੇ ਨਾ ਕੋਈ ਹੋਰ ਕਰਦਾ। ਉਹਨੂੰ ਕਰਿਆ ਨਹੀਂ। ਸੁਖਬੀਰ ਸਿੰਘ ਬਾਦਲ ਨੂੰ ਕਰਦਾ ਕੋਈ? ਇਹ ਰੋਜ਼ ਉੱਥੇ ਜਾ ਕੇ ਮਿਲਦੇ ਨੇ। ਕੈਪਟਨ ਅਮਰਿੰਦਰ ਸਿੰਘ ਨੂੰ ਕਰਕੇ ਦਿਖਾ ਦੇਵੇ। ਆ 2 ਦਿਨ ਹੋਏ ਨਾ ਗੱਦੀ ਛਡਾਈ ਨੂੰ, ਤੇ ਉਹ ਅਮਿਤ ਸ਼ਾਹ ਕੋਲ ਬੈਠਾ। ਉਹ ਤਾਂ ਆਣਗੇ, ਉਹਨਾਂ ਨੂੰ ਵੀ ਕਰਾਂਗੇ ਕੋਈ ਗੱਲ।
ਬਾਬਾ ਜੀ ਤੁਸੀਂ ਆਪਣੀ ਜਿਹੜੀ ਅੱਜ ਦੀ ਤੁਸੀਂ ਇੱਕ ਮਿੰਟ ਹਾਂਜੀ 0096 ਨੰਬਰ ਗੱਡੀ ਬਾਈ ਤੁਸੀਂ ਉਹ ਪਾਸੇ ਕਰੋ ਕੀ ਗੱਲ ਅੱਜ ਦੀ ਟਾਈਮ ਕਹਿਣਾ ਚਾਹੁੰਦੇ ਹੋ? ਤੁਸੀਂ ਭਾਰਤ ਪੰਜਾਬ ਦੀ ਜਥੇਬੰਦੀ ਦੇ ਨਾਲ ਆਪਣੇ ਜਿਹੜਾ DCP ਦੇ ਨਾਲ ਇੱਥੇ ਪ੍ਰੈਸ ਕਾਨਫਰੰਸ ਲਈ ਪਹੁੰਚੇ। ਜਿਹੜੀ ਵਾਰਸ ਪੰਜਾਬ ਦੇ ਜਥੇਬੰਦੀ ਹੈ ਜੀ, ਇਹ ਪੰਜਾਬ ਦੇ ਹੱਕਾਂ ਲਈ ਲੜੂਗੀ। ਜਿਹੜੇ 3 ਖੇਤੀ ਕਾਨੂੰਨ ਨੇ ਇਹਨਾਂ ਦੀ ਠੋਕ ਵਜਾ ਕੇ ਅਸੀਂ ਪਹਿਲਾਂ ਵੀ ਮਦਦ ਕਰੀ ਹੈ ਤੇ ਹੁਣ ਵੀ ਕਰਾਂਗੇ, ਔਰ ਪੰਜਾਬ ਦੀ ਖੁਦਮੁਖਤਿਆਰੀ ਲਈ ਇਹ ਜਥੇਬੰਦੀ ਸੰਘਰਸ਼ ਕਰੂਗੀ। ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਉਹਦੇ ਤੇ ਅਸੀਂ ਸੰਘਰਸ਼ ਕਰਾਂਗੇ ਔਰ ਉਹਨੂੰ ਲਾਗੂ ਕਰਵਾਵਾਂਗੇ। 47 ਤੋਂ ਬਾਅਦ ਅੱਜ ਤੱਕ ਦੇਖੋ ਕੋਈ ਵੀ ਪੰਜਾਬ ਪੱਖੀ ਲੀਡਰ ਹੋਇਆ ਨਹੀਂ ਸੰਤ ਜਰਨੈਲ ਸਿੰਘ ਉਹਨਾਂ ਤੋਂ ਬਿਨਾਂ। ਸੰਤ ਜਰਨੈਲ ਸਿੰਘ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਹੈ। ਉਸ ਵੇਲੇ ਅਕਾਲੀ ਲੀਡਰ ਵੀ ਸਾਰੇ ਸੀ, ਕੈਪਟਨ ਅਮਰਿੰਦਰ ਸਿੰਘ ਹੋਣੀ ਵੀ ਵਿੱਚ ਸੀ, ਸਾਰੇ ਇਹ ਵਿੱਚ ਸੀ, ਇਹ ਸਾਰੇ ਛੱਡ ਕੇ ਭੱਜ ਗਏ। ਤਾਂ ਇਹਨਾਂ ਨੇ ਜਿਹੜੇ ਪੰਜਾਬ ਦੀ ਰਾਜਨੀਤੀ ਹੈ, ਜਿਹੜੀ ਪੰਜਾਬ ਦੇ ਹੱਕਾਂ ਦੀ ਗੱਲ ਉਹ ਇਹਨਾਂ ਨੇ ਕਰੀਓ ਹੈ ਨਹੀਂ। ਇਹ ਸਟੇਟ ਦਾ ਹੱਥ ਟੋਕਾ ਬਣ ਕੇ ਰਹੇ ਨੇ, ਚਾਹੇ ਉੱਥੇ ਨਰਿੰਦਰ ਮੋਦੀ ਹੋਵੇ, ਚਾਹੇ ਉੱਥੇ ਕੋਈ ਹੋਰ ਪਾਰਟੀ ਹੋਵੇ। ਪੰਜਾਬ ਦੇ ਹੱਕਾਂ ਦੀ ਤਾਂ ਗੱਲ ਇਹਨਾਂ ਨੇ ਕਰੀਓ ਨਹੀਂ ਕਦੇ। ਇਹ ਜਿਹੜੀ ਸਾਡੀ ਜਥੇਬੰਦੀ ਹੈ ਇਹ ਪੰਜਾਬ ਦੇ ਹੱਕਾਂ ਦੀ ਗੱਲ ਕਰੂਗੀ, ਪੰਜਾਬ ਦੇ ਸੰਘਰਸ਼ ਦੀ ਗੱਲ ਕਰੂਗੀ, ਪੰਜਾਬ ਦੇ ਪਾਣੀਆਂ ਦੀ ਗੱਲ ਕਰੂ, ਪੰਜਾਬ ਦੀ ਜਿਹੜੀ ਬਿਜਲੀ ਨੂੰ ਵੀ ਇਹ ਸੈਂਟਰਲਾਈਜ਼ ਕਰ ਦੇਣਾ ਚਾਹੁੰਦੇ ਨੇ ਉਹਨਾਂ ਦੀ ਗੱਲ ਕਰੂ। ਜਿਹੜੇ ਜੇਲ੍ਹਾਂ 'ਚ ਬੰਦ ਨੌਜਵਾਨ ਨੇ ਉਹਨਾਂ ਦੀ ਰਿਹਾਈ ਲਈ ਅਸੀਂ ਆਪਣਾ ਸੰਘਰਸ਼ ਕਰਾਂਗੇ ਤੇ ਜਿਹੜਾ ਪ੍ਰਵਾਸ ਹੋ ਰਿਹਾ ਬੱਚਿਆਂ ਦਾ ਉਹਦੇ ਵਾਸਤੇ ਸੰਘਰਸ਼ ਕਰਾਂਗੇ। ਜਿਹੜਾ ਕੋਆਪਰੇਟ ਘਰਾਣਿਆਂ ਨੂੰ ਮਜ਼ਬੂਤ ਕਰ ਰਹੇ ਨੇ, ਆਮ ਪਬਲਿਕ ਨੂੰ ਛੱਡ ਕੇ ਆਪਾਂ ਸਾਰੇ ਹੀ, ਤੁਸੀਂ ਵੀ ਉਹਦੇ ਵਿੱਚ ਹੀ ਆਉਨੇ ਹੋ, ਉਹਦੇ ਖਿਲਾਫ ਵੀ ਡਟ ਕੇ ਸੰਘਰਸ਼ ਕਰਾਂਗੇ। ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਇੱਕ ਬਾਈ ਜੀ ਇੱਕ ਗੱਲ ਬਹੁਤ ਜ਼ਰੂਰੀ ਸਾਡੇ ਲਈ ਸਮਝਣਾ। ਕਈ ਵਾਰੀ ਨਾ ਇਹ ਗੱਲਾਂ ਨੂੰ ਅਸੀਂ ਇਸ ਪਾਸੇ ਲੈ ਜਾਂਦੇ ਆ ਵੀ ਵੇਖੋ ਕਿੰਨੀਆਂ ਕੱਟੜ ਗੱਲਾਂ ਹੋ ਰਹੀਆਂ। ਕੁਝ ਦਿਨ ਪਹਿਲਾਂ ਹੀ BD ਪਾਂਡੇ ਸਾਡੇ ਗਵਰਨਰ ਰਹੇ ਸੀ, ਉਹਨਾਂ ਦੀ ਕਿਤਾਬ ਤੇ ਉਹਦੇ ਖੁਲਾਸੇ ਸਾਹਮਣੇ ਆਏ ਆ ਔਰ ਉਹ ਅਸੀਂ ਬਹੁਤਿਆਂ ਨੇ ਪੜ੍ਹ ਵੀ ਲਏ ਹੋਣੇ ਆ, ਜਿੱਥੇ ਇਹ ਗੱਲ ਕੀਤੀ ਗਈ ਵੀ ਉਸ ਵੇਲੇ ਸਰਕਾਰ ਨੇ, ਸਟੇਟ ਨੇ ਰਲ ਕੇ ਸਿੱਖਾਂ ਨੂੰ ਬਦਨਾਮ ਕੀਤਾ। ਦੇਖੋ ਗੱਲ ਕੱਲੇ ਸਿੱਖਾਂ ਦੀ ਨਹੀਂ ਆ, ਇੱਥੇ ਗੱਲ ਪੰਜਾਬ ਦੇ ਹੱਕਾਂ ਲਈ ਲੜ ਰਹੇ ਉਹ ਲੋਕਾਂ ਦੀ ਆ, ਜਿਹੜੇ ਆਪਾਂ ਇੱਕ ਦਾਅਵਾ ਕਰਦੇ ਆ ਨਾ ਪੰਜਾਬ ਸਾਰਿਆਂ ਦਾ ਸਾਂਝਾ। ਇਸ ਗੱਲ ਨੂੰ ਸਮਝ ਗਏ ਆਪਾਂ, ਪੰਜਾਬ ਸਾਂਝਾ ਕਿਵੇਂ ਸੀ। ਅਸੀਂ ਇਕੱਠੇ ਹੋ ਕੇ ਪੰਜਾਬ ਲਈ ਲੜਦੇ ਸੀ। ਇੱਥੇ ਸਿੱਖ ਵੀ, ਹਿੰਦੂ ਵੀ, ਮੁਸਲਮਾਨ ਵੀ ਇਕੱਠੇ ਹੋ ਕੇ ਪੰਜਾਬ ਪੱਖੀ ਗੱਲ ਕਰਦੇ ਸੀ। ਇਹਦੀ ਮੈਂ ਤੁਹਾਨੂੰ ਉਦਾਹਰਨ ਦਿੰਦਾ। ਗਦਰ ਪਾਰਟੀ ਨੇ ਸੰਘਰਸ਼ ਕੀਤਾ ਜਦੋਂ ਬਰਮਾ 'ਚ ਵਿਦਰੋਹ ਕਰਨਾ ਸੀ ਨਾ ਅੰਗਰੇਜ਼ਾਂ ਦੇ ਖਿਲਾਫ, ਤੇ ਬਰਮਾ 'ਚ ਕਿਉਂਕਿ ਹੁਕਮਨਾਮਾ ਸਾਹਿਬ ਲੈਂਦੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ, ਤੇ ਅੰਗਰੇਜ਼ਾਂ ਨੇ ਸਾਰੇ ਗੁਰਦੁਆਰੇ ਜਿਹੜੇ ਉੱਥੇ ਪਾਬੰਦੀ ਲਾਤੀ, ਫੋਰਸ ਲਾਤੀ, ਤੇ ਉੱਥੇ ਸੋਹਣ ਲਾਲ ਪਾਠਕ ਜੀ ਹਿੰਦੂ ਲੀਡਰ, ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜੰਗਲ 'ਚ ਕੀਤਾ। ਦੇਖੋ ਸਾਂਝਾ ਪੰਜਾਬ ਕੀ ਸੀ। ਅੱਛਾ 18ਵੀਂ ਸਦੀ ਤੋਂ ਬਾਅਦ ਪਹਿਲੀ ਵਾਰੀ ਜੰਗਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁਕਮਨਾਮਾ ਸਾਹਿਬ ਲਿਆ ਤੇ ਉੱਥੋਂ ਵਿਦਰੋਹ ਕੀਤਾ। ਫਿਰ ਸਾਡੇ ਇੱਥੇ ਜਿਹੜੇ ਕਾਸ਼ੀ ਰਾਮ ਮਧੋਲੀ ਬਹੁਤ ਵੱਡੇ ਇੱਕ ਸੰਘਰਸ਼ੀ ਹੋਏ ਆ ਆਜ਼ਾਦੀ ਦੇ। ਦੇਖੋ ਸਾਂਝੇ ਪੰਜਾਬ ਦੀ ਗੱਲ ਕਰਦੇ ਆ, ਉਹਨਾਂ ਦਾ ਭਰਾ ਤੇ ਉਹਨਾਂ ਦਾ ਫਾਦਰ ਜਦੋਂ ਉਹਨਾਂ ਨੂੰ ਫੜ ਲਿਆ ਅੰਗਰੇਜ਼ਾਂ ਨੇ, ਜੇਲ੍ਹ 'ਚ ਗਿਆ ਮਿਲਣ, ਤੇ ਕਹਿੰਦੇ ਵੀ ਆਖਰੀ ਇੱਛਾ ਕੀ ਆ, ਕਹਿੰਦਾ ਮੈਨੂੰ 5 ਬਾਣੀਆਂ ਦਾ ਪਾਠ ਵਾਲੀ ਜਿਹੜੀ ਇੱਕ ਪੋਥੀ ਸਾਹਿਬ ਆ ਨਾ ਉਹ ਲਿਆ ਕੇ ਦੇ ਦੋ। ਆਖਰੀ ਇੱਛਾ ਸਾਂਝਾ ਪੰਜਾਬ। ਦੇਖੋ ਤੁਸੀਂ ਇੱਕ ਇਸੇ ਤਰ੍ਹਾਂ ਸੰਤਾਂ ਦੀ ਜੇ ਗੱਲ ਕਰਦੇ ਆ, ਗੱਲ ਉਹਨਾਂ ਨੇ ਪੰਜਾਬ ਹੱਕੀ ਕੀਤੀ, ਪਰ ਸਟੇਟ ਨੇ ਉਹਨਾਂ ਨੂੰ ਪ੍ਰੈਜ਼ੈਂਟ ਕਿਵੇਂ ਕੀਤਾ ਵੀ ਕੱਟੜਵਾਦੀ, ਇਹਦਾ ਅੱਤਵਾਦੀ। ਦੇਖੋ ਕੀ ਟੈਗ ਦਿੰਦੇ ਆ ਇਹ। ਔਰ ਇਹਦੇ ਤੇ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਇੱਕ ਵਾਰੀ ਉਹਨਾਂ ਸਮਿਆਂ 'ਚ 83-84 'ਚ ਭਗਵਤ ਗੀਤਾ ਦੀ ਬੇਅਦਬੀ ਕਰਤੀ ਕਿਸੇ ਨੇ, ਸੰਤਾਂ ਨੇ ਪੈਸੇ ਦਿੱਤੇ ਕੇਸ ਲੜਨ ਵਾਸਤੇ। ਗੁਰਦਾਸਪੁਰ ਜੇਲ੍ਹ 'ਚ ਗੁਰਦੁਆਰਾ ਸਾਹਿਬ ਸੀ, ਉੱਥੇ ਜਿਹੜੇ ਹਿੰਦੂ ਸੀ ਉਹਨਾਂ ਨੇ ਕਿਹਾ ਜੀ ਸਿਰਫ ਗੁਰਦੁਆਰਾ ਮੰਦਿਰ ਨਹੀਂ ਆ, ਟਕਸਾਲ ਨੇ ਮੰਦਿਰ ਬਣਾਇਆ ਯਾਰ। ਸਾਡਾ ਸਾਂਝਾ ਪੰਜਾਬ ਆ ਇਹ। ਅਸੀਂ ਪੰਜਾਬ ਪੱਖੀ ਗੱਲਾਂ ਕਰੀਏ, ਇਕੱਠੇ ਰਲ ਕੇ ਇਸ ਪੰਜਾਬ ਲਈ ਲੜ ਗਏ। ਅਸੀਂ ਤਾਂ ਵੱਖ ਹੈ ਹੀ ਨਹੀਂ, ਸਾਨੂੰ ਤਾਂ ਵੱਖ ਕੀਤਾ ਸਟੇਟ ਨੇ, ਸਾਨੂੰ ਵੱਖ ਕੀਤਾ ਸੈਂਟਰ ਨੇ। ਸਾਡਾ ਸਾਂਝਾਪਣ, ਜੇ ਇਹ ਗੱਲ ਕਰਦੇ ਆ ਵੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਉਹ ਖਲਾ ਚੋਂ ਨਹੀਂ ਪ੍ਰਗਟ ਹੋ ਗਈ ਗੱਲ, ਕਿਸੇ ਵੈਕਿਊਮ ਚੋਂ ਨਹੀਂ ਆਈ ਗੱਲ। ਜਦੋਂ ਗੁਰੂ ਸਾਹਿਬ ਨੇ ਕੀ ਕੀਤਾ, ਬਾਬੇ ਨਾਨਕ ਤੋਂ 10ਵੇਂ ਪਾਤਸ਼ਾਹ ਤੱਕ ਗੱਲ ਕੀ ਹੋਈ, ਜਾਤ ਪਾਤ ਨੂੰ ਖਤਮ ਕੀਤਾ, ਹਨਾ, ਊਚ ਨੀਚ ਨੂੰ ਖਤਮ ਕੀਤਾ, ਦਰਜਾ ਬਦਰਜੀ ਨੂੰ ਖਤਮ ਕੀਤਾ, ਮਾਲਕ ਭਾਗੋ ਦੀ
ਰੋਟੀ ਚੋਂ ਖੂਨ ਕੱਢਣਾ, ਉਹਦਾ ਕੀ ਦ੍ਰਿਸ਼ਟਾਂਤ ਸੀ? ਇਹ ਮੈਨੀਫੈਸਟੇਸ਼ਨ ਕੀ ਸੀ? ਵੀ ਦੂਜਿਆਂ ਦੀ ਕਮਾਈ ਕੀਤੀ, ਜਿਹੜੀ ਖੂਨ ਚੂਸ ਕੇ ਕਮਾਈ ਕੀਤੀ ਹੈ ਨਾ, ਉਹ ਮਨੁੱਖ ਦੀ ਭਲਾਈ ਲਈ ਨਹੀਂ ਵਰਤੀ ਜਾ ਸਕਦੀ। ਕਿਸੇ ਨੂੰ ਡੀਹਿਊਮਨਾਈਜ਼ ਨਹੀਂ ਕਰਨਾ, ਆਪਾਂ ਉਹਨੂੰ ਹਿਊਮਨ ਬਣਾਉਣਾ, ਉਹਨੂੰ ਹਿਊਮਨਾਈਜ਼ ਕਰਨਾ। ਤੀਜੀ ਗੱਲ ਕੀ ਕੀਤੀ? ਧਰਮ ਨਿਰਪੱਖਤਾ। ਪਹਿਲੇ ਪਾਤਸ਼ਾਹ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਕਹਿ ਰਹੇ ਆ, ਮੈਂ ਨਾ ਹਿੰਦੂ ਨਾ ਮੁਸਲਮਾਨ, ਹੈਨਾ। ਔਰ ਜਨੇਊ ਦੀ ਸਿਧਾਂਤਕ ਤੌਰ ਤੇ ਜਿਸ ਤਰ੍ਹਾਂ ਦੀ ਪ੍ਰਚਲਿਤ ਧਾਰਾਵਾ ਸੀ, ਜਨੇਊ ਨੂੰ ਲੈ ਕੇ ਉਦੋਂ ਵਿਰੋਧਤਾ ਕਰ ਰਹੇ ਆ। ਨੌਵੇਂ ਪਾਤਸ਼ਾਹ ਉਸੇ ਜਨੇਊ ਨੂੰ ਬਰਕਰਾਰ ਰੱਖਣ ਵਾਸਤੇ, ਉਹਦੀ ਅਜ਼ਮਤ ਨੂੰ ਬਰਕਰਾਰ ਰੱਖਣ ਵਾਸਤੇ ਸੀਸ ਦੇ ਰਹੇ ਆ। ਇਹ ਧਰਮ ਨਿਰਪੱਖਤਾ ਹੀ ਹੈ ਨਾ। ਆਪਾਂ ਇਹ ਥੋੜੀ ਕਹਿੰਦੇ ਆ ਵੀ ਸਾਡੇ ਹਿੰਦੂ ਆਪਦੀ ਜੈ ਸ਼੍ਰੀ ਰਾਮ ਜੈ ਮਾਤਾ ਦੀ ਛੱਡ ਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣ ਲੱਗ ਜਾਣ। ਇਹ ਤਾਂ ਨਹੀਂ ਕਹਿ ਰਿਹਾ ਕੋਈ, ਨਹੀਂ। ਸਾਡੇ ਲਈ ਸਾਡੇ ਹਿੰਦੂ ਵੀ ਉਨੇ ਹੀ ਇੰਪੋਰਟੈਂਟ ਆ, ਉਹਨਾਂ ਦੇ ਹੱਕਾਂ ਲਈ ਵੀ ਲੜਾਂਗੇ। ਸਾਡੇ ਲਈ ਭਗਵਤ ਗੀਤਾ, ਹਜ਼ਰਤ ਮੁਹੰਮਦ ਸਾਹਿਬ ਜਾਂ ਜਿਹੜੀ ਕੁਰਾਨ ਸ਼ਰੀਫ ਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਾਂ ਬਾਈਬਲ, ਇਹ ਇੱਕੋ ਦਰਜੇ 'ਚ ਆਉਣੀਆਂ ਚਾਹੀਦੀਆਂ ਗੱਲਾਂ। ਗੁਰੂਆਂ ਨੇ ਸਾਨੂੰ ਸਿਖਾਇਆ ਹੀ ਇਹ ਹੈ ਨਾ, ਸਾਨੂੰ ਡਾਇਵਰਸਿਟੀ ਸਿਖਾਈ ਆ। ਸਾਨੂੰ ਗੁਰੂਆਂ ਨੇ ਉਸ ਡਾਇਵਰਸਿਟੀ ਨੂੰ ਹਾਰਮਨੀ 'ਚ ਕਿਵੇਂ ਰੱਖਣਾ ਇਹ ਸਿਖਾਇਆ। ਆਪਾਂ ਚਲੇ ਕਿੱਧਰ ਗਏ ਯਾਰ? ਇੱਕ ਅੱਧੀ ਵਿਚਾਰਧਾਰਾ, ਕੋਈ ਕਾਂਗਰਸ ਵਾਲਾ ਆ ਜਾਂਦਾ, ਆ ਕਾਂਗਰਸ ਦੇਖ ਲਓ ਸਾਡੇ ਨਾਲ ਕੀ ਕਰਦੇ ਆ। ਸਾਡੀ ਪ੍ਰਾਈਡ ਤੇ ਹਮਲਾ ਹੈ। ਸਾਰੀ ਪ੍ਰੈਸ ਵੀ, ਤੁਸੀਂ ਅੱਜ ਜਿਹੜੇ ਇੱਥੇ ਆਏ ਹੋ, ਮੈਂ ਵਾਕਈ ਤੁਹਾਨੂੰ ਦਿਲੋਂ ਇਹ ਗੱਲ ਕਹਿਣਾ ਵੀ ਤੁਹਾਡੀਆਂ ਯਾਰ ਜ਼ਮੀਰਾਂ ਜਾਗਦੀਆਂ। ਕਿਉਂ? ਕਿਉਂਕਿ ਕੋਈ ਵੀ ਗੱਲ ਹੋਵੇ, ਪਹਿਲਾਂ ਤਾਂ 2 ਦਿਨ ਪਹਿਲਾਂ 10 ਦਿਨ ਪਹਿਲਾਂ ਸਾਡਾ ਸੀਐਮ ਬਦਲਤਾ 2 ਮਿੰਟਾਂ 'ਚ ਆਏ, ਮਤਲਬ ਸੀਐਮ ਦੀ ਹੈਸੀਅਤ ਦੇਖੋ ਸਾਡੇ ਦੀ। ਫਿਰ ਨਵਾਂ ਸੀਐਮ ਦਿੱਲੀ ਨੇ ਤੈਅ ਕੀਤਾ। ਫਿਰ ਜੇ ਵਜ਼ਾਰਤ ਵੀ ਤੈਅ ਕਰਨੀ ਹੈ ਤਾਂ ਸਾਡਾ ਸੀਐਮ ਕਾਰ ਭਜਾਉਂਦਾ ਉਧਰ ਨੂੰ ਜਾਂਦਾ, ਉੱਥੋਂ ਜਾ ਕੇ ਵਜ਼ਾਰਤ ਤੈਅ ਹੁੰਦੀ ਹੈ। ਮਤਲਬ ਸਾਡੇ ਪ੍ਰਾਈਡ ਤੇ ਸੱਟ ਆ, ਪੰਜਾਬ ਦੇ ਪ੍ਰਾਈਡ ਤੇ ਸੱਟ ਆ। ਦਿੱਲੀ ਸਾਡੇ ਕਿਸਮਤ ਘੜਦੀ ਆ, ਪੋਲੀਟੀਕਲੀ ਸੋਸ਼ਲੀ ਸਭ ਪੱਧਰ ਤੇ ਸਾਡੀਆਂ ਕਿਸਮਤਾਂ ਉਹ ਘੜਦੇ ਆ। ਸਾਡੀ ਐਜੂਕੇਸ਼ਨ ਪਾਲਿਸੀਜ਼ ਉਹ ਬਣਾਉਂਦੇ ਆ, ਸਾਡੀ ਸੱਭਿਆਚਾਰਕ ਹੋਂਦ ਨੂੰ ਲਗਾਤਾਰ ਖਤਮ ਕਰ ਰਹੇ ਆ ਤੇ ਅਸੀਂ ਫੇਰ ਵੀ ਲੜੀ ਜਾਂਦੇ ਆ ਆਪਸ 'ਚ। ਸੋ ਮੇਰੀ ਜਿਹੜੀ ਬੜੀ ਬਿਨਮਰ ਹੱਥ ਜੋੜ ਕੇ ਇਹ ਅਰਦਾਸ ਆ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੇ ਬੇਨਤੀ ਸਾਰੇ ਸੰਗਤ ਨੂੰ ਆ ਵੀ ਆਪਾਂ ਆਪਸ 'ਚ ਨਾ ਵੰਡੇ ਜਾਈਏ, ਆਪਾਂ ਆਪਸ 'ਚ ਨਾ ਲੱਤਾਂ ਖਿੱਚੀਏ। ਆਪਾਂ ਸਾਰੇ ਪੰਜਾਬ ਪੱਖੀ ਸੰਘਰਸ਼ਾਂ ਦੇ ਨਾਲ ਆ, ਪੰਜਾਬ ਦੇ ਹੱਕਾਂ ਲਈ ਖੜੇ ਆ। ਇੱਥੇ ਕੋਈ ਬੰਦਾ ਇਹ ਨਹੀਂ ਕਹੂਗਾ, ਤੁਹਾਡੇ ਚੋਂ ਵੀ ਨਹੀਂ ਕੋਈ ਕਹੂਗਾ ਯਾਰ ਇਹ ਤਾਂ ਸਾਡੀ ਤਾਂ ਹੋਂਦ ਹੀ ਇਹ, ਆਪਦੇ ਸੰਘਰਸ਼ ਲਈ, ਆਪਦੇ ਹੱਕਾਂ ਲਈ ਲੜਨਾ। ਕੋਈ ਕਹੂਗਾ ਤੁਹਾਡੇ ਚੋਂ ਪੰਜਾਬ ਤੇ ਕੋਈ ਵਿਪਤਾ ਪਵੇ ਤਾਂ ਤੁਸੀਂ ਨਹੀਂ ਖੜੇ ਹੋਵੋਗੇ। ਸੋ ਪਰ ਜੇ ਆਪਾਂ ਹਜੇ ਵੀ ਨਾ ਸਮਝੇ ਤਾਂ ਜਿਹੜਾ ਇੱਕ ਸਿਸਟਮ ਪਰਪੈਚੁਏਟ ਹੋ ਰਿਹਾ ਨਾ, ਲਗਾਤਾਰ ਸਦੀਵੀ ਹੋ ਰਿਹਾ, ਉਹਨੂੰ ਮੋੜਨਾ ਸਾਡੇ ਲਈ ਬਹੁਤ ਔਖਾ ਹੋ ਜਾਊਗਾ। ਸੋ ਇੰਨੀਆਂ ਕੁ ਗੱਲਾਂ ਅੱਜ ਮੈਂ ਕਰਨੀਆਂ ਸੀ। ਬਾਕੀ ਬਾਬਾ ਜੀ ਤੋਂ ਥੋੜਾ ਜਿਹਾ ਫਤਿਹ ਆਪਣੇ ਜੱਗੀ ਬਾਬਾ ਜੀ ਵੀ ਬੁਲਾਉਣਗੇ ਤੇ ਹੋਰ ਵੀ ਕਿਸੇ ਆਪਣੇ ਜਿਹੜੇ ਬੈਠੇ ਆ ਸਤਿਕਾਰਯੋਗ ਸਾਰੇ ਇੱਥੇ, ਉਹਨਾਂ ਦਾ ਸਵਾਲ ਹੈ ਤਾਂ ਪਲੀਜ਼, ਕਿਉਂਕਿ ਸਾਨੂੰ ਅਧਿਆਤਮਕ ਤੌਰ ਤੇ ਮੈਨੂੰ ਬਾਬਾ ਜੀ ਨੇ ਪਰਸੋਂ ਇੱਕ ਗੱਲ ਦੱਸੀ ਸੀ। ਬਾਬਾ ਜੀ ਉਹ ਪੜ੍ਹਾਈ ਵਾਲੀ ਗੱਲ ਜਿਹੜੀ ਤੁਸੀਂ ਇੱਕ ਵਾਕ ਦੱਸਿਆ ਸੀ, ਉਹਦੇ ਤੋਂ ਸ਼ੁਰੂ ਕਰੋ ਜੀ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ। ਸਾਡੀਆਂ ਸਤਿਕਾਰਯੋਗ ਸ਼ਖਸੀਅਤਾਂ ਬਹੁਤ ਇੱਥੇ ਪਹੁੰਚੀਆਂ ਨੇ। ਮੈਥੋਂ ਪਹਿਲਾਂ ਕੌਮ ਦੀ ਸੇਵਾ ਕਰ ਰਹੇ ਨੇ ਜੋ ਰਵਿੰਦਰ ਸਿੰਘ ਤਲਵਾੜਾ ਜੀ ਬੈਠੇ ਨੇ, ਸਾਡੇ ਰਜੀਤ ਸਿੰਘ ਪਰਵਾਨਾ ਜੀ ਬੈਠੇ ਨੇ ਇੱਧਰ, ਤੇ ਹੋਰ ਸਾਡੀਆਂ ਸ਼ਖਸੀਅਤਾਂ ਸਾਡੇ ਬਜ਼ੁਰਗ ਬੈਠੇ ਨੇ ਜਿਹੜੇ ਗੁਰੂ ਘਰ ਦੀਆਂ ਜਾਂ ਹੋਰ ਜਿਹੜੀਆਂ ਗੱਲਾਂ ਨੂੰ ਰੱਖ ਕੇ ਚੱਲ ਰਹੇ ਨੇ। ਮੇਰਾ ਇੱਥੇ ਵੀ ਇਸ ਲਈ ਪਹੁੰਚਣਾ ਹੋਇਆ ਨਾ, ਜੇ ਤੱਕ ਅੰਦਰੂਨੀ ਗੱਲ ਸੁਣਨੀ ਜਿੰਨੀ ਕਿ ਮੇਰੇ ਆਪਣੇ ਮਨ ਦੀ ਹਿਤਲੀ ਚੱਲ ਰਹੀ ਹੈਗੀ, ਕਿਉਂਕਿ ਕੌਮ ਦੀ ਗੱਲ ਹੋਣੀ ਜ਼ਰੂਰੀ ਹੈ। ਜੇਕਰ ਇੱਥੇ ਕੌਮ ਦੇ ਵਿੱਚ 2-4 ਗੱਲਾਂ ਜਿੰਨੀਆਂ ਕਿ ਮੈਨੂੰ ਆਉਣਗੀਆਂ, ਮੈਂ ਗੁਰੂ ਸਾਹਿਬ ਕਰਾਉਣਗੇ, ਮੈਂ ਕਰਨ ਦੀ ਯਤਨ ਕਰੂੰਗਾ। ਜੇਕਰ ਇੱਥੋਂ ਸਾਨੂੰ ਕੋਈ ਕੁੱਤੇ ਬਿੱਲਿਆਂ ਵਾਂਗੂ ਕੋਈ ਸੰਗਲੀ ਪਾ ਕੇ ਲਿਜਾਵੇ ਇਸ ਸਥਾਨ ਦੇ ਉੱਤੋਂ, ਅਸੀਂ ਸਿੱਖ ਕਹਾਉਣ ਦੇ ਹੱਕਦਾਰ ਨਹੀਂ। ਜੇਕਰ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਸੀ ਜੇ ਭੇਡ ਤੋਂ ਲੱਤਾਂ ਖਾ ਕੇ ਆ ਜੇ ਤਾਂ ਸਿੱਖ ਕਹਾਉਣ ਦੇ ਹੱਕਦਾਰ ਨਹੀਂ। ਸਾਨੂੰ ਆਪਣੀ ਜਵਾਨੀ ਦੀ ਗੱਲ ਕਰਨੀ ਪਊਗੀ। ਸਾਨੂੰ ਇਤਿਹਾਸਕ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗਾਂ ਦੀਆਂ ਬੇਅਦਬੀਆਂ ਹੋ ਰਹੀਆਂ ਨੇ, ਕੋਈ ਸਰਕਟ ਬੀੜੀ ਸੱਟ ਜਾਂਦਾਗਾ, ਕੋਈ ਚੋਲੇ ਪਹਿਨਾ ਦਿੰਦਾਗਾ, ਤਾਂ ਸਾਨੂੰ ਇਹਨਾਂ ਹੱਕਾਂ ਦੇ ਲਈ ਤੇ ਸਾਰੇ ਧਰਮਾਂ ਦੇ ਲਈ ਸਾਨੂੰ ਇੱਕ ਹੋ ਕੇ ਲੜਨਾ ਚਾਹੀਦਾ। ਕਿਸੇ ਤੇ ਕਿੰਤੂ ਪ੍ਰੰਤੂ ਨਾ ਕਰੋ, ਕਿਉਂਕਿ ਦਿੱਲੀ ਮੋਰਚਾ ਚੱਲੀ ਜਾਂਦਾ ਜਿਹੜਾ, ਤਾਂ ਕਿਸਾਨ ਭਰਾਵਾਂ ਨਾਲ ਡਟ ਕੇ ਖੜੇ ਆ। ਭਾਵੇਂ ਨਾ ਜ਼ਮੀਨ ਦਿੱਤੀ ਹੈ ਪ੍ਰਮਾਤਮਾ ਨੇ, ਭਾਵੇਂ ਨਹੀਂ ਜ਼ਮੀਨ ਦਿੱਤੀ, ਤਾਂ ਉਹਨਾਂ ਦੇ ਕਿਸਾਨ ਭਰਾਵਾਂ ਦੇ ਨਾਲ ਵੀ ਡਟ ਕੇ ਖੜੇ ਆ। ਤੇ ਆਪਣੇ ਧਰਮ ਨੂੰ ਬਚਾਉਣ ਦੇ ਲਈ ਵੀ ਜਿੰਨਾ ਕੁ ਸੇਵਾ ਗੁਰੂ ਸਾਹਿਬ ਲੈਣਗੇ, ਤਾਂ ਜਥੇਬੰਦੀਆਂ ਨਾਲ ਰਲ ਮਿਲ ਕੇ
ਕਿਸਾਨ ਭਰਾਵਾਂ ਦੇ ਲਈ, ਜਵਾਨੀ ਦੇ ਲਈ, ਟੀਚਰਾਂ ਦੇ ਲਈ, ਸਾਰੇ ਜਿੰਨੇ ਇਹਨਾਂ ਦੇ ਵਸਨੀਕ ਨੇ, ਸਾਰੇ ਹਿੰਦੂਆਂ ਦੇ ਲਈ, ਮੁਸਲਮਾਨਾਂ ਦੇ ਲਈ, ਸਾਰੇ ਧਰਮਾਂ ਦੇ ਲਈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸਾਨੂੰ ਮੌਕਾ ਮਿਲੂ ਸਾਰੇ ਧਰਮਾਂ ਦੀ ਰਿਸਪੈਕਟ ਕਰਾਂਗੇ ਤੇ ਗੁਰਸਿੱਖੀ ਦੀ ਗੱਲ ਜਿਹੜੀ ਇਹ ਵੀ ਹੋਊਗੀ, ਨਾਲ ਨਾਲ ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਰਵਾਂਗੇ ਤੇ ਬਹੁਤ ਚੜ੍ਹਦੀ ਕਲਾ ਪ੍ਰਮਾਤਮਾ ਰੱਖੇ ਸਾਡਾ ਦਿੱਲੀ ਮੋਰਚੇ ਨੂੰ ਯੋਗਦਾਨ ਵੱਧ ਤੋਂ ਵੱਧ ਹਿੱਸਾ ਬਣ ਕੇ ਜਿਹੜਾ ਆਪਾਂ ਚੱਲੀਏ ਤੱਕ ਮੋਰਚਾ ਜਿੱਤ ਸਕੀਏ ਤਾਂ ਸਾਡੀ ਹੋਰ ਵੀ ਜਿਹੜੀਆਂ ਸੀਤਾਂ ਨੇ ਹੋਰ ਆਪਣੇ ਸ਼ਬਦ ਰੱਖਣੀਆਂ ਇਹਨਾਂ ਕਹਿਣਾ ਹੋਇਆ ਖੇਮਣਾ ਜਾਚ ਕੇ ਭਲਾ ਚੁੱਕਾਂ ਦੀ ਖੇਮਾ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਹਾਰਾ ਹੈ ਜਿਵੇਂ ਆਪਸ ਕੋ ਜੋ ਭਲਾ ਕਹਾਵਤ ਕਿਸੇ ਭਲਾਈ ਨਿਗਟ ਨਾ ਆਵੇ ਕਿਉਂਕਿ ਮੈਂ ਅਨਪੜ੍ਹ ਹੈ ਜਿੰਨੇ ਕੁ ਸ਼ਬਦ ਮੈਨੂੰ ਮਾਰ ਪਾਤਸ਼ਾਹ ਨੇ ਦਿੱਤੇ ਨੇ ਵੀਰ ਜੀ ਇਹ ਕਹਿੰਦੇ ਸੀ ਤੁਸੀਂ ਆਪਣਾ ਸ਼ਬਦ ਰੱਖੋ ਆਪਸ ਕੋ ਜੋ ਭਲਾ ਕਹਾਵਤ ਕਿਸੇ ਭਲਾਈ ਨਿਗਟ ਨਾ ਆਵੇ ਕਿਉਂਕਿ ਅਸੀਂ ਚੰਗੇ ਨਹੀਂ ਕੋ ਚੋਣ ਅਸੀਂ ਕੰਮਕਾਰ ਦੇਖ ਕੇ ਲੋਕਾਂ ਦੇ ਤੇ ਅਸੀਂ ਅਵਾਰਡ ਦੇ ਦਿੰਦੇ ਆ ਤਾਂ ਗੁਰੂ ਸਾਹਿਬ ਸਾਡਾ ਗੁਰੂ ਗ੍ਰੰਥ ਸਾਹਿਬ ਬਾਣੀ ਹੈ ਜਿਹੜੀ ਇਹਨਾਂ ਦੇ ਕੰਮਕਾਰ ਦੇਖ ਕੇ ਲੋਕੀ ਆਪਾਂ ਫੈਸਲੇ ਕਰ ਦਿੰਦੇ ਆ ਅਵਾਰਡ ਦੇ ਦਿੰਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨ ਦੇਖ ਕੇ ਫੈਸਲੇ ਕਰਦੀ ਹੈ ਪਰ ਜਿਹੜਾ ਕੌਮ ਦੀ ਤੇ ਕੌਮ ਦੇ ਕੰਮਾਂ ਦੀ ਹਿੱਤ ਗੱਲ ਕਰੂਗਾ ਤਾਂ ਉਹਨਾਂ ਦੇ ਨਾਲ ਡਟ ਕੇ ਖੜਾਂਗੇ ਡਟ ਕੇ ਜਿਹੜੀਆਂ ਹੈ ਗੱਲਾਂ ਵਿਚਾਰ ਰੱਖਾਂਗੇ ਤੇ ਬਾਕੀ ਸਾਡੀ ਜਿਹੜੇ ਸਿੱਖ ਕੌਮ ਦੇ ਵਾਰਸ ਬੈਠੇ ਨੇ ਇਹ ਗੱਲ ਕਰਨਗੇ ਇੰਨਾ ਕਹਿਣਾ ਹੋਇਆ ਖੇਮਣਾ ਜਾਚ ਕੇ ਭੱਲਾ ਚੁੱਕਣ ਦੀ ਖੇਮਾ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਹਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਸਦਾ ਸੁਖਦੇਵ ਸਿੰਘ ਕਿਸਾਨੀ ਸੰਘਰਸ਼ ਨਾਲ ਮੈਂ ਕਿਹਾ ਜੁੜੇ ਹੋਏ ਆ ਜੀ ਜੇਲ੍ਹ ਕੱਟ ਕੇ ਆਏ ਆ ਲਾਲ ਕਿਲੇ 'ਚ 9 ਵਜੇ ਤੱਕ ਲਾਸਟ ਮਤਲਬ ਉੱਥੋਂ ਤੱਕ ਉੱਥੇ ਮੌਜੂਦ ਸੀ ਤੇ ਉਸ ਤੋਂ ਬਾਅਦ ਜਦੋਂ ਉੱਥੋਂ ਜਾਣਾ ਪਿਆ ਕਿਸੇ ਵੀ ਕਾਰਨ ਕਰਕੇ ਤੇ ਤਾਂ ਫਿਰ ਉੱਥੋਂ ਗ੍ਰਿਫਤਾਰੀ ਦਿੱਤੀ ਤੇ ਗ੍ਰਿਫਤਾਰੀ ਤੋਂ ਬਾਅਦ ਤਸੀਹੇ ਵੀ ਕੱਟੇ ਅਸੀਂ ਇਕੱਠੇ ਇੱਕੋ ਹੀ FIR 'ਚ ਇੱਕੋ ਹੀ ਕੇਸ ਸਾਡੇ ਤੇ ਪਏ ਹੋਏ ਆ 2 ਖਿਲਾਫ ਆਪਣੇ ਬਾਬਾ ਜੀ ਸਦਾ ਸੁਖਦੇਵ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰੋ ਪੱਤਰਕਾਰੋ ਜਥੇਬੰਦੀਆਂ ਜਿੰਨੀਆਂ ਵੀ ਬਾਹਰ ਪੰਜਾਬ ਦੇ ਵਾਸਤੇ ਅੱਜ ਇਕੱਠੀਆਂ ਹੋਈਆਂ ਨੇ ਮੈਂ ਇਹਨਾਂ ਦਾ ਦਾਸ ਤਹਿ ਦਿਲੋਂ ਧੰਨਵਾਦ ਕਰਨਾ। ਬਾਕੀ ਜਿਹੜੀ ਸੰਘਰਸ਼ ਦੀ ਗੱਲ ਚੱਲ ਰਹੀ ਹੈ ਉਹ ਤੇ ਆਪਾਂ ਸਾਰੇ ਜਿਹੜੇ ਨੇ ਕਿਸਾਨੀ ਸੰਘਰਸ਼ ਜਿਹੜੇ ਆ ਤਨ ਮਨ ਧਾਰਨਾ ਸਭ ਹੀ ਲੜ ਰਹੇ ਆ ਔਰ ਲੜਦੇ ਹੀ ਰਹਾਂਗੇ ਔਰ ਜਿਸੇ ਤਰ੍ਹਾਂ ਇਹਨਾਂ ਕਿਹਾ ਹੈ ਕਿ ਆਪਾਂ ਵਾਸ ਪੰਜਾਬ ਦਾ ਉਹ ਵੀ ਜਿਵੇਂ ਦਾ ਪ੍ਰੋਗਰਾਮ ਚੱਲੇਗਾ ਉਹ ਵੀ ਆਪਾਂ ਚਲਾਣਾ ਹੈ ਤੇ ਜਿਹੜਾ ਕਿਸਾਨੀ ਸੰਘਰਸ਼ ਹੈ ਉਹਦਾ ਬਿਲਕੁਲ ਤਨੋ ਮਨੋ ਜਿਹੜਾ ਹੈ ਸਾਡਾ ਜਿੰਨਾ ਚਿਰ ਪ੍ਰਾਣ ਨੇ ਉਹਨਾਂ ਚਿਰ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਆ ਜੋ ਵੀ ਸਾਨੂੰ ਆਦੇਸ਼ ਕਰਨਗੇ ਅਸੀਂ ਉਹਨਾਂ ਦੇ ਨਾਲ ਰਹਾਂਗੇ। ਬਾਕੀ ਜਿਹੜੀ ਗੱਲ ਇਹਨਾਂ ਕਹੀ ਇਹ ਵੀ ਜੇ ਕਿਤੇ ਗਲਤ ਸਟੈਪ ਚੱਕਣਗੇ ਤੇ ਫਿਰ ਉਹਨੂੰ ਅਸੀਂ ਪੁੱਛ ਸਕਦੇ ਆ। ਇਸ ਕਰਕੇ ਆਇਓ ਇਹ ਸੰਗਤ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।